ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ 9:15 ਹੋਏ ਨੇ। 20 ਸਤੰਬਰ ਦਾ ਦਿਨ ਹੈ, ਵਰਾ 2021 ਦਾ ਸੱਸਾ ਸੋਮਵਾਰ ਹੈ ਤੇ 5 ਅਸੂਨਾ ਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਸ਼ੁਰੂਆਤ ਦੇਸ਼ ਪੰਜਾਬ ਦੇ ਝਰੋਖੇ ਚੋਂ ਨਵਕਿਰਨ ਸਿੰਘ ਪੱਤੀ ਕਰਨਗੇ ਤੇ ਫਿਰ ਸੋਮਵਾਰ ਨੂੰ ਵਿਸ਼ੇ ਬਹੁਤ ਹੁੰਦੇ ਆ। ਸਾਰਿਆਂ ਵਿਸ਼ਿਆਂ ਨੂੰ ਥੋੜਾ ਛੂਹਾਂਗਾ। ਪੰਜਾਬ ਦੀ ਗੱਲਬਾਤ ਤਾਂ ਪਹਿਲਾਂ ਸੁਣ ਲੈਣੀ ਹੈ ਤੁਸੀਂ, ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਦੀ ਇਲੈਕਸ਼ਨ ਦਾ ਦਿਨ ਹੈ ਉਸ ਦੀਆਂ ਗੱਲਾਂ ਤੇ ਹੋਰ ਕਮਿਊਨਿਟੀ ਦੇ ਵਿੱਚ ਜਿਹੜੇ ਵੀਕਐਂਡ ਤੇ ਰੁਝੇਵੇਂ ਸੀ ਸੋਮਵਾਰ ਨੂੰ ਉਸ ਦੀ ਗੱਲਬਾਤ ਹੁੰਦੀ ਹੈ। 604 204 0600 604 204 0600 ਆਨ 에ਅਰ ਨੰਬਰ ਹੈ ਤੇ 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਸੋਸ਼ਲ ਮੀਡੀਆ ਤੇ ਤੁਸੀਂ ਨਾਲ ਰਹਿੰਦੇ ਹੋ। ਫੇਸਬੁੱਕ ਦਾ ਪੇਜ ਸ਼ੇਰੇ ਪੰਜਾਬ ਰੇਡੀਓ ਦਾ, ਉਸ ਤੋਂ ਬਾਅਦ YouTube ਤੇ ਕੁਝ ਸੈਗਮੈਂਟਸ ਪਾਉਣੇ ਆ ਤੇ ਉਸ ਤੋਂ ਪਹਿਲਾਂ ਵੈਬਸਾਈਟ ਜਿਹੜੀ sherepajabradio.ca ਜਿੱਥੇ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ। ਐਪ ਦੋਨੇ ਐਪ ਸਟੋਰ ਤੇ ਗੂਗਲ ਤੇ ਐਪ ਦੋਨੇ ਹੀ ਗੂਗਲ ਤੇ ਜਿਹੜਾ ਐਪਲ ਹੈ ਦੋਨੇ ਫੋਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਪ। ਤੇ ਉਸ ਤੋਂ ਬਾਅਦ ਸਾਡੇ ਨਾਲ ਵੀ ਨਾਲ ਰਿਹਾ ਕਰੋ। ਸੁਨੇਹਾ ਤੁਹਾਡਾ ਆਉਂਦਾ ਰਹੇ, ਵਧੀਆ ਲੱਗਦਾ। 604 204 0600 604 204 0600 ਆਨ 에ਅਰ ਨੰਬਰ ਹੈ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਜਦ ਤੇਰਾ ਹਵਾ ਨੂੰ ਨਾ ਦਸੀਏ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ। ਤੈਨੂੰ ਢੱਕੀ ਦੇ ਵਿੱਚ ਭਾਲਣ ਲਈ ਅਸੀਂ ਨਾਲ ਸ਼ਦਾਈਆਂ ਰਲ ਪੈਂਦੇ। ਤੇਰੀ ਸੂਰਤ ਸਾਡੇ ਨੈਣੀ ਤੱਕ ਲੁੱਕ ਫੁੱਲਾਂ ਥੱਲੇ ਥਲ ਪੈਂਦੇ। ਸਾਡੇ ਸਬਰ ਹੁਸਨ ਦੀ ਕਾਂਗ ਚੜ੍ਹੀ ਲੱਖ ਢਾਬਾਂ ਦੇ ਕੰਬ ਜਲ ਪੈਂਦੇ। ਅਸੀਂ ਹਨੇਰਾਂ ਨੂੰ ਮਚਕੋੜਦੇ ਹਾਂ ਜਦ ਰੂਪ ਤੇਰੇ ਦੇ ਛਲ ਪੈਂਦੇ। ਜਦ ਰਾਹ ਨਾ ਸਾਨੂੰ ਲੱਭਦਾ ਕੋਈ ਤਦ ਸੀਨੇ ਸਾਡੇ ਸਲ ਪੈਂਦੇ। ਸਾਡੀ ਖੇਡ ਨੂੰ ਚਾਲੂ ਰੱਖਣ ਲਈ ਤੇਰੇ ਦੀਵੇ ਅੰਬਰੀ ਬਲ ਪੈਂਦੇ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਕਿਸੇ ਜਾਂਗਲੀ ਨਾਰ ਨੂੰ ਹਰਿੰਦਰ ਸਿੰਘ ਜੀ ਮਹਿਬੂਬ ਲਿਖਦੇ ਆ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ, ਬੈਠੇ ਰਹੇ ਲੋਕ ਰਾਤ ਨੂੰ, ਇੱਥੇ ਵਾਲਿਆਂ ਨੂੰ ਸਾਨੂੰ ਬਾਹਲਾ ਫਿਕਰ ਹੈ ਕਿ ਹੁਣ ਬਣਿਆ ਢੋਲ ਵੱਜ ਗਏ। ਰੰਧਾਵੇ ਉਹਨਾਂ ਦੇ ਘਰ ਅੱਧੇ ਘੰਟੇ ਬਾਅਦ ਕਹਿੰਦੇ ਨਹੀਂ ਚੰਨੀ ਦਾ ਗੁਣਾ ਪੈ ਗਿਆ। ਕਮਾਲ ਕਰ ਦਿੱਤੀ। ਕਿੱਥੋਂ ਜ਼ਿੰਦਗੀ ਤੁਰੀ। ਚਮਕੌਰ ਸਾਹਿਬ ਬੇਲੇ ਦੇ ਏਰੀਏ ਦੇ ਲੋਕ ਦੱਸਦੇ ਨੇ ਕਿ ਬਹੁਤ ਸਾਦ ਮੁਰਾਦੀ ਜ਼ਿੰਦਗੀ ਸੀ ਚੰਨੀ ਉਹਨਾਂ ਦੀ, ਤੇ ਜ਼ਿੰਦਗੀ ਬਸ ਤੁਰੀ। ਤੇ ਅੱਜ ਇਹ ਸੁਲਤਾਨਾ ਘਾਏ ਕਰਾਇਨ ਦਾ ਜਿਹੜੀ ਗੱਲ ਹੈ ਨਾ, ਜਿਹਦੇ ਸਿਰ ਤੇ ਉਸਨੇ ਪਰਵਰਦਿਗਾਰ ਨੇ ਤਾਜ ਰੱਖਣਾ ਉਹ ਰੱਖ ਦਿੰਦੇ ਆ। ਸੋ ਇਹ ਘਟਨਾਕ੍ਰਮ ਬੜੀ ਤਿੱਖੀ ਤੇਜ਼ੀ ਦੇ ਨਾਲ ਬਦਲੇ ਤੇ ਜਾਖੜ ਬਹੁਤ ਦੁਖੀ ਹੈ। ਜਾਖੜ ਦਾ ਗੁਣਾ ਪੈ ਗਿਆ ਸੀ ਪਹਿਲਾਂ, ਫਿਰ ਮਾਝਾ ਬ੍ਰਿਗੇਡ ਦੀ ਗੱਲ ਬਣ ਗਈ ਤੇ ਫਿਰ ਚੰਨੀ ਦੀ। ਪਰ ਇਹ ਗਰੁੱਪ ਇਕੱਠਾ ਹੀ ਹੈ। ਜੇ ਇਹਨਾਂ ਨੂੰ ਦੇਖਣਾ ਹੋਵੇ ਨਵਜੋਤ ਸਿੱਧੂ ਨੂੰ ਤੇ ਮਾਝਾ ਬ੍ਰਿਗੇਡ ਨੂੰ ਤੇ ਨਾਲ ਚੰਨੀ ਨੂੰ ਅਲੱਗ ਨਹੀਂ ਹੈ। ਸੋ ਚੰਨੀ ਉਹਨਾਂ ਦਾ ਚੀਫ ਮਿਨਿਸਟਰ ਬਣਨਾ ਜੀ, ਇਸ ਨੂੰ ਕਿਸ ਤਰ੍ਹਾਂ ਤੁਸੀਂ ਦੱਸਣਾ ਚਾਹੁੰਦੇ ਹੋ? ਜੀ ਗਿੱਲ ਸਾਹਿਬ, ਦੇਖੋ ਵਾਕਈ ਅਸਲ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਉਹ ਖਿੱਚੋਤਾਣ ਚੱਲਦੀ ਆ ਰਹੀ ਸੀ। ਕਾਂਗਰਸ ਪਾਰਟੀ ਦਾ ਇੱਕ ਵੱਡਾ ਹਿੱਸਾ ਗਾ ਜਿਹੜਾ ਉਹ ਇਸ ਗੱਲ ਦੇ ਉੱਤੇ ਸੀਗਾ ਕਿ ਪਿਛਲੇ 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ। ਨਾ ਬਿਜਲੀ ਸਸਤੀ ਕੀਤੀ, ਨਾ ਬਿਜਲੀ ਵਾਲਿਆਂ ਦੇ ਸਮਝੌਤੇ ਤੋੜੇ। ਪੰਜਾਬ ਦੇ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਜਿਹੜਾ ਜਮਾਵੜਾ ਗਾ ਉਹ ਲਗਾਤਾਰ ਵਧਿਆ। ਸੜਕਾਂ ਦੇ ਉੱਤੇ ਬਾਦਲਾਂ ਦੀਆਂ ਬੱਸਾਂ ਉਵੇਂ ਜਿਵੇਂ ਤੁਰੀਆਂ ਫਿਰਦੀਆਂ। ਅਸੀਂ ਚੋਣ ਵਾਅਦਾ ਕਾਂਗਰਸੀ ਕਹਿੰਦੇ ਇਹ ਕੀਤਾ ਸੀ ਕਿ ਸਰਕਾਰੀ ਬੱਸਾਂ ਦੌੜਨਗੀਆਂ ਔਰ ਵੱਡੀਆਂ ਬੱਸਾਂ ਨੇ ਜਿਹੜੀਆਂ ਜਾਲੀ ਤੁਰੀਆਂ ਫਿਰਦੀਆਂ ਫੜ ਕੇ ਅੰਦਰ ਕਰਾਂਗੇ। ਕੋਈ ਨਹੀਂ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਸਲੀ ਦੋਸ਼ੀ ਫੜੇ ਨਹੀਂ ਗਏ। ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀਕਾਂਡ ਹੋਇਆ, ਅਸਲੀ ਦੋਸ਼ੀ ਫੜੇ ਨਹੀਂ ਗਏ। ਇਸ ਤੋਂ ਇਲਾਵਾ ਗਿੱਲ ਸਾਹਿਬ
ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਮਸਲਾ ਸੀ, ਘਰ ਘਰ ਰੁਜ਼ਗਾਰ ਦਾ ਮਸਲਾ ਸੀ, ਮੋਬਾਈਲ ਫੋਨ ਦੇਣ ਦਾ ਮਸਲਾ ਸੀ, ਨਸ਼ੇ ਪੰਜਾਬ 'ਚੋਂ ਖਤਮ ਕਰਨ ਦਾ ਮਸਲਾ ਸੀ। ਗੱਲ ਕੀ ਕਿਸੇ ਵਿਸ਼ੇ ਦੇ ਉੱਤੇ ਕੋਈ ਕੰਮ ਨਾ ਹੋਇਆ। 4.5 ਸਾਲ ਸਾਰੇ ਲੁਤਫ ਲੈਂਦੇ ਰਹੇ, ਕੋਈ ਨਹੀਂ ਬੋਲਿਆ। ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੁਣ ਫੈਸਲੇ ਤੇ ਫੈਸਲਾ ਲੈ ਰਹੀ ਆ, 4.5 ਸਾਲ ਬੋਲੇ ਉਹ ਵੀ ਨਹੀਂ। ਜ਼ਿੰਮੇਵਾਰੀ ਬਣਦੀ ਸੀ ਸੋਨੀਆ ਗਾਂਧੀ ਦੀ, ਰਾਹੁਲ ਗਾਂਧੀ ਦੀ, ਉਹ ਵੀ ਗਿੱਲ ਸਾਹਿਬ ਸਾਲ ਬਾਅਦ, 1.5 ਸਾਲ ਬਾਅਦ, 2 ਸਾਲ ਬਾਅਦ ਪੁੱਛ ਸਕਦੇ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ, ਭਾਈ ਤੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਤੂੰ ਹਿਮਾਚਲ 'ਚ ਬੈਠਾ ਰਹਿਣਾ ਔਰ ਤੇਰੇ ਲਈ ਸਰਕਾਰ। ਚੰਡੀਗੜ੍ਹ ਤੇ ਪੰਜਾਬ ਦੇ ਲੋਕ ਕਹਿੰਦੇ ਨੇ ਸਾਡਾ ਹੱਕ ਆ, ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਚੰਡੀਗੜ੍ਹ ਬਣਾਇਆ, ਅਸੀਂ ਤਾਂ ਕਹਿੰਦੇ ਆ ਸਾਡਾ ਹੱਕ ਹੈ। ਔਰ ਤੁਸੀਂ ਮੁੱਖ ਮੰਤਰੀ ਦਫ਼ਤਰ ਦੇ ਵਿੱਚ, ਸੈਕਟਰੀਏਟ ਦੇ ਵਿੱਚ ਚੰਡੀਗੜ੍ਹ ਜਾਂਦੇ ਨਹੀਂ, ਮੋਹਾਲੀ ਵਾਲੇ ਫਾਰਮ ਹਾਊਸ 'ਚ ਬਹਿ ਕੇ ਸਰਕਾਰ ਚਲਾਉਂਦੇ ਹੋ। ਇਹ ਸਵਾਲ 4.5 ਸਾਲ ਨਾ ਕਾਂਗਰਸ ਦੀ ਹਾਈ ਕਮਾਂਡ ਨੇ ਪੁੱਛੇ, ਨਾ ਮਾਝਾ ਬ੍ਰਿਗੇਡ ਨੇ ਪੁੱਛੇ, ਨਾ ਜਾਖੜ ਨੇ ਪੁੱਛਿਆ, ਨਾ ਕਿਸੇ ਹੋਰ ਨੇ ਪੁੱਛਿਆ। ਹੁਣ 4.5 ਸਾਲ ਬਾਅਦ ਜਦੋਂ ਕਿਸਾਨ ਅੰਦੋਲਨ ਗਿੱਲ ਸਾਹਿਬ ਬਹੁਤ ਸਿਰੇ ਤੇ ਜਾ ਵੜਿਆ ਤਾਂ ਇਹਨਾਂ ਨੂੰ ਲੱਗਿਆ ਪਿੰਡਾਂ 'ਚ ਜਾਵਾਂਗੇ ਕਿਵੇਂ। ਫਿਰ ਇਹਨਾਂ ਨੇ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਸਿੱਟ ਕੇ ਫਿਰ ਇਹਨਾਂ ਨੇ ਸੋਚਿਆ ਕਿ ਕੈਪਟਨ ਨੂੰ ਪਾਸੇ ਕਰ ਦਿੱਤਾ ਜਾਵੇ। ਔਰ ਪਿਛਲੇ ਦਿਨਾਂ 'ਚ ਭਾਜਪਾ ਇਹ ਫਾਰਮੂਲਾ ਲਿਆ ਜੀ, ਭਾਜਪਾ ਨੇ ਲਾਗੂ ਕਰਤਾ। ਭਾਜਪਾ ਨੇ ਉੱਤਰਾਖੰਡ ਦਾ ਹੀ ਮੁੱਖ ਮੰਤਰੀ ਬਦਲਤਾ, ਕਰਿਆ ਉਹਨੇ ਵੀ 4.5 ਸਾਲ ਕੁਛ ਨਹੀਂ ਸੀ, 6 ਮਹੀਨੇ ਪਹਿਲਾਂ ਬਦਲਤਾ ਸੀ ਉੱਥੇ। ਗੁਜਰਾਤ ਦੇ ਵਿੱਚ ਭਾਜਪਾ ਨੇ ਸਾਰੀ ਕੈਬਨਿਟ ਬਦਲਤੀ ਔਰ ਸਿੱਧੇ ਮੁੱਖ ਮੰਤਰੀ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਦੇਖੋ ਜੀ ਇਹਨਾਂ ਨੇ ਕੁਛ ਨਹੀਂ ਕੀਤਾ, ਹੁਣ 6 ਮਹੀਨਿਆਂ 'ਚ ਆਹ ਕਰਨਗੇ, ਕਰਨਾ ਕਰਾਉਣਾ ਉਹਨਾਂ ਨੇ ਵੀ ਕੁਛ ਨਹੀਂ। ਉਸੇ ਫਾਰਮੂਲੇ ਤੇ ਕਾਂਗਰਸ ਚੱਲੀ। ਕਾਂਗਰਸ ਅਜੇ ਬਿਉਂਤਬੰਦੀ ਕਰ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਨੇ ਕਿਹਾ ਕਿ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਗਈ ਹੈ PLP ਦੀ, ਤੁਸੀਂ ਆਓ ਮੀਟਿੰਗ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਮੀਟਿੰਗ 'ਚ ਨਹੀਂ ਜਾਊਂ, ਮੈਨੂੰ ਬੇਇੱਜ਼ਤ ਕੀਤਾ ਜਾ ਰਿਹਾ, ਜਲੀਲ ਕੀਤਾ ਜਾਂਦਾ। ਉਹਨਾਂ ਨੇ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਗਿੱਲ ਸਾਹਿਬ ਸਥਿਤੀ ਇਹ ਬਣੀ ਕਿ ਸਭ ਤੋਂ ਪਹਿਲਾਂ ਜਿਹੜਾ ਕਾਂਗਰਸ ਹਾਈ ਕਮਾਂਡ ਹੈ ਉਹਨਾਂ ਦੇ ਕੋਲੇ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਪੇਸ਼ ਕੀਤਾ ਸੀ ਕਿ ਮੈਂ ਪ੍ਰਧਾਨ ਆ, ਮੈਂ ਮੁੱਖ ਮੰਤਰੀ ਬਣਨਾ ਚਾਹੀਦਾ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੰਦਿਆਂ ਹੀ ਨਾਲ ਦੀ ਨਾਲ ਜਿਹੜਾ ਫਾਨਾ ਗੱਡਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ। ਉਹਨੇ ਕਹਿਤਾ ਪੰਜਾਬ ਤੇ ਇਹਦੇ ਸਬੰਧ ਨੇ ਜਿਹੜੇ ਉਹ ਪਾਕਿਸਤਾਨ ਨਾਲ ਨੇ, ਇਹ ਬੰਦਾ ਨਹੀਂ ਵਧੀਆ, ਤਰ੍ਹਾਂ ਦੇ ਇਲਜ਼ਾਮ ਲਾਏ। ਆਪਣੇ ਕੋਲ ਸਮਾਂ ਥੋੜਾ ਹੈ ਤਾਂ ਨਵਜੋਤ ਸਿੰਘ ਸਿੱਧੂ ਦੇ ਰਾਹ 'ਚ ਫਾਨਾ ਕੈਪਟਨ ਅਮਰਿੰਦਰ ਸਿੰਘ ਨੇ ਗੱਡਤਾ। ਉਸ ਤੋਂ ਬਾਅਦ ਹਾਈ ਕਮਾਂਡ ਨੇ ਕਿਹਾ ਹੁਣ ਕਿਹਨੂੰ ਚੁਣਿਆ ਜਾਵੇ। ਫਿਰ ਉਹਨਾਂ ਨੇ OP ਸੋਨੀ ਦੇ ਵਾਲੇ ਪਾਸੇ ਨੂੰ ਵੀ ਗਏ, ਬ੍ਰਹਮਿੰਦਰ ਵਾਲੇ ਪਾਸੇ ਨੂੰ ਵੀ ਸੋਚਿਆ, ਕੈਪਟਨ ਅਮਰਿੰਦਰ ਦੇ ਨੇੜਲਿਆਂ ਦੇ ਪਾਸੇ ਨੂੰ ਵੀ ਸੋਚਿਆ, ਲੇਕਿਨ ਉਸ ਪਾਸੇ ਕਹਾਣੀ ਆ ਜਿਹੜੀ ਉਹ ਅੱਗੇ ਨਾ ਤੁਰੀ। ਸੁਨੀਲ ਜਾਖੜ ਤੇ ਗੁਣਾ ਪੈਂਦਾ ਸੀ। ਅੰਬਿਕਾ ਸੋਨੀ ਨੇ ਆ ਕੇ ਕਹਿਤਾ, ਕਹਿੰਦੀ ਕੋਈ ਸਿੱਖ ਚਿਹਰਾ ਚਾਹੀਦਾ ਪੰਜਾਬ ਦੇ ਵਿੱਚ। ਸੁਨੀਲ ਜਾਖੜ ਦੇ ਲਈ ਇਹੀ ਗੱਲ ਔਖੀ ਹੋ ਨਿਬੜੀ ਕਿ ਜੇ ਪੰਜਾਬ ਦੇ ਵਿੱਚ ਇਸ ਵਕਤ ਹਿੰਦੂ ਚਿਹਰਾ ਲਿਆਂਦਾ ਜਾਂਦਾ ਤਾਂ ਇੱਕ ਤਾਂ 84 ਵਾਲੀ ਗੱਲ ਚੱਕ ਲੈਣਗੇ, ਇੱਕ ਉਹਨਾਂ ਨੂੰ ਲੱਗਿਆ ਕਿ ਅਕਾਲੀ ਦਲ ਆ ਜਿਹੜਾ ਉਹ ਇਹ ਗੱਲ ਚੱਕ ਲੂ ਕਿ ਜਦੋਂ ਪੰਜਾਬ ਹਰਿਆਣੇ ਤੋਂ ਅੱਡ ਹੋਇਆ ਸੀ ਉਦੋਂ ਬਾਅਦ ਅੱਜ ਤੱਕ ਜਿਹੜਾ ਸਿੱਖ ਚਿਹਰੇ ਨੇ ਉਹੀ ਮੁੱਖ ਮੰਤਰੀ ਬਣਦੇ ਆਏ। ਹਾਲਾਂਕਿ ਉਦੋਂ ਪਹਿਲਾਂ ਵੀ ਸੀ, ਲੇਕਿਨ ਫਿਰ ਇਹ ਸਵਾਲ ਉੱਠੂ ਕਿ ਪੰਜਾਬ ਅੱਡ ਹੋਏ ਦਾ ਕੀ ਫਾਇਦਾ ਹੋਇਆ। ਤਾਂ ਇਹ ਤਮਾਮ ਚੀਜ਼ਾਂ ਨੂੰ ਦੇਖਦਿਆਂ ਉਹਨਾਂ ਨੇ ਜਿਹੜਾ ਸੁਖਜਿੰਦਰ ਰੰਧਾਵਾ ਵਾਲੇ ਪਾਸੇ ਨੂੰ ਗਏ। ਫਿਰ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਔਖਾ ਹੋ ਗਿਆ। ਉਹਨੂੰ ਇਹ ਸੀ ਨਵਜੋਤ ਸਿੰਘ ਸਿੱਧੂ ਨੂੰ ਵੀ ਕੋਈ ਬੰਦਾ ਅਜਿਹਾ ਹੋਵੇ ਜਿਹੜਾ 6 ਮਹੀਨੇ ਦੇ ਲਈ ਬਣ ਜੇ ਮੁੱਖ ਮੰਤਰੀ। ਜੇ ਕਿਤੇ ਸੁਖਜਿੰਦਰ ਰੰਧਾਵਾ ਬਣ ਗਿਆ ਉਹਨੇ ਪੱਕੀ ਕੁਰਸੀ ਮੰਨ ਲੈਣੀ ਆ। ਅੰਦਰ ਖਾਤੇ ਬਿਉਂਤਾਂ ਚੱਲੀਆਂ ਔਰ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਦੇ ਰਾਹ ਦੇ ਵਿੱਚ ਵੀ ਕਿਤੇ ਰੋੜਾ ਗਾ ਜਿਹੜਾ ਸਿੱਧੂ ਨੇ ਅਟਕਾਇਆ, ਕਿਉਂਕਿ ਇਹ ਪੁੱਛਿਆ ਜਾਣਾ ਸਿੱਧੂ ਤੋਂ ਸੀਗਾ ਬਤੌਰ ਪ੍ਰਧਾਨ ਪੰਜਾਬ ਦਾ ਕਿ ਕਿਸ ਪਾਸੇ ਨੂੰ ਚੱਲਿਆ ਜਾਵੇ। ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਇਸ ਗੱਲੋਂ ਥੋੜਾ ਔਖਾ ਸੀ ਕਿ ਜੇ ਇਹਨਾਂ ਨੂੰ ਇੱਕ ਵਾਰ ਕੁਰਸੀ ਮਿਲ ਗਈ ਮੁੜ ਕੇ ਇਹਨਾਂ ਨੇ ਛੱਡਣੀ ਨਹੀਂ। ਔਰ ਉਹਨੂੰ ਇਹ ਸੀ ਕਿ ਚਰਨਜੀਤ ਚੰਨੀ ਆ ਜਿਹੜਾ ਉਹ ਮੇਰੇ ਲਈ ਕੁਰਸੀ ਛੱਡ ਦੂ, 6 ਮਹੀਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿਓ, ਜਿਹਦੇ ਚੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ। ਇੱਕ ਤੀਰ ਦੇ ਨਾਲ ਇਹਨਾਂ ਨੇ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਚਿਹਰਾ ਵੀ ਲਿਆਏ। ਇੱਕ ਦਲਿਤ ਪੰਜਾਬ ਦੇ ਵਿੱਚ 32% ਆਬਾਦੀ ਆ ਔਰ ਕਾਂਗਰਸ ਪਾਰਟੀ ਨੂੰ ਇਹ ਸੀਗਾ ਕਿ ਭਾਜਪਾ ਕਹਿੰਦੀ ਆ ਕਿ ਅਸੀਂ ਮੁੱਖ ਮੰਤਰੀ ਬਣਾਵਾਂਗੇ, ਸ਼੍ਰੋਮਣੀ ਅਕਾਲੀ ਦਲ ਕਹਿੰਦਾ ਉਪ ਮੁੱਖ ਮੰਤਰੀ ਬਣਾਵਾਂਗੇ, ਆਮ ਆਦਮੀ ਪਾਰਟੀ ਇਸ ਵਿਸ਼ੇ ਦੇ ਉੱਤੇ ਜਿਹੜੀ ਚਰਚਾ ਚਲਾ ਰਹੀ ਆ। ਤਾਂ ਜਿਹੇ ਦੇ ਵਿੱਚ ਇਹਨਾਂ ਨੂੰ ਲੱਗਿਆ ਪਹਿਲੀ ਵਾਰ 1947 ਤੋਂ ਬਾਅਦ ਆਫਟਰ 1947 ਫਸਟ ਟਾਈਮ ਜਿਹੜਾ ਉਹ ਪੰਜਾਬ ਨੂੰ ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਹੈਗਾ ਜਿਹੜਾ ਉਹ ਮਿਲਿਆ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਲੇਕਿਨ ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਐਵੇਂ ਨਹੀਂ ਮੁੱਖ ਮੰਤਰੀ ਬਣਾਇਆ। ਇਸ ਕਰਕੇ ਬਣਾਇਆ ਕਿ ਜਿਹੜੀ ਕਿਸਾਨੀ ਦੀ ਵੋਟ ਆ ਉਹ ਅੱਜ ਤੱਕ ਬਾਗੀ ਹੋਈ ਫਿਰਦੀ ਆ, ਪਤਾ ਨਹੀਂ ਕਿਹੜੇ ਪਾਸੇ ਨੂੰ ਭੁਗਤਣੀ ਆ, ਕਿਹੜੇ ਪਾਸੇ ਨੂੰ ਤੁਰਨੀ ਆ ਕਹਾਣੀ ਕਿਸਾਨਾਂ ਦੀ। ਲੇਕਿਨ ਘੱਟੋ ਘੱਟ 32% ਜਿਹੜੀ ਵੋਟ ਆ ਪੰਜਾਬ ਦੇ ਵਿੱਚ ਉਹਨੂੰ ਇੱਕ ਥਾਂ ਦੇ ਉੱਤੇ ਇਕੱਠਾ ਕਰਨ ਦੀ ਕੋਸ਼ਿਸ਼ ਆ ਜਿਹੜੀ ਕਾਂਗਰਸ ਪਾਰਟੀ ਨੇ ਉਹ ਕੀਤੀ ਹੈ, ਜਿਹਦੇ ਚ ਚਰਨਜੀਤ ਚੰਨੀ ਦਾ ਨਾਂ ਗਾ ਜਿਹੜਾ ਉਹ ਸਾਹਮਣੇ ਆਇਆ ਗਾ। ਬਾਕੀ ਠੀਕ ਆ ਗਿੱਲ ਸਾਹਿਬ ਕਿ ਚਰਨਜੀਤ ਚੰਨੀ ਅੱਜ ਭਾਵੁਕ ਵੀ ਹੋਏ ਨੇ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਇੱਕ ਗਰੀਬ ਪਰਿਵਾਰ ਦੇ ਵਿੱਚੋਂ ਨੇ। ਇਹਨਾਂ ਦੇ ਪਿਤਾ ਮਲੇਸ਼ੀਆ ਚਲੇ ਗਏ ਸੀ, ਉੱਥੋਂ 4 ਰੁਪਏ ਇਕੱਠੇ ਕਰਕੇ ਲਿਆਂਦੇ, ਇੱਥੇ ਟੈਂਟ ਖੋਲਿਆ ਔਰ ਇਹ ਖੁਦ ਟੈਂਟ ਆ ਜਿਹੜਾ ਉਹ ਗੱਡਣ ਜਾਂਦੇ ਰਹੇ ਨੇ ਚਰਨਜੀਤ ਚੰਨੀ। ਗਰਾਊਂਡ ਤੋਂ ਉੱਠੇ ਨੇ, ਮਿਊਨਿਸਪਲ ਕਾਉਂਸਲਰ ਤੋਂ, MC ਤੋਂ
ਮਿਊਨਿਸਪਲ ਕਾਉਂਸਲਰ ਤੋਂ ਪ੍ਰਧਾਨ ਮਿਊਨਿਸਪੈਲਿਟੀ ਦੇ, ਔਰ ਉਸ ਤੋਂ ਬਾਅਦ MLA, ਫਿਰ ਉਸ ਤੋਂ ਬਾਅਦ ਮੰਤਰੀ ਤੇ ਹੁਣ ਮੁੱਖ ਮੰਤਰੀ ਤੱਕ ਆ ਜਿਹੜਾ ਉਹ ਪਹੁੰਚੇ ਨੇ ਜੀ। ਬਿਲਕੁਲ। ਨਾਲੇ ਜੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਹਿਣਾ ਹੈ ਤਾਂ ਉਹਦਾ ਇਹ ਨਹੀਂ ਮਤਲਬ ਵੀ ਪੰਜਾਬ ਵਸਦਾ ਜੱਟਾਂ ਦੇ ਨਾਂ ਤੇ। ਫਿਰ ਸਾਰੀਆਂ ਧਰਮਾਂ ਦਾ ਸਤਿਕਾਰ ਇੱਥੇ ਹੋਣਾ ਚਾਹੀਦਾ, ਸਰਬੱਤ ਦੇ ਭਲੇ ਦੇ ਜੇ ਆਲੇ ਦੁਆਲੇ ਅਸੀਂ ਰਹਿੰਦੇ ਹਾਂ, ਫਿਰ ਇਹ ਗੱਲੇ ਨਹੀਂ ਸਾਨੂੰ ਹੋਣੀ ਚਾਹੀਦੀ। ਇਨਸਾਨ ਵਧੀਆ ਹੋਣਾ ਚਾਹੀਦਾ, ਕੋਈ ਵੀ ਬਣ ਜੇ। ਰਾਜਿਆਂ ਨੇ ਕੀ ਬਣ ਕੇ ਕਰ ਦਿੱਤਾ ਹੈ, ਦਾੜੀ ਉਹ ਨਹੀਂ ਬੰਨ ਹੋਈ 2-2 ਵਜੇ ਤੱਕ, ਤੇ ਪਜਾਮੀਆਂ ਨਹੀਂ ਚਾੜ ਹੋਈਆਂ, ਚੱਕਿਆ ਹੈਲੀਕਾਪਟਰ ਉਧਰ ਨੂੰ ਚੱਲਿਆ ਹੈਲੀਕਾਪਟਰ, ਉੱਥੋਂ ਨੂੰ ਕੜਛ ਮਾਂਜ ਕਈ ਉਹ ਦੁਨੀਆ ਤੋਂ ਸੇਵਾਦਾਰ ਰਾਜਾ ਸਾਹਿਬ, ਇੱਥੇ ਵੀ ਕਹਿੰਦੇ ਨੇ ਰਾਜਾ ਸਾਹਿਬ। ਪਤਾ ਨਹੀਂ ਜਿਹੜੀ ਗੁਲਾਮੀ ਦੀ ਮਾਨਸਿਕਤਾ ਹੈ ਉਹ ਕਿੱਧਰ ਨੂੰ ਜਾਣੀ ਹੈ। ਅੱਛਾ, ਮੀਟੂ ਮੁਹਿੰਮ ਵਾਲੇ ਕਹਿੰਦੇ ਬਈ ਇਹਦੇ ਤੇ ਤਾਂ ਛੇੜਛਾੜ ਦਾ ਲੱਗਿਆ ਹੈ ਦੋਸ਼, ਇਹ ਰਿਜ਼ਾਈਨ ਦੇਵੇ ਜੀ। ਹੁਣੇ ਰਿਜ਼ਾਈਨ ਮੰਗ ਲਿਆ ਚੰਨੀ ਦਾ। ਜੀ ਜੀ ਗਿੱਲ ਸਾਹਿਬ, ਦੇਖੋ ਇਹ ਇੱਕ ਪੁਆਇੰਟ ਹੈਗਾ ਗਾ, ਔਰ ਇਹ ਪਤਾ ਵੀ ਹੋਣਾ ਚਾਹੀਦਾ ਸਭ ਨੂੰ ਕਿ 2018 ਦੇ ਵਿੱਚ ਪਹਿਲਾਂ ਇੱਕ ਤਾਂ ਜਦੋਂ ਜਿਹੜੀ ਮੀਟੂ ਮੁਹਿੰਮ ਚੱਲੀ ਸੀ ਉਹ ਚਰਨਜੀਤ ਚੰਨੀ ਦਾ ਵੀ ਜ਼ਿਕਰ ਆਇਆ ਸੀ, ਕਿਉਂਕਿ 2018 ਦੇ ਵਿੱਚ ਇੱਕ ਮਹਿਲਾ IAS ਅਫਸਰ ਨੇ, ਉਹਨੇ ਗਿੱਲ ਸਾਹਿਬ ਸ਼ਿਕਾਇਤ ਕੀਤੀ ਸੀ ਕਿ ਚਰਨਜੀਤ ਚੰਨੀ ਨੇ ਉਹਨੂੰ ਇੱਕ ਇਤਰਾਜ਼ਯੋਗ ਮੈਸੇਜ ਆ ਜਿਹੜਾ ਉਹ ਸੈਂਡ ਕੀਤਾ ਗਾ। ਤਾਂ ਉਹ ਮਸਲਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ 2018 ਦਾ, ਇਹ ਮਹਿਲਾ IAS ਅਫਸਰ ਨੇ ਮਸਲਾ ਚੱਕਿਆ ਸੀ। ਇਹ ਮਸਲਾ ਪੰਜਾਬ ਮਹਿਲਾ ਕਮਿਸ਼ਨ ਕੋਲ ਵੀ ਗਿਆ, ਔਰ ਪਿਛਲੇ ਦਿਨਾਂ 'ਚ ਮਨੀਸ਼ਾ ਗੁਲਾਟੀ ਜਿਹੜੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ, ਉਹਨੇ ਵੀ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਸਰਗਰਮੀ ਆ ਉਹ ਕੀਤੀ ਸੀਗੀ। ਲੇਕਿਨ ਇੱਕ ਤਰਾਸਦੀ ਇਹ ਵੀ ਹੈ ਗਿੱਲ ਸਾਹਿਬ ਕਿ ਇਸ ਮਸਲੇ ਦੀ ਜਾਂਚ ਨਹੀਂ ਹੋਈ। ਦੇਖੋ, ਜਾਂਚ ਹੋਣੀ ਬਣਦੀ ਸੀਗੀ। ਦੂਸਰੀ ਗੱਲ ਇਹ ਆ ਕਿ ਜਾਂਚ ਅਜੇ ਤੱਕ ਇਸ ਮਸਲੇ 'ਚ ਪ੍ਰੋਪਰ ਜਾਂਚ ਹੋਈ ਹੁੰਦੀ, ਚਾਹੇ ਜੇ ਚਰਨਜੀਤ ਚੰਨੀ ਦੇ ਵਿੱਚ ਨੁਕਸ ਸੀ ਤਾਂ ਦੱਸਿਆ ਜਾਣਾ ਚਾਹੀਦਾ ਸੀ, ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਸੀ। ਜੇ ਉਹ ਚਰਨਜੀਤ ਚੰਨੀ ਨੂੰ ਇਸ ਮਸਲੇ ਦੇ ਵਿੱਚ ਲੱਗਦਾ ਸੀਗਾ ਸਰਕਾਰ ਨੂੰ ਕਿ ਨਹੀਂ ਕੋਈ ਉਸ ਰੂਪ ਦਾ ਨੁਕਸ, ਤਾਂ ਕਲੀਨ ਚਿੱਟ ਮਿਲਣੀ ਚਾਹੀਦੀ ਹੈ। ਲੇਕਿਨ ਉਸ ਮਹਿਲਾ IAS ਅਫਸਰ ਨੂੰ ਜਿਹੜਾ ਅਜੇ ਤੱਕ ਇਨਸਾਫ ਨਹੀਂ ਮਿਲਿਆ। ਔਰ ਹੁਣ ਜਿਹੜੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਰੇਖਾ ਸ਼ਰਮਾ, ਉਹਨਾਂ ਨੇ ਪੰਜਾਬ ਦੇ ਅੱਜ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਅੱਜ ਹੀ ਜਿਹੜਾ ਅਸਤੀਫਾ ਮੰਗ ਲਿਆ। ਉਹਨਾਂ ਨੇ ਕਿਹਾ ਕਿ ਮੀਟੂ ਮੁਹਿੰਮ ਜਿਹੜੀ ਚੱਲੀ ਸੀ ਉਹਦੇ ਤਹਿਤ ਅਸਤੀਫਾ ਗਾ ਜਿਹੜਾ ਇਹਨਾਂ ਨੂੰ ਦੇਣਾ ਚਾਹੀਦਾ। ਉਹਨੇ ਕਿਹਾ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਾਇਆ ਜਾਣਾ ਗਾ ਜਿਹੜਾ ਉਹ ਇਤਰਾਜ਼ਯੋਗ ਹੈ। ਉਧਰ ਬਸਪਾ ਵਾਲਿਆਂ ਨੇ ਵੀ ਅਸਤੀਫਾ ਮੰਗ ਲਿਆ ਜੀ, ਉਹ ਵੀ ਕਹਿੰਦੇ ਕਿ ਅਜਿਹੇ ਵਿਅਕਤੀ ਨੂੰ ਜਿਹੜਾ ਮੁੱਖ ਮੰਤਰੀ ਨਹੀਂ ਲਾਇਆ ਜਾਣਾ ਚਾਹੀਦਾ। ਹਾਲਾਂਕਿ ਬਸਪਾ ਹੁਣ ਤੱਕ ਜਿਹੜੀ ਉਹ ਗੱਲ ਕਰਦੀ ਰਹੀ ਹੈ ਕਿ ਦਲਿਤ ਭਾਈਚਾਰੇ ਨੂੰ ਜਿਹੜਾ ਉਹ ਅੱਗੇ ਮੰਤਰੀ ਜਿਹੜਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਲਾਇਆ ਜਾਣਾ ਚਾਹੀਦਾ ਜੀ। ਤਾਂ ਨਵਕੀਰਤ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਨੇ। ਅੱਛਾ ਜੀ, ਚਲੋ CM ਤਾਂ ਬਣ ਗਿਆ, ਜਿਹੜੀ ਹੁਣ ਰੱਦੋ ਬਦਲ ਹੋਣੀ ਆ ਉਹਦੀ ਗੱਲ ਦੱਸੋ। ਮੈਨੂੰ ਇਹ ਪਤਾ ਸੀ ਵੀ ਪਤਾ ਲੱਗਿਆ ਕਿ DG ਚਟੋਪਾਧਿਆਏ ਨੂੰ ਲਾ ਰਹੇ ਸੀ, ਪਰ ਚਟੋਪਾਧਿਆਏ ਨੂੰ ਕਿਉਂਕਿ ਪਹਿਲਾਂ ਵੀ ਲੱਗਣਾ ਸੀ, ਸੁਰੇਸ਼ ਅਰੋੜਾ ਜਾਂਦਾ ਜਾਂਦਾ ਆਪਣੇ ਮੂੰਹ ਬੋਲੇ ਭਣੋਈਏ ਨੂੰ ਲਾ ਗਿਆ, ਦਿਨਕਰ ਗੁਪਤੇ ਨੂੰ, ਕਿਉਂਕਿ ਵਿਨੀ ਮਹਾਜਨ ਉਹਨੇ ਭੈਣ ਬਣਾਈ ਹੋਈ ਹੈ, ਰੱਖੜੀ ਬਣਾਉਂਦਾ। ਤੇ ਅਰੋੜੇ ਆਉਣੀ ਤੇ ਗੁਪਤਾ ਜੀ ਪਰਿਵਾਰ ਦੇ ਕੋਲ ਲੰਮੇ ਸਮੇਂ ਤੋਂ DG ਸ਼ਿਪ ਹੈ। ਤੇ ਹੁਣ ਕਿਹੜਾ ਕੁਛ ਬਦਲਾਅ ਕੀ ਹੋ ਰਿਹਾ? ਡਿਪਟੀ CM 2 ਬਣਾ ਦਿੱਤੇ, ਜੇ ਰੰਧਾਵੇ ਉਹਨਾਂ ਨੂੰ ਦਿੰਦੇ ਨੇ ਨਾਲ ਹੀ ਗ੍ਰਹਿ ਮੰਤਰੀ ਵੀ ਡਿਪਟੀ CM ਦੇ ਨਾਲ, ਫਿਰ ਕਿਹੜੇ ਐਕਸ਼ਨ ਜਿਹੜੇ ਹੋ ਸਕਦੇ ਨੇ? ਲੋਕ ਕੀ ਸੋਚ ਰਹੇ ਨੇ? ਜੀ ਗਿੱਲ ਸਾਹਿਬ, ਦੇਖੋ ਇਹ ਵੀ ਇੱਕ ਬੜੀ ਅਹਿਮ ਗੱਲ ਹੋਊਗੀ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਦਾ ਪ੍ਰਧਾਨ ਹੈ, ਔਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਚਾਹੂਗੀ ਕਿ 2022 ਦੀ ਇਲੈਕਸ਼ਨ ਨਵਜੋਤ ਸਿੱਧੂ ਦੀ ਅਗਵਾਈ ਦੇ ਵਿੱਚ ਲੜੀ ਜਾਵੇ। ਉਹਨਾਂ ਨੇ ਇੱਕ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਬਚਾ ਕੇ ਵੀ ਰੱਖ ਲਿਆ, ਪੱਤੇ ਸਾਰੇ ਨਹੀਂ ਖੋਲਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 4.5 ਸਾਲ 'ਚ ਜੇ ਕੰਮ ਨਹੀਂ ਹੋਏ ਤਾਂ 4.5 ਮਹੀਨਿਆਂ 'ਚ ਕਿਵੇਂ ਹੋ ਜਾਣਗੇ। ਹੁਣ ਤਾਂ ਅਜਿਹੇ ਦੇ ਵਿੱਚ ਹੁਣ ਲੱਗਦਾ ਹੈ ਕਿ ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਜਾਊ, ਔਰ ਸੁਖਜਿੰਦਰ ਰੰਧਾਵਾ ਦੇ ਉੱਤੇ ਪ੍ਰੈਸ਼ਰ ਪਾਇਆ ਜਾਊ ਕਿ ਭਾਈ ਤੁਸੀਂ ਕਹਿੰਦੇ ਸੀ ਫਲਾਨੇ ਨੂੰ ਅੰਦਰ ਕਰਨਾ, ਝੌਂਕੇ ਨੂੰ ਅੰਦਰ ਕਰਨਾ, ਕਰੋ ਅੰਦਰ। ਤਾਂ ਇਹ ਹੁਣ ਵੱਡੀ ਗੱਲ ਆ ਜਿਹੜੀ ਰੰਧਾਵਾ ਸਾਹਿਬ ਦੇ ਲਈ ਬਣ ਸਕਦੀ ਹੈ ਸਿਰਦਰਦੀ ਆਉਣ ਵਾਲੇ ਦਿਨਾਂ ਦੇ ਵਿੱਚ। ਦੂਸਰਾ ਇਹ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬਹੁਤ ਸੀਨੀਅਰ ਅਫਸਰ ਸੀ ਜਿਹੜੇ ਉਹ ਲੈ ਕੇ ਆਏ ਸੀ, ਉਹ ਸਾਰੇ ਅਸਤੀਫਾ ਦੇ ਗਏ। ਸੁਰੇਸ਼ ਕੁਮਾਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਭ ਤੋਂ ਜਿਹੜੇ ਚੀਫ ਪ੍ਰਮੁੱਖ ਸਕੱਤਰ ਸੀ, ਉਹ ਆਪਣੇ ਉਹਦੇ ਤੋਂ ਅਸਤੀਫਾ ਦੇ ਗਏ। ਜਿਹੜੇ ਸਰਕਾਰੀ ਸੀਨੀਅਰ ਵਕੀਲ ਪਿਛਲੇ ਦਿਨਾਂ 'ਚ ਬਹੁਤ ਚਰਚਾ ਦਾ ਵਿਸ਼ਾ ਰਹੇ ਵੀ ਕੇਸ ਸਾਰੀ ਹਾਰ ਜਾਂਦੇ ਨੇ, ਸਮੇਧ ਸਿੰਘ ਸੈਣੀ ਦਾ ਕੇਸ ਵੀ ਸਮਾਰ ਕੇ ਲੜਿਆ ਗਿਆ, ਅਤੁਲ ਨੰਦਾ ਉਹ ਅਸਤੀਫਾ ਦੇ ਗਏ। ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਅਸਤੀਫਾ ਦੇ ਗਏ। ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਸਤੀਫਾ ਦੇ ਗਏ। ਤੇ ਚਰਨਜੀਤ ਚੰਨੀ ਨੇ ਅੱਜ ਨਵੇਂ ਅਫਸਰ ਨੇ ਜਿਹੜੇ ਉਹ ਨਿਯੁਕਤ ਵੀ ਕਰ ਲਏ ਨੇ। ਚਰਨਜੀਤ ਚੰਨੀ ਹੋਰਾਂ ਨੇ ਜਿਹੜੇ ਹੁਸਨ ਲਾਲ ਨੇ ਅੱਜ ਸੀਨੀਅਰ IAS ਅਫਸਰ ਨੇ,
ਉਹਨਾਂ ਨੂੰ ਜਿਹੜਾ ਆਪਦਾ ਪ੍ਰਿੰਸੀਪਲ ਸੈਕਟਰੀ ਆ ਜਿਹੜਾ ਉਹ ਨਿਯੁਕਤ ਕਰ ਲਿਆ ਗਿਆ। ਇਸ ਤੋਂ ਇਲਾਵਾ ਗਿੱਲ ਸਾਹਿਬ ਕੁਛ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ, 2 ਨੂੰ ਦੇਖੋ ਉਪ ਮੁੱਖ ਮੰਤਰੀ ਬਣਾ ਦਿੱਤਾ, ਸੁਖਜਿੰਦਰ ਰੰਧਾਵਾ ਨੂੰ ਬਣਾ ਦਿੱਤਾ। ਬ੍ਰਹਮਿੰਦਰਾ ਬਣਦੇ ਸੀ, ਬ੍ਰਹਮਿੰਦਰਾ ਨੂੰ ਹਰੀ ਝੰਡੀ ਮਿਲ ਗਈ ਸੀ, ਪਟਿਆਲੇ ਦੇ ਵਿੱਚ ਸਾਈਨ ਬੋਰਡ ਵੀ ਲੱਗ ਗਏ ਸੀ, ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਵੀ ਲਿਖਿਆ ਗਿਆ ਸੀ ਪਟਿਆਲੇ ਦੇ ਵਿੱਚ ਕਿ ਉਪ ਮੁੱਖ ਮੰਤਰੀ ਜੀ ਦਾ ਪਟਿਆਲਾ ਪਹੁੰਚਣ ਤੇ ਸਵਾਗਤ ਹੈ। ਪਰ ਉਹ ਸਾਰਾ ਕੁਝ ਧਰਿਆ ਧਰਿਆ ਰਹਿ ਗਿਆ, ਨਵਜੋਤ ਸਿੱਧੂ ਐਂਡ ਦੇ ਉੱਤੇ ਅੜ ਗਏ, ਕਿਉਂਕਿ ਗੱਲ ਇਹ ਅੜ ਗਈ, ਇੱਕ ਤਾਂ ਬ੍ਰਹਮਿੰਦਰਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਲੋਜ਼ ਰਹੇ ਨੇ, ਔਰ ਬ੍ਰਹਮਿੰਦਰਾ ਨੇ ਪਿਛਲੇ ਦਿਨਾਂ 'ਚ ਇੱਕ ਚਿੱਠੀ ਜਾਰੀ ਕਰਤੀ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਜਿੰਨਾ ਚਿਰ ਮਾਫੀ ਨਹੀਂ ਮੰਗਦੇ ਮੈਂ ਨਹੀਂ ਉਹਨਾਂ ਚਿਰ ਮਿਲਦਾ ਇਹਨਾਂ ਨੂੰ, ਔਰ ਬਤੌਰ ਪ੍ਰਧਾਨ ਸਾਹਿਬ ਨੇ ਸਵਾਗਤ ਕਰਤਾ ਸੀ, ਪਰ ਬ੍ਰਹਮਿੰਦਰਾ ਉਹਨਾਂ ਨੇ ਸਵਾਗਤ ਨਹੀਂ ਸੀ ਕੀਤਾ। ਜਿਹੜੀ ਚੀਜ਼ ਉਹਨਾਂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਤੱਕ ਨਹੀਂ ਪਹੁੰਚਣ ਦਿੱਤਾ, ਔਰ ਓਪੀ ਸੋਨੀ, ਭਾਵੇਂ ਓਪੀ ਸੋਨੀ ਵੀ ਹੁਣ ਤੱਕ ਜਿਹੜਾ ਕੈਪਟਨ ਖੇਮੇ ਦੇ ਗਿਣੇ ਜਾਂਦੇ ਨੇ, ਪਰ ਅੰਮ੍ਰਿਤਸਰ ਸਾਹਿਬ ਦੇ ਨੇ, ਔਰ ਉਹਨਾਂ ਨੂੰ ਜਿਹੜਾ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਤਾਂ ਹੁਣ ਕੁਛ ਦੀ ਛੁੱਟੀ ਹੋ ਸਕਦੀ ਆ, ਕਿਉਂਕਿ ਆਪਣੇ ਕੋਲ ਕੋਈ ਫੈਕਟ ਤਾਂ ਹੈ ਨਹੀਂ ਗੇ, ਕੱਲ ਵੀ ਸੂਤਰਾਂ ਦੀਆਂ ਗੱਲਾਂ ਚੱਲੀ ਗਈਆਂ, ਲੇਕਿਨ ਆਪਣਾ ਜਿਹੜਾ ਕਿਆਸ ਰਾਈ ਉਹ ਇਹ ਆ ਕਿ ਇੱਕ ਤਾਂ ਸਾਧੂ ਸਿੰਘ ਧਰਮਸੋਤ ਦੀ ਛੁੱਟੀ ਹੋ ਸਕਦੀ ਆ, ਉਹਦੇ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਇੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਭ ਤੋਂ ਨੇੜਲੇ ਨੇ ਜਿਹੜੇ ਖੇਡ ਮੰਤਰੀ ਰਾਣਾ ਸੋਢੀ, ਉਹਦੀ ਛੁੱਟੀ ਹੋਣ ਦੇ ਚਾਂਸ ਨੇ। ਉਹ ਮਾਝਾ ਬ੍ਰਿਗੇਡ ਨੂੰ ਨਵਜੋਤ ਸਿੱਧੂ ਨੂੰ ਬਹੁਤ ਰੜਕਦੇ ਨੇ, ਜੇ ਉਹ ਨਾ ਵੀ ਗਏ ਤਾਂ ਘੱਟੋ ਘੱਟ ਮੈਨੂੰ ਲੱਗਦਾ ਉਹਨਾਂ ਦੀ ਅਹੁਦਾ ਘਟਾਈ ਤਾਂ ਪੱਕੀ ਹੋ ਜਾਣੀ ਆ। ਸੋ ਇਸ ਤਰ੍ਹਾਂ ਦੇ ਕੁਝ ਚਿਹਰੇ ਨੇ ਜਿਹੜੇ ਜਾ ਸਕਦੇ ਨੇ, ਕੁਝ ਨਵੇਂ ਚਿਹਰੇ ਆ ਸਕਦੇ ਨੇ, ਕੁਲਜੀਤ ਨਾਗਰਾ ਆ ਸਕਦੇ ਨੇ, ਰਾਜੇ ਵੜਿੰਗ ਨੂੰ ਪ੍ਰਮੋਟ ਕੀਤਾ ਜਾ ਸਕਦਾ ਗਾ। ਸੋ ਕਈਆਂ ਨੂੰ ਰੱਖਣਾ ਗਾ ਜਿਹੜਾ ਉਹ ਇਹਨਾਂ ਦੀ ਸਿਰਦਰਦੀ ਹੋਊਗੀ। ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ ਰਹਿਣਗੇ, ਵਿਜੇਂਦਰ ਸਿੰਗਲਾ ਸਿੱਖਿਆ ਮੰਤਰੀ ਬਣੇ ਰਹਿਣਗੇ, ਇਹ ਕੁਝ ਚਿਹਰੇ ਨੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਰਹਿਣਗੇ। ਲੇਕਿਨ ਕੁਝ ਦੇ ਉੱਤੇ ਗਾਜ ਆ ਜਿਹੜੀ ਉਹ ਹੋਰਾਂ ਦੇ ਉੱਤੇ ਵੀ ਡਿੱਗ ਸਕਦੀ ਹੈ, ਕਈ 2-3 ਨਾਂ ਹੋਰ ਵੀ ਨੇ ਜਿਹੜੇ ਉਹ ਚਰਚਾ ਦੇ ਵਿੱਚ ਨੇ ਜੀ। ਅੱਛਾ, ਇੱਕ ਮੁਹੰਮਦ ਮੁਸਤਫਾ ਨੇ ਬੜੀ ਤੇਜ਼ੀ ਕੀਤੀ। ਖੈਰ ਮੁਹੰਮਦ ਮੁਸਤਫਾ ਨਿੱਜੀ ਤੌਰ ਤੇ ਤਾਂ ਇਸ ਲੈਵਲ ਤੇ ਨਹੀਂ ਆ ਸਕਦੇ, ਪਰ ਕਿਉਂਕਿ ਹੁਣ ਉਹ ਸਲਾਹਕਾਰ ਨੇ, ਪਹਿਲਾਂ ਝੂਟੇ ਵਧੀਆ ਜਿਹੜੇ ਨੇ ਉਹ ਅਮਰਿੰਦਰ ਉਹਨਾਂ ਦੇ ਨਾਲ ਵੀ ਲੈ ਲਏ, ਘਰ ਵਾਲੀ ਮਿਨਿਸਟਰ ਬਣਾਈ ਰੱਖੀ ਰਜ਼ੀਆ ਸੁਲਤਾਨਾ, ਤੇ ਹੁਣ ਟਵੀਟ ਬੜੇ ਕਾਇਮ ਹੋ ਕੇ ਕੀਤੇ ਉਹਨਾਂ ਨੇ, ਮਤਲਬ ਜਿਵੇਂ ਟਵੀਟ ਉਹ ਮੁਸਤਫਾ ਹੁਣੀ ਨਹੀਂ ਸਿੱਧੂ ਕਰ ਰਿਹਾ ਹੁੰਦਾ, ਇਸ ਤਰ੍ਹਾਂ ਦੇ ਸੀ। ਜੀ ਗਿੱਲ ਸਾਹਿਬ, ਕਿਉਂਕਿ ਮੁਸਤਫਾ ਹੋਰਾਂ ਹੁਣ ਤੱਕ ਜਿਹੜਾ ਉਹ ਐ ਮੰਨੇ ਜਾਂਦੇ ਸੀਗੇ ਵੀ ਇਹ ਮਤਲਬ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਚੱਲਦੇ ਨੇ, ਲੇਕਿਨ ਉਹਨਾਂ ਦੇ ਟਵੀਟ ਜਿਹੜੇ ਆਏ ਧੜਾ ਉਹਨਾਂ ਨੇ ਕਈ ਸਵਾਲ ਖੜੇ ਕਰਤੇ। ਇੱਕ ਤਾਂ ਉਹਨਾਂ ਦੇ ਦਰਦ ਆਗਾ, ਪੰਜਾਬ ਦਾ ਸਭ ਤੋਂ ਸੀਨੀਅਰ ਪੁਲਿਸ ਅਫਸਰ ਹੋਣ ਦੇ ਬਾਵਜੂਦ ਉਹਨੂੰ ਡੀਜੀਪੀ ਨਹੀਂ ਬਣਾਇਆ ਗਿਆ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਨੂੰ ਡੀਜੀਪੀ ਬਣਾਉਣ ਦੇ ਰਾਹ 'ਚ ਰੋੜਾ ਅਟਕਾਤਾ। ਔਰ ਇਹ ਗੱਲ ਆ ਜਿਹੜੀ ਮੁਹੰਮਦ ਮੁਸਤਫਾ ਨੂੰ ਬਹੁਤ ਚੁਭੀ, ਉਹ ਅਦਾਲਤ ਚਲਿਆ ਗਿਆ ਕਿ ਮੈਨੂੰ ਡੀਜੀਪੀ ਸੀਨੀਅਰ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨਹੀਂ ਬਣਾ ਰਿਹਾ। ਨਹੀਂ, ਮੋਸਟਲੀ ਜਿਹੜੇ IPS ਅਫਸਰ IAS ਅਫਸਰ ਇਹ ਸਰਕਾਰ ਦੇ ਅਗੇਂਸਟ ਕੋਰਟ ਨਹੀਂ ਜਾਂਦੇ ਹੁੰਦੇ, ਮੋਸਟਲੀ ਇਹ ਹੁੰਦਾ ਗਾ। ਲੇਕਿਨ ਮੁਹੰਮਦ ਮੁਸਤਫਾ ਜਿਹੜਾ ਉਹ ਅਦਾਲਤ ਚਲਿਆ ਗਿਆ, ਔਰ ਉਹਨੇ ਅਦਾਲਤ ਦੇ ਵਿੱਚ ਜਾ ਕੇ ਕੇਸ ਦਾਇਰ ਕੀਤਾ। ਉਸ ਤੋਂ ਬਾਅਦ ਇਹਨੂੰ ਲੱਗਦਾ ਸੀ ਕਿ ਰਿਟਾਇਰ ਹੋਣ ਤੋਂ ਪਹਿਲਾਂ ਇਹਨੂੰ ਪੰਜਾਬ ਦਾ ਮੇਨ ਡੀਜੀਪੀ ਬਣਾ ਦਿੱਤਾ ਜਾਊਗਾ। ਮੈਂ ਡੀਜੀਪੀ ਰੈਂਕ ਇਹਨੂੰ ਮਿਲਿਆ ਹੋਇਆ ਸੀ, ਲੇਕਿਨ ਇਹਨੂੰ ਡੀਜੀਪੀ ਸੀਨੀਅਰ ਹੋਣ ਦੇ ਬਾਵਜੂਦ ਨਹੀਂ ਲਾਇਆ ਗਿਆ। ਹੁਣ ਇਹਨੇ ਗਿੱਲ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਚੈਲੰਜ ਆ ਜਿਹੜਾ ਕੀਤਾ ਗਾ, ਔਰ ਮੁਹੰਮਦ ਮੁਸਤਫਾ ਹੋਰਾਂ ਨੇ ਕਿਹਾ ਇਸ ਵਕਤ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦਾ, ਉਹ ਕਹਿੰਦੇ ਗਲਤ ਕੰਮਾਂ ਦਾ ਮੇਰੇ ਕੋਲੇ ਜਿਹੜਾ ਇਹਨਾਂ ਦਾ ਸਬੂਤ ਬਹੁਤ ਨੇ, ਪਹਾੜ ਹੈ ਮੇਰੇ ਕੋਲੇ ਗਲਤ ਕੰਮਾਂ ਦੇ ਸਬੂਤਾਂ ਦਾ। ਔਰ ਉਹ ਕਹਿੰਦੇ 500 ਪੇਜ ਦੀ ਕਿਤਾਬ ਆ, ਦੱਸੋ ਕਪਤਾਨ ਸਾਹਿਬ ਕਰਦੇ ਖੋਲਦੇ ਆ। ਔਰ ਉਹਨਾਂ ਨੇ ਟਵੀਟ ਵੀ ਕੀਤਾ, ਉਹ 'ਚ ਫਿਲਮੀ ਗੀਤ ਵੀ ਪਾਇਆ ਜਿਸ ਦੇ ਨਾਲ ਉਹਨਾਂ ਨੇ ਲਿਖਿਆ ਕਿ ਰਾਜ ਤੋਂ ਰਾਜ ਰਹਿਣੇ ਦੋ ਕੈਪਟਨ ਸਰ। ਔਰ ਕੱਲ ਹੀ ਅਸਤੀਫਾ ਦੇਣ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਲਾਏ ਔਰ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਤਾਂ ਮੁਹੰਮਦ ਮੁਸਤਫਾ ਨੇ ਨਾਲ ਦੀ ਨਾਲ ਕਿਹਾ ਸੀ ਕਿ ਤੁਸੀਂ ਜਿਹੜਾ ਉਹ ਇੱਕ ਬਿਨਾਂ ਨਾਲ ਹੈ, ਇਹਨਾਂ ਨੇ ਗਿੱਲ ਸਾਹਿਬ ਉਸ ਔਰਤ ਦਾ ਜ਼ਿਕਰ ਕੀਤਾ ਸੀਗਾ ਜਿਹੜੀ ਲਗਾਤਾਰ ਰੂਸਾਲਮ ਪਾਕਿਸਤਾਨ ਤੋਂ ਪੰਜਾਬ ਆਉਂਦੀ ਰਹੀ ਹੈਗੀ, ਔਰ ਇੱਥੋਂ ਤੱਕ ਕਿਹਾ ਸੀਗਾ ਕਿ ਤੁਸੀਂ 14 ਸਾਲਾਂ ਤੋਂ ISI ਏਜੰਟ ਦੇ ਨਾਲ ਰਹਿ ਰਹੇ ਹੋ। ਔਰ ਕੈਪਟਨ ਦੀ ਮਹਿਲਾ ਦੋਸਤ ਦੇ ਹਵਾਲੇ ਦੇ ਨਾਲ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕਿਹਾ ਕਿ ਗਲਤ ਕੰਮਾਂ ਦਾ ਰਾਜ ਆ। ਦੇਖੋ ਇਹ ਗੱਲ ਗਿੱਲ ਸਾਹਿਬ ਹੁੰਦੀ ਆ, ਹੁਣ ਇਹ ਸੀਨੀਅਰ ਪੁਲਿਸ ਅਫਸਰ ਰਿਹਾ, ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਿਹਾ, ਇਹਦੀ ਪਤਨੀ ਮੰਤਰੀ ਰਹੀ ਹੈ, ਔਰ ਕਪਤਾਨ ਸਾਹਿਬ ਜੋ ਕਰਦੇ ਰਹੇ ਨੇ ਕਿਤੇ ਨਾ ਕਿਤੇ ਪੁਲਿਸ ਅਫਸਰ ਉਹਨੂੰ ਕੈਦ ਵੀ ਕਰ ਲੈਂਦੇ ਨੇ ਆਪਣੇ ਕੈਮਰਿਆਂ ਦੇ ਵਿੱਚ, ਕਿਤੇ ਨਾ ਕਿਤੇ ਉਹ ਸਾਰਾ ਤਸਵੀਰਾਂ ਸਾਰਾ ਕੁਝ ਲੈ ਵੀ ਆਉਂਦੇ ਨੇ, ਜੋ ਲੋੜ ਪੈਂਦੀ ਹੈ ਫਿਰ ਜੱਗ ਜ਼ਾਹਰ ਵੀ ਕਰ ਦਿੰਦੇ ਨੇ। ਸੋ ਇਹ ਚੀਜ਼ਾਂ ਚੱਲਦੀਆਂ ਆਈਆਂ ਨੇ ਜੀ। ਅੱਛਾ, ਇੱਕ ਇਹ ਦੱਸਿਓ ਕਿ ਨਾਲ ਹੀ ਕਿ ਵੱਡੇ ਅਖਾੜੇ ਦੇ ਮਹੰਤ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦਾ ਦੇਹਾਂਤ ਹੋਇਆ ਜੀ।
ਜੀ ਗਿੱਲ ਸਾਹਿਬ, ਇਹ ਵੀ ਕਾਫੀ ਵੱਡੀ ਖਬਰ ਇਸ ਵਕਤ ਦੀ ਜਿਹੜੀ ਮੰਨੀ ਜਾਂਦੀ ਆ, ਕਿਉਂਕਿ ਪ੍ਰਯਾਗਰਾਜ ਦੇ ਵਿੱਚ ਸਭ ਤੋਂ ਵੱਡਾ ਅਖਾੜਾ ਗਾ ਮਹੰਤਾਂ ਦਾ, ਉਹਦੇ ਸਭ ਤੋਂ ਜਿਹੜੇ ਸੀਨੀਅਰ ਮਹੰਤ ਨੇ ਉਹਨਾਂ ਦਾ ਦੇਹਾਂਤ ਹੋ ਗਿਆ ਗਾ, ਔਰ ਇਹ ਮੰਨਿਆ ਜਾਂਦਾ ਗਾ ਕਿ ਉਹਨਾਂ ਨੇ ਖੁਦਕੁਸ਼ੀ ਆ ਜਿਹੜੀ ਉਹ ਕੀਤੀ ਆ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਬਹੁਤ ਨੇੜੇ ਸੀ, ਔਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਇਹ ਮਹੰਤ ਬਹੁਤ ਨੇੜੇ ਸੀਗੇ, ਔਰ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਸੀਗੇ, ਔਰ ਇਹਨਾਂ ਦੇ ਬਿਆਨ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੇ। ਔਰ ਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਜਿਹੜੇ, ਇਹਨਾਂ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ ਹੈ, ਔਰ ਇਹਨਾਂ ਦਾ ਜਿਹੜਾ ਮੱਠ ਦੇ ਕਮਰੇ ਦੇ ਵਿੱਚ ਲਾਸ਼ ਲਟਕਦੀ ਹੋਈ ਮਿਲੀ ਹੈ। ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਨੇ, ਔਰ ਉਹਨਾਂ ਨੇ ਕਿਹਾ ਕਿ ਆਤਮ ਹੱਤਿਆ ਦਾ ਮਸਲਾ ਗਾ ਜਿਹੜਾ ਲੱਗ ਰਿਹਾ, ਭਾਵੇਂ ਫੋਰੈਂਸਿਕ ਟੀਮ ਮਿਲਾ ਲਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਸ ਗੱਲ ਦੇ ਉੱਤੇ ਜਿਹੜਾ ਉਹ ਐਕਟਿਵ ਹੋ ਗਏ ਨੇ। ਉਹਨਾਂ ਨੇ ਟਵੀਟ ਵੀ ਕੀਤਾ ਗਾ, ਉਹਨਾਂ ਨੇ ਅਫਸੋਸ ਵੀ ਜ਼ਾਹਰ ਕੀਤਾ ਮੌਤ ਦੇ ਉੱਤੇ। ਯੋਗੀ ਆਦਿੱਤਿਆਨਾਥ ਹੋਰਾਂ ਨੇ ਅਫਸੋਸ ਜ਼ਾਹਰ ਕੀਤਾ, ਔਰ ਉਹ ਵੀ ਪੂਰੀ ਜਿਹੜੀ ਇਸ ਆਪਰੇਸ਼ਨ ਹੈ, ਉਹਨਾਂ ਦੀ ਮੌਤ ਦੇ ਕਾਰਨ ਕੀ ਨੇ ਉਹਦੇ ਬਾਰੇ ਜਿਹੜੀ ਲਗਾਤਾਰ ਜਿਹੜੀ ਅਪਡੇਟ ਕਰ ਰਹੇ ਨੇ। ਔਰ ਇਹਨਾਂ ਦੀ ਮੌਤ ਦੀ ਖਬਰ ਫੈਲਣ ਤੋਂ ਬਾਅਦ ਭਗਤ ਮੱਠ ਦੇ ਵਿੱਚ ਇਕੱਠੇ ਹੋ ਗਏ ਨੇ। ਪੁਲਿਸ ਨੂੰ ਭੀੜ ਨੂੰ ਸੰਭਾਲਣ ਦੇ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ, ਔਰ ਮੱਠ ਦੇ ਅੰਦਰ ਅਜੇ ਸਿਰਫ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਤੇ ਫੋਰੈਂਸਿਕ ਟੀਮ ਹੈ। ਔਰ ਇਹਦਾ ਕਾਰਨ ਗਿੱਲ ਸਾਹਿਬ ਪਤਾ ਲੱਗਿਆ ਕਿ 7 ਪੇਜਾਂ ਦੀ ਉਹ ਖੁਦਕੁਸ਼ੀ ਨੋਟ ਆ ਜਿਹੜਾ ਉਹ ਛੱਡ ਕੇ ਗਏ ਨੇ। ਔਰ ਇਹਨਾਂ ਦੇ ਇੱਕ ਚੇਲੇ ਨੇ ਅਨੰਤ ਗਿਰੀ, ਇਹਨਾਂ ਦੇ ਚੇਲੇ ਨੇ ਆਨੰਦ ਗਿਰੀ ਦੇ ਨਾਲ ਇਹਨਾਂ ਦਾ ਕਹਿੰਦੇ ਵਿਵਾਦ ਚੱਲਦਾ ਸੀ, ਔਰ ਆਨੰਦ ਗਿਰੀ ਵੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀਗਾ ਪ੍ਰੋਪਰਟੀ ਨੂੰ ਲੈ ਕੇ, ਔਰ ਬਹੁਤ ਸਾਰੇ ਡਿਸਪਿਊਟ ਚੱਲ ਰਹੇ ਸੀਗੇ ਉੱਥੇ ਚੜਾਵੇ ਨੂੰ ਲੈ ਕੇ। ਸੋ ਇਹਦੇ ਚੋਂ ਇਹਨਾਂ ਦੇ ਚੇਲੇ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਜਿਹੜਾ ਉਹ ਬੇਨਕਾਬ ਕਰੂੰ। ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਛ ਦੋਨਾਂ ਦੇ ਵਿੱਚ ਕਸ਼ਮਕਸ਼ ਸੀਗੀ, ਜਿਹਦੇ ਚੋਂ ਇਹ ਮੇਨ ਮਹੰਤ ਨੇ ਜਿਹੜੇ ਉਹ ਖੁਦਕੁਸ਼ੀ ਕਰਕੇ ਦੱਸੇ ਜਾਂਦੇ ਨੇ। ਜੀ ਅਖੀਰ ਦੇ ਵਿੱਚ ਇਹ ਦੱਸਿਓ ਜੀ ਕਿ ਜਿਹੜੀ ਆਪਣੀ ਕਿਸਾਨ ਸੰਘਰਸ਼ ਆ ਜੀ, ਉਹਦੀ ਕੀ ਅਪਡੇਟ? ਜੀ ਗਿੱਲ ਸਾਹਿਬ, ਕਿਸਾਨ ਸੰਘਰਸ਼ ਬਹੁਤ ਵਧੀਆ ਚੱਲ ਰਿਹਾ ਜੀ। 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ, ਔਰ ਸੰਯੁਕਤ ਮੋਰਚੇ ਦਾ ਇਹ ਸੱਦਾ ਹੈ ਕਿ 27 ਸਤੰਬਰ ਨੂੰ ਪੂਰੇ ਭਾਰਤ ਦੇ ਵਿੱਚ ਸਾਰੀਆਂ ਸੜਕਾਂ, ਸਾਰੀਆਂ ਰੇਲਾਂ, ਹਰ ਤਰ੍ਹਾਂ ਦਾ ਜਿਹੜਾ ਸਾਧਨ ਹੈਗੇ ਉਹ ਬੰਦ ਕੀਤੇ ਜਾਣਗੇ। ਦੁਕਾਨਾਂ ਵਗੈਰਾ, ਬਾਜ਼ਾਰ ਵਗੈਰਾ ਸਾਰੇ ਬੰਦ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਆ। ਉਧਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਗਿੱਲ ਸਾਹਿਬ। ਉਹਨਾਂ ਨੇ ਕਈ ਜਿਹੜੇ ਇਲਜ਼ਾਮ ਨੇ ਕਿਸਾਨਾਂ ਦੇ ਉੱਤੇ ਲਾਏ ਨੇ। ਉਹ ਕਹਿੰਦੇ ਵੀ ਪਿਛਲੇ 17 ਸਤੰਬਰ ਨੂੰ ਜਦੋਂ ਸਾਡਾ ਦਿੱਲੀ ਦੇ ਵਿੱਚ ਇਕੱਠ ਸੀ, ਅਸੀਂ ਦਿੱਲੀ 'ਚ ਪ੍ਰੋਟੈਸਟ ਕਰਨ ਜਾ ਰਹੇ ਸੀ, ਤਾਂ ਆਉਂਦਿਆਂ ਵੀ ਜਾਂਦਿਆਂ ਵੀ ਸਾਡੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਨੂੰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਤੇ ਕੁਝ ਕਿਸਾਨਾਂ ਨੇ ਜਿਹੜਾ ਘੇਰ ਕੇ ਜਲੀਲ ਕੀਤਾ, ਕੁੱਟਿਆ ਵੀ। ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਕੁੱਟਣ ਵਾਲੀਆਂ ਜਾਂ ਗਿੱਲ ਸਾਹਿਬ ਹੋਰ ਚੀਜ਼ਾਂ ਤਾਂ ਨਹੀਂ ਸਾਹਮਣੇ ਆਈਆਂ। ਦੇਖੋ ਇੰਨਾ ਕੁ ਜ਼ਰੂਰ ਸਾਹਮਣੇ ਆ ਰਿਹਾ, ਉਹ ਵੀ ਕਿਸੇ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਨਹੀਂ ਹੈਗੇ। ਵੈਸੇ ਹੀ ਗੁੱਸੇ ਦੇ ਵਿੱਚ ਜਿਹੜੇ ਕੁਝ ਨੌਜਵਾਨ ਨੇ ਉਹ ਇਹ ਕਹਿ ਰਹੇ ਨੇ ਕਿ ਲਾਹਣਤਾ ਤੁਸੀਂ ਜਿਹੜਾ ਉਹ ਜਾ ਰਹੇ ਹੋ ਧਰਨਿਆਂ ਦੇ ਉੱਤੇ ਅਕਾਲੀ ਦਲ ਦੇ ਨਾਲ। ਤਾਂ ਇਹ ਕੁਝ ਸਵਾਲ ਜਿਹੜੇ ਇਦਾਂ ਦੇ ਜ਼ਰੂਰ ਉੱਠਦੇ ਨੇ। ਉਹਦੇ ਤੇ ਪ੍ਰੈਸ ਕਾਨਫਰੰਸ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਦਲਜੀਤ ਚੀਮਾ, ਔਰ ਇਹਨਾਂ ਨੇ ਉਹ ਵਿਅਕਤੀ ਵੀ ਲਿਆਂਦੇ ਜਿਹੜੇ ਕਹਿੰਦੇ ਕਿ ਸਾਡੇ ਨਾਲ ਜਿਹੜਾ ਧੱਕੇਸ਼ਾਹੀ ਆ ਉਹ ਬਾਰਡਰਾਂ ਦੇ ਉੱਤੇ ਹੋਈ। ਅਸੀਂ ਦਿੱਲੀ ਅਕਾਲੀ ਦਲ ਦੇ ਪ੍ਰੋਟੈਸਟ ਦੇ ਵਿੱਚ ਜਾ ਰਹੇ ਸੀ, ਔਰ ਉਹਨਾਂ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਇਹਦੇ ਤੇ ਜਿਹੜੇ ਤੁਸੀਂ ਆਪਦੀ ਕਾਰਵਾਈ ਆ ਉਹ ਕਰੋ। ਉਂਝ ਕਿਸਾਨ ਸੰਘਰਸ਼ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਜੀ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਅੱਜ ਐਲਾਨ ਕੀਤਾ ਕਿ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਮਿਲਣ ਜਾਣਗੇ ਔਰ ਕਿਸਾਨ ਸੰਘਰਸ਼ 'ਚ ਸ਼ਾਮਲ ਹੋਣਗੇ। ਜੀ ਧੰਨਵਾਦ ਜੀ, ਕੱਲ ਸਵੇਰੇ ਗੱਲ ਕਰਦੇ ਹਾਂ ਫਿਰ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਅੱਜ ਤਾਂ ਫਿਰ ਪੂਰਾ ਇਲੈਕਸ਼ਨ ਦਾ ਦਿਨ ਗਿੱਲ ਸਾਹਿਬ ਚੱਲ ਰਿਹਾ ਹੋਊਗਾ। ਹਾਂ, ਬਸ ਹੁਣ ਤੋਂ ਸ਼ੁਰੂ ਹੈ ਤੇ ਰਾਤ ਨੂੰ ਫਿਰ ਜਦ ਰਿਜ਼ਲਟਸ ਆਉਣੇ ਸ਼ੁਰੂ ਹੋਣੇ ਨੇ 7 ਵਜੇ ਫਿਰ ਲਾਈਵ ਪ੍ਰਸਾਰਨ ਆਪਣੇ ਰੇਡੀਓ ਤੋਂ ਹੋਏਗਾ। 7 ਤੋਂ 10-11 ਵਜੇ ਤੱਕ ਸਾਰੇ ਹੋਸਟ ਇਸ ਦੇ ਵਿੱਚ ਹਿੱਸਾ ਲੈਣਗੇ ਤੇ ਨਾਲ ਤੁਹਾਨੂੰ ਦੱਸਦੇ ਰਹਿਣਾ, ਫਿਰ ਤੁਸੀਂ ਉੱਠ ਖੜਨਾ ਜਾਣੂ। ਜੀ ਗਿੱਲ ਸਾਹਿਬ, ਆਪਣੇ ਵੀ ਇੱਥੇ ਪੂਰੇ ਪੰਜਾਬ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਜੀ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਵੀ ਫਿਰ ਬਹੁਤ ਸਾਰੇ ਲੋਕ ਨੇ ਜਿਹੜੇ ਅਰਦਾਸ ਕਰਦੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਫਲਾਨੀ ਸਰਕਾਰ ਆ ਜੇ, ਬਾਹਰ ਜਾਣ ਦੀ ਜਿਹੜੀ ਖੁੱਲ੍ਹ ਮਿਲ ਸਕਦੀ ਆ। ਸੋ ਇਹ ਕਾਫੀ ਗੱਲਾਂ ਚੱਲਦੀਆਂ ਪੰਜਾਬ 'ਚ ਵੀ। ਜੀ ਧੰਨਵਾਦ ਬਹੁਤ ਬਹੁਤ। ਹੁਣ ਅਮਨ ਖਹਿਰਾ ਜੀ CWC ਤੋਂ ਗੱਲਬਾਤ ਕਰਨਗੇ ਕਿ ਸਾਡੇ ਮਾਪਿਆਂ ਦੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਤੇ ਇਸ ਦੀ ਕ੍ਰਾਈਟੇਰੀਆ ਕੀ ਹੈ। ਅਮਨ ਖਹਿਰਾ ਜੀ, ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਧੰਨਵਾਦ ਜੀ। ਤੇ ਇਹ ਜਿਹੜੀ ਗਿਣਤੀ ਸਰਕਾਰ ਪਹਿਲੀ
ਹੁਣ ਅੱਜ ਪਤਾ ਨਹੀਂ ਕਿਹੜੀ ਬਣਨੀ ਹੈ, ਉਹ ਦੱਸ ਕੇ ਗਈ ਹੈ ਕਿ 30,000 ਨਵੀਆਂ ਐਪਲੀਕੇਸ਼ਨਾਂ ਲਵਾਂਗੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀਆਂ। ਉਹ ਐਪਲੀਕੇਸ਼ਨਸ ਕਿਵੇਂ ਲੈਣਗੇ ਜੀ? ਇਹ ਕੀ ਉਹਦਾ ਪ੍ਰੋਸੀਜਰ ਹੈ? ਜੀ ਬਿਲਕੁਲ ਬਾਈ ਜੀ, ਸਰਕਾਰ ਨੇ ਜਿਹੜੀ ਲੋਟਰੀ ਸਿਸਟਮ ਦੇ ਰਾਹੀਂ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਹੈ, ਸਾਲ 2021 ਦੀ ਜਿਹੜੀ ਐਪਲੀਕੇਸ਼ਨ ਸੀ ਉਹ 30,000 ਐਪਲੀਕੇਸ਼ਨ ਦਾ ਡਰਾਅ ਕੱਢਣਾ ਸ਼ੁਰੂ ਕਰਤਾ। ਔਰ ਜਿਹੜੇ ਵੀ ਤੁਹਾਡੇ ਲਿਸਨਰਸ ਹੈ ਜਿਨ੍ਹਾਂ ਨੇ ਐਪਲੀਕੇਸ਼ਨ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਪਾਈ ਸੀ ਔਰ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਜਨਵਰੀ ਮਹੀਨੇ ਦੇ ਵਿੱਚ, ਬਿਗਨਿੰਗ ਆਫ ਜਨਵਰੀ ਨਹੀਂ ਹੋ ਸਕੀ, ਸੇਮ ਪੂਲ ਦੇ ਵਿੱਚੋਂ ਹੀ ਸਰਕਾਰ 30,000 ਹੋਰ ਐਪਲੀਕੇਸ਼ਨਾਂ ਕੱਢਣ ਜਾ ਰਹੀ ਹੈ। ਤਾਂ ਉਹਨਾਂ ਨੂੰ ਜਿਹੜੀਆਂ ਈਮੇਲਸ ਦੇ ਰਾਹੀਂ ਜਾਂ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਈਮੇਲ ਦੇ ਰਾਹੀਂ ਜਿਹੜੀ ਸਰਕਾਰ ਵੱਲੋਂ ਜਿਹੜੀ ਰਿਜ਼ਲਟਸ ਨੇ ਉਹ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਵਿਅਕਤੀ ਦੀ ਈਮੇਲ ਜਦੋਂ ਤੁਸੀਂ ਐਪਲੀਕੇਸ਼ਨ ਭਰੀ ਸੀ ਦਿੱਤੀ ਹੋਈ ਸੀ, ਉਸ ਈਮੇਲ ਦੇ ਉੱਤੇ ਇਹ ਰਿਜ਼ਲਟਸ ਆਉਣਗੇ। ਔਰ ਪਲੀਜ਼ ਲਿਸਨਰਸ ਨੂੰ ਇਹ ਵੀ ਬੇਨਤੀ ਹੈ ਵੀ ਉਹ ਇਨਬਾਕਸ ਦੀ ਬਜਾਏ ਜਿਹੜਾ ਸਪੈਮ ਈਮੇਲ ਹੈ ਉਹਦੇ ਵਿੱਚ ਵੀ ਜਾ ਕੇ ਚੈੱਕ ਕਰ ਲੈਣ। ਕਈ ਵਾਰ ਉਹ ਈਮੇਲ ਗਲਤੀ ਨਾਲ ਸਪੈਮ 'ਚ ਚਲੀ ਜਾਂਦੀ ਹੈ। ਔਰ ਸਰਕਾਰ ਨੇ ਸਿਰਫ 60 ਦਿਨ ਦਿੱਤੇ ਨੇ, 60 ਦਿਨਾਂ ਦੇ ਵਿੱਚ ਤੁਸੀਂ ਕੰਪਲੀਟ ਉਹਨਾਂ ਦੀ ਫਾਰਮਲ ਐਪਲੀਕੇਸ਼ਨ ਨੂੰ ਦੁਬਾਰਾ ਫਾਈਲ ਕਰਨਾ ਜਦੋਂ ਵੀ ਤੁਹਾਨੂੰ ਲੈਟਰ ਆਫ ਇਨਵੀਟੇਸ਼ਨ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਤੇ ਜਿਹੜੇ ਕੁਝ ਵੇਟਿੰਗ ਦੇ ਵਿੱਚ ਨੇ ਜਿਨ੍ਹਾਂ ਦੇ ਡਰਾ 'ਚ ਨਾਂ ਨਹੀਂ ਆਏ ਜੀ, ਉਹ ਆ ਸਕਦੇ ਆ ਕਿਤੇ? ਸਰਕਾਰ ਜਿਹੜਾ ਭਾਈ ਜੀ ਉਹ ਤਾਂ ਬਦਲਵਾਂ ਜਿਹੜਾ ਸੋਲੂਸ਼ਨ ਹੈ ਜਾਂ ਆਲਟਰਨੇਟ ਸੋਲੂਸ਼ਨ ਹੈ ਉਹ ਦੇ ਰਹੀ ਹੈ ਸੁਪਰ ਵੀਜ਼ਾ। ਪਰ ਸੁਪਰ ਵੀਜ਼ਾ ਇੱਕ ਬਹੁਤ ਐਕਸਪੈਂਸਿਵ ਪ੍ਰੋਸੈਸ ਹੈ ਜਦੋਂ ਤੁਸੀਂ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਦੇ ਹੋ। ਬਹੁਤ ਸਾਰੇ ਜਿਹੜੇ ਸਪਾਂਸਰ ਨੇ, ਕਿਉਂਕਿ ਕੈਨੇਡਾ ਦੇ ਵਿੱਚ ਮਹਿੰਗਾਈ ਵੀ ਬਹੁਤ ਵੱਧ ਗਈ ਹੈ ਔਰ ਜਿਹੜੇ ਲਿਵਿੰਗ ਸਟੈਂਡਰਡ ਨੇ ਲੋਕਾਂ ਦੇ ਉਹ ਵੀ ਵਧੇ ਹੋਏ ਨੇ, ਜਿਹਦੇ ਕਰਕੇ ਜਿਹੜੇ ਜਦੋਂ ਇੰਸ਼ੋਰੈਂਸ ਦਾ ਵੀ ਉਹਨਾਂ ਤੇ ਬੋਝ ਪੈਂਦਾ ਤਾਂ ਬਹੁਤ ਇਹੋ ਜਿਹੇ ਪਰਿਵਾਰ ਨੇ ਜਿਹੜੇ ਸੁਪਰ ਵੀਜ਼ਾ ਨੂੰ ਅਫੋਰਡ ਨਹੀਂ ਕਰ ਪਾਉਂਦੇ, ਬਿਕੋਜ਼ ਉਹਦੀ ਜਿਹੜੀ ਇੰਸ਼ੋਰੈਂਸ ਦੀ ਪ੍ਰੀਮੀਅਮ ਹੈ, ਖਾਸ ਕਰਕੇ ਜੇ ਪੇਰੈਂਟਸ ਏਜਡ ਨੇ ਜਾਂ ਉਹਨਾਂ ਦੀ ਕੋਈ ਪ੍ਰੀ ਮੈਡੀਕਲ ਕੰਡੀਸ਼ਨ ਹੈ ਕੋਈ ਐਗਜ਼ਿਸਟ ਕਰਦੀ ਹੈ, ਜਿਹਦੇ ਕਰਕੇ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਹੈ ਬਹੁਤ ਵੱਧ ਜਾਂਦਾ। ਸੁਪਰ ਵੀਜ਼ਾ ਦੀ ਸਭ ਤੋਂ ਵੱਡੀ ਜਿਹੜੀ ਕੰਡੀਸ਼ਨ ਹੈ ਉਹ ਇਹੀ ਹੈ ਵੀ ਘੱਟੋ ਘੱਟ 1 ਸਾਲ ਦਾ ਜਿਹੜਾ ਸੁਪਰ ਵੀਜ਼ਾ ਦਾ ਇੰਸ਼ੋਰੈਂਸ ਹੈ ਤੁਹਾਨੂੰ ਬਾਏ ਕਰਨਾ ਪੈਂਦਾ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਉਂਦੇ ਹੋ। ਸਰਕਾਰ ਨੇ ਇਹ ਰੂਪ ਦਿੱਤਾ। ਦੂਸਰਾ ਆਪਸ਼ਨ ਦਿੱਤਾ ਜਿਹੜਾ ਮਿਨਿਸਟਰ ਡੈਲੀਗੇਟ ਨੇ, ਜਿਹਦੇ ਵਿੱਚ ਜਿਹੜੇ ਪੇਰੈਂਟਸ ਪਿੱਛੇ ਇਕੱਲੇ ਰਹਿ ਗਏ, ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਔਰ ਉਹਨਾਂ ਨੂੰ ਕੋਈ ਆਲਟਰਨੇਟ ਹੋਰ ਆਪਸ਼ਨ ਨਹੀਂ ਹੈ ਵੀ ਉਹ ਕੈਨੇਡਾ ਦੇ ਵਿੱਚ ਆਉਣ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਹੋਰ ਸੋਲੂਸ਼ਨ ਨਹੀਂ ਹੈ। ਉਹਨਾਂ ਲਈ ਤੁਸੀਂ ਤਰਸ ਦੇ ਆਧਾਰ ਤੇ ਐਪਲੀਕੇਸ਼ਨ ਕਰ ਸਕਦੇ ਹੋ ਧਾਰਾ 25 ਦੇ ਅੰਦਰ, ਔਰ ਜਿਹਦੇ ਵਿੱਚ ਕਈ ਫੈਕਟਰਸ ਨੇ ਜਿਹੜੇ ਸਰਕਾਰ ਦੇਖਦੀ ਹੈ ਜਦੋਂ ਤੁਹਾਨੂੰ ਅਲਾਉ ਕਰਦੀ ਹੈ। ਸੋ ਉਹਦੇ 'ਚ ਕੋਈ ਗਿਵਨ ਸੈਟ ਆਫ ਰੂਲਸ ਨਹੀਂ ਹੈ, ਉਹਦੇ ਵਿੱਚ ਸਿਰਫ ਫੈਕਟਰਸ ਨੇ ਜਿਹਦੇ ਤੇ ਅਸੈਸ ਕੀਤਾ ਜਾਂਦਾ। ਜੇ ਮਿਨਿਸਟਰ ਡੈਲੀਗੇਟ ਨੂੰ ਇਹ ਲੱਗਦਾ ਵੀ ਤੁਹਾਡੀ ਐਪਲੀਕੇਸ਼ਨ ਤਰਸ ਦੇ ਆਧਾਰ ਤੇ ਮਨਜ਼ੂਰ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਇੱਕ ਵਨ ਆਫ ਦਾ ਫੈਕਟਰਸ ਹੈ ਜਿਹਨੇ ਵਿਅਕਤੀਆਂ ਨੇ ਫੇਲ ਅਟੈਂਪਟਸ ਹੋ ਚੁੱਕੀਆਂ ਨੇ, ਕਾਫੀ ਦਫਾ ਉਹ ਐਪਲੀਕੇਸ਼ਨ ਪਾ ਚੁੱਕੇ ਨੇ, ਪੇਰੈਂਟਸ ਉਹਨਾਂ ਦੇ ਇਕੱਲੇ ਰਹਿ ਗਏ, ਉਹਨਾਂ ਨੂੰ ਕੈਨੇਡਾ ਬੁਲਾਇਆ ਨਹੀਂ ਜਾ ਸਕਦਾ ਪਰਮਾਨੈਂਟ ਤੌਰ ਤੇ ਕਿਸੇ ਵੀ ਹੋਰ ਤਰੀਕੇ ਨਾਲ, ਤਾਂ ਫਿਰ ਉਹਨਾਂ ਕੋਲੇ ਸੋਲੂਸ਼ਨ ਜ਼ਰੂਰ ਬਚਦਾ ਹੈਗਾ ਜੀ। ਖਹਿਰਾ ਸਾਹਿਬ ਉਹ ਕਹਿੰਦੇ ਆ ਨਾ ਵੀ ਬੱਸ 'ਚ ਜਿਹੜੀਆਂ ਪਹਿਲੀਆਂ ਬੈਠੀਆਂ ਸਵਾਰੀਆਂ ਨੇ ਉਹਨਾਂ ਨੂੰ ਤਾਂ ਤਣ ਪੱਤਣ ਲਾਓ ਤੇ ਦੂਜੀਆਂ ਚੜਾਈ ਜਾਂਦੇ ਹੋ। ਹੁਣ ਜਿਹੜੇ ਇੱਥੇ ਉਸ ਆਸ 'ਚ ਆਏ ਬੈਠੇ ਹਜ਼ਾਰਾਂ ਹੀ ਸਾਡੇ ਬਜ਼ੁਰਗ ਨੇ ਸੁਪਰ ਵੀਜ਼ਾ ਦੇ ਵਿੱਚ ਜਿਹੜੇ ਰੁਲ ਰਹੇ ਨੇ, ਜਿਨ੍ਹਾਂ ਦੇ ਰੋਲ ਇਨ ਦਾ ਸੈਂਸ ਨਾ ਤਾਂ ਉਹਨਾਂ ਕੋਲ ਮੈਡੀਕਲ ਹੈ ਨਾ ਕੋਈ ਇਮੀਗ੍ਰੇਸ਼ਨ ਦੀ ਲਾਈਨ 'ਚ ਨੇ, ਉਹ ਜਵਾਕ ਆਉਂਦੇ ਨੇ ਉਹਨਾਂ ਵੱਲ ਝਾਕਦੇ ਨੇ, ਉਹ ਬੈਠੇ ਨੇ ਤੇ ਉਹਨਾਂ ਦਾ ਕੋਈ ਹੀਲਾ ਨਹੀਂ ਹੈ 30,000 ਐਪਲੀਕੇਸ਼ਨ 'ਚ। ਜੀ ਬਿਲਕੁਲ ਬਾਈ ਜੀ, ਸਰਕਾਰ ਜਿਵੇਂ ਹੁਣ 30,000 ਐਪਲੀਕੇਸ਼ਨਾਂ ਲੈਣ ਜਾ ਰਹੀ ਹੈ, 30,000 ਐਪਲੀਕੇਸ਼ਨ ਤੋਂ ਪਿਕ ਕਰ ਲੈਣਗੇ। ਈਵਨ ਦੋ ਜਿਵੇਂ ਤੁਸੀਂ ਜਿਹੜਾ ਮੁੱਦਾ ਹੈ ਤੁਹਾਡਾ ਬੜਾ ਬਿਲਕੁਲ ਜਾਇਜ਼ ਮੁੱਦਾ ਵੀ ਜਿਹੜੇ ਪੇਰੈਂਟਸ ਆਲਰੇਡੀ ਸੁਪਰ ਵੀਜ਼ਾ ਤੇ ਆਉਂਦੇ ਨੇ ਇੱਥੇ ਉਹਨਾਂ ਨੂੰ ਪ੍ਰੋਲੋਂਗ ਸਟੇ ਹੋ ਗਈ। ਸਰਕਾਰ ਇਹ ਕਹਿੰਦੀ ਹੈ ਵੀ ਜੇ ਉਹਨਾਂ ਦੇ ਕੈਨੇਡਾ ਦੇ ਵਿੱਚ ਟਾਈਜ਼ ਵੱਧ ਗਈਆਂ ਨੇ ਤੇ ਪ੍ਰੋਲੋਂਗ ਸਟੇ ਹੋ ਗਈ, ਪਿੱਛੇ ਉਹਨਾਂ ਦਾ ਕੁਝ ਰਿਹਾ ਨਹੀਂ ਜਾਣ ਲਈ, ਤਾਂ ਫਿਰ ਉਹਨਾਂ ਨੇ ਜਿਵੇਂ ਮੈਂ ਕਿਹਾ ਸੀ, ਜ਼ਿਕਰ ਕੀਤਾ ਸੀ ਵੀ ਉਹਨਾਂ ਨੇ ਇੱਕ ਤਰਸ ਦੇ ਆਧਾਰ ਤੇ ਲਾਈਨ ਖਿੱਚੀ ਹੋਈ ਹੈ ਜਿਹਦੇ 'ਚ ਤੁਸੀਂ ਆਪਣੀ ਕੇਸ ਨੂੰ ਅਸੈਸ ਕਰਾ ਸਕਦੇ ਹੋ। ਬਟ ਈਵਨ ਜਿਹੜੇ ਐਪਲੀਕੇਸ਼ਨਾਂ ਹੁਣ ਸਰਕਾਰ ਪਿਕ ਕਰਨ ਜਾ ਰਹੀ ਹੈ, ਸਰਕਾਰ ਨੇ ਲੋਟਰੀ ਸਿਸਟਮ ਇਸ ਲਈ ਚਲਾਇਆ ਸੀ ਵੀ ਤੁਹਾਡੇ ਕੇਸਾਂ ਦਾ ਜਿਹੜਾ ਫੈਸਲਾ ਹੈ ਉਹ ਬਜਾਏ 5 ਜਾਂ 6 ਸਾਲ ਦੀ ਬਜਾਏ ਅਸੀਂ 1 ਸਾਲ 'ਚ ਕਰਾਂਗੇ।
ਪਰ ਹੁੰਦਾ ਕੀ ਹੈ, ਜਦੋਂ ਸਰਕਾਰ ਡਿਸਾਈਡ ਕਰਦੀ ਹੈ, ਇੱਕ ਟਾਰਗੇਟ ਡਿਸਾਈਡ ਕਰਦੀ ਹੈ ਵੀ ਅਸੀਂ 4 ਲੱਖ ਵਿਅਕਤੀ ਜਿਹੜੇ ਲੈ ਕੇ ਆਉਣੇ ਨੇ, ਉਹਦੇ ਵਿੱਚੋਂ 40% ਜਿਹੜੇ ਨੇ ਨਾਨ ਇਕਨੋਮਿਕ ਕੈਟਾਗਰੀ ਦੇ ਹੋਣਗੇ, ਜਿਹਦੇ ਚ ਪੇਰੈਂਟ ਗ੍ਰੈਂਡ ਪੇਰੈਂਟ ਦੀ ਐਪਲੀਕੇਸ਼ਨ ਆ ਜਾਂਦੀਆਂ ਨੇ। ਉਹਨਾਂ ਦੇ ਵਿੱਚ ਵੀ ਜਿਹੜਾ ਕੁੱਲ ਜਿਹੜਾ ਕੋਟਾ ਰੱਖਿਆ ਜਾਂਦਾ ਹੈ, ਉਹ ਤਕਰੀਬਨ 15 ਤੋਂ 16 ਹਜ਼ਾਰ ਵਿਅਕਤੀਆਂ ਦਾ ਰੱਖਿਆ ਜਾਂਦਾ ਹੈ। ਸੋ ਜਿੰਨਿਆਂ ਨੂੰ ਸਪਾਂਸਰਸ਼ਿਪ ਦੇ ਰਹੀ ਹੈ ਸਰਕਾਰ, ਉਹ ਤੋਂ ਅੱਧ ਦਾ ਕੋਟਾ ਰੱਖਿਆ ਹੋਇਆ। ਸੋ ਇਟ ਮੀਨ ਜਿਹੜਾ ਬੈਕਲੌਗ ਹੈ ਉਹਨੇ ਹਰ ਸਾਲ ਵੱਧਦੇ ਜਾਣਾ। ਸੋ ਇਹ ਵੀ ਕੋਈ ਸੋਲੂਸ਼ਨ ਨਹੀਂ ਹੈ। ਸੋ ਇਹਦੇ ਨੂੰ ਤਾਂ ਬਹੁਤ ਵਧੀਆ ਆਪਸ਼ਨ ਸੀ, ਜਿਵੇਂ ਪਹਿਲਾਂ ਫਸਟ ਕਮ ਫਸਟ ਸਰਵ ਹੁੰਦਾ ਸੀ, ਜਿਹੜੀ ਕਿ ਕੰਜ਼ਰਵੇਟਿਵ ਸਰਕਾਰ ਨੇ ਪ੍ਰੋਗਰਾਮ ਤੇ ਮੋਰਟੋਰੀਅਮ ਲਾ ਕੇ ਦੁਬਾਰਾ ਲਾਂਚ ਕੀਤਾ ਤੇ ਸਿਰਫ 5000 ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ। ਤੇ ਉਹਦੇ ਨੂੰ ਵਧੀਆ ਤਾਂ ਉਹ ਸਿਸਟਮ ਹੁੰਦਾ ਸੀ, ਜਿਹੜਾ ਪੁਰਾਣਾ ਸਿਸਟਮ ਸੀ ਵੀ ਜਿਹੜਾ ਵੀ ਇਮੀਗ੍ਰੈਂਟ ਬਣ ਗਿਆ, ਜੇ ਉਹ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦਾ ਤਾਂ ਬੁਲਾ ਲੇ। ਸਮਾਂ ਜ਼ਰੂਰ ਲੱਗਦਾ ਸੀ, ਪਰ ਚਾਂਸ ਹਰੇਕ ਨੂੰ ਮਿਲਦਾ ਸੀ। ਓਬਲੀਗੇਸ਼ਨ ਕੀ ਹੋਣੀ ਆ ਜੀ ਹੁਣ ਅਪਲਾਈ ਕਰਨ ਲਈ ਮਾਪਿਆਂ ਦੀ ਇਹਦੇ ਚ, ਇਸ 30,000 ਐਪਲੀਕੇਸ਼ਨ ਲਈ? ਓਬਲੀਗੇਸ਼ਨ ਬਾਈ ਜੀ, ਜਿਹੜੀ ਸਰਕਾਰ ਪਿਛਲੀ ਸੀਗੀ ਕੰਜ਼ਰਵੇਟਿਵ ਦੀ, ਉਹਨਾਂ ਨੇ ਇਹ ਓਬਲੀਗੇਸ਼ਨ ਨੂੰ ਵਧਾ ਦਿੱਤਾ ਸੀਗੇ। 10 ਸਾਲ ਵੀ ਇੱਕ ਬੜਾ ਲੰਬਾ ਸਮਾਂ ਹੁੰਦਾ ਸੀ। ਜਦੋਂ ਕੋਈ ਸਪਾਂਸਰ ਕੈਨੇਡਾ ਦੇ ਵਿੱਚ ਉਹਨਾਂ ਦੇ ਪੇਰੈਂਟਸ ਜਾਂ ਡਿਪੈਂਡੈਂਟ ਦਾਖਲ ਹੁੰਦੇ ਸੀ ਤਾਂ 10 ਸਾਲ ਲਈ ਉਹਨਾਂ ਦੀ ਓਬਲੀਗੇਸ਼ਨ ਐਗਜ਼ਿਸਟ ਕਰਦੀ ਸੀ, ਅੰਡਰਟੇਕਿੰਗ ਦਾ ਪੀਰੀਅਡ ਸੀ ਐਗਜ਼ਿਸਟ ਕਰਦਾ ਸੀ। ਪਰ ਹੁਣ ਉਹ 20 ਸਾਲ ਹੋ ਗਿਆ, ਡਬਲ ਹੋ ਗਿਆ। ਸੋ ਕਿਸੇ ਕਿਸਮ ਦਾ ਬੈਨੀਫਿਟ ਲੈਂਦੇ ਆ, ਸਪੈਸ਼ਲ ਬੈਨੀਫਿਟ, ਤਾਂ ਜਿਹੜਾ ਸਪਾਂਸਰ ਹੈ ਉਹ ਓਬਲੀਗੇਟਡ ਹੈ ਵੀ ਸਰਕਾਰ ਨੂੰ ਪੈਸੇ ਵਾਪਸ ਕਰੇ, ਅਦਰਵਾਈਜ਼ ਉਹ ਡਿਫਾਲਟ ਤੇ ਆ ਜਾਊਗਾ, ਫਿਊਚਰ ਸਪਾਂਸਰਸ਼ਿਪ ਦੇ ਡਿਫਾਲਟ ਤੇ ਆ ਜਾਊਗਾ। ਕਦੇ ਉਹ ਕਿਸੇ ਵਿਅਕਤੀ ਨੂੰ ਸਪਾਂਸਰਸ਼ਿਪ ਜਿਹੜੀ ਹੈ ਉਹ ਨਹੀਂ ਦੇ ਪਾਊਗਾ ਜੇ ਉਹਨਾਂ ਦੇ ਜਿਹੜੇ ਆਉਣ ਵਾਲੇ ਪੇਰੈਂਟਸ ਨੇ ਜਾਂ ਡਿਪੈਂਡੈਂਟ ਚਾਈਲਡ ਨੇ ਉਹ ਅੰਡਰਟੇਕਿੰਗ ਨੂੰ ਡਿਫਾਲਟ ਕਰ ਜਾਂਦੇ ਨੇ। ਤੇ ਜਿਹੜਾ ਰਿਕੁਆਇਰਮੈਂਟ ਕ੍ਰਾਈਟੇਰੀਆ ਐਲੀਜੀਬਿਲਟੀ ਦਾ, ਉਹਦੇ ਚ ਕੀ ਆ ਜੀ ਹੁਣ? ਜੀ ਬਿਲਕੁਲ, ਸਭ ਤੋਂ ਇੰਪੋਰਟੈਂਟ ਤਾਂ ਇਨਕਮ ਦਾ ਕ੍ਰਾਈਟੇਰੀਆ ਰੱਖਿਆ ਗਿਆ। ਪਿਛਲੇ 3 ਸਾਲ ਦੀ ਇਨਕਮ ਜਿਹੜੀ ਹੈ ਸਪਾਂਸਰ ਦੀ ਦੇਖੀ ਜਾਏਗੀ। ਇਹਦੇ ਵਿੱਚ ਮੈਂ ਗਿੱਲ ਸਾਹਿਬ ਇਹ ਵੀ ਐਡ ਕਰਨਾ ਚਾਹੂੰਗਾ, ਕਈ ਵਿਅਕਤੀਆਂ ਨੇ ਐਪਲੀਕੇਸ਼ਨ ਦਾਇਰ ਕਰਤੀ ਵਿਦਆਊਟ ਨੋਇੰਗ ਵੀ ਉਹਨਾਂ ਦੀ ਇਨਕਮ ਜਿਹੜੀ ਉਹ ਮੀਟ ਨਹੀਂ ਕਰਦੇ। ਉਹ ਵੀ ਸਟੈਪ ਬੈਕ ਨਾ ਕਰਨ, ਜੇ ਉਹਨਾਂ ਦੀ ਇਨਵੀਟੇਸ਼ਨ ਆ ਗਈ ਹੈ, ਰਾਈਟ ਆਫ ਅਪੀਲ ਹਾਸਲ ਕਰਨ, ਉਸ ਤੋਂ ਬਾਅਦ ਇਨਕਮ ਦੀ ਜਿਹੜੀ ਨਾਨ ਕੰਪਲਾਇੰਸ ਹੈ ਉਹਨੂੰ ਚੈਲੰਜ ਕਰਨ ਕੋਰਟ ਦੇ ਵਿੱਚ ਜਾ ਕੇ। ਉਹਨਾਂ ਦੇ ਬਹੁਤ ਫੇਅਰ ਚਾਂਸ ਹੈ ਵੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਥਰੂ ਹੋ ਜਾਏਗੀ। ਸੋ ਇਨਕਮ ਕ੍ਰਾਈਟੇਰੀਆ ਹੈਗਾ ਸਰਕਾਰ ਦਾ, ਪਰ ਜੇ ਤੁਸੀਂ ਮੀਟ ਨਹੀਂ ਕਰਦੇ ਸਪਾਂਸਰਸ਼ਿਪ ਫਿਰ ਵੀ ਕਰ ਸਕਦੇ ਹੋ। ਤੁਹਾਡੀ ਐਪਲੀਕੇਸ਼ਨ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਦੁਆਰਾ ਹੀ ਜਿਹੜੀ ਹੈ ਡਿਸਾਈਡ ਕੀਤੀ ਜਾਏਗੀ ਤੁਹਾਡਾ ਜਿਹੜਾ ਐਪਲੀਕੇਸ਼ਨ ਦਾ ਫੇਟ ਹੈ ਜਾਂ ਫਿਊਚਰ ਡਿਸੀਜਨ ਹੈ। ਬਟ ਅਦਰਵਾਈਜ਼ ਇਨਕਮ ਸਭ ਤੋਂ ਇੰਪੋਰਟੈਂਟ ਹੈ। ਫਿਰ ਜਿਹੜੀ ਬਾਕੀ ਕ੍ਰਾਈਟੇਰੀਆਜ਼ ਹੈਗੇ ਆ, ਜੇ ਜਿਹੜਾ ਸਪਾਂਸਰ ਹੈ ਉਹ ਐਲੀਜੀਬਲ ਹੋਣਾ ਚਾਹੀਦਾ। ਜੇ ਸਪਾਂਸਰ ਡਿਸਕੁਆਲੀਫਾਈ ਹੋ ਜਾਂਦਾ ਹੈ, ਜਿਵੇਂ ਮੈਂ ਜ਼ਿਕਰ ਕੀਤਾ ਸੀ ਵੀ ਪੁਰਾਣਾ ਕੋਈ ਸਪਾਂਸਰਸ਼ਿਪ ਡਿਫਾਲਟ ਹੋਇਆ, ਫਿਰ ਉਹ ਇਨਐਲੀਜੀਬਲ ਹੋ ਜਾਏਗਾ, ਜਾਂ ਉਹਨਾਂ ਨੇ ਕਿਸੇ ਨਾ ਕਿਸੇ ਕਿਸਮ ਦਾ ਕ੍ਰਿਮੀਨਲ ਕਨਵਿਕਸ਼ਨ ਹੋਈ ਹੈ, ਐਂਡ ਸਪੈਸ਼ਲੀ ਜੇ ਉਹਨਾਂ ਦੇ ਆਪਣੇ ਫੈਮਿਲੀ ਮੈਂਬਰ ਦੇ ਅਗੇਂਸਟ ਹੋਈ ਹੈ, ਜਾਂ ਡੋਮੈਸਟਿਕ ਵਾਇਲੈਂਸ ਜਾਂ ਅਸੌਲਟ ਦਾ ਕੋਈ ਕੇਸ ਹੈ ਜਾਂ ਪਿਆ ਹੋਇਆ ਅਗੇਂਸਟ ਦਾ ਫੈਮਿਲੀ ਮੈਂਬਰ, ਫਿਰ ਵੀ ਉਹ ਡਿਸਕੁਆਲੀਫਾਈ ਹੋ ਜਾਂਦੇ ਨੇ। ਪਰ ਅਦਰਵਾਈਜ਼ ਜਿਹੜੇ ਆਉਣ ਵਾਲੇ ਵਿਅਕਤੀ ਨੇ ਉਹਨਾਂ ਦਾ ਰਿਲੇਸ਼ਨਸ਼ਿਪ ਦੇਖਿਆ ਜਾਂਦਾ, ਖਾਸ ਕਰਕੇ ਜਿਹੜੇ ਬੱਚੇ ਨੇ ਡਿਪੈਂਡੈਂਟ ਬ੍ਰਦਰ ਸਿਸਟਰਸ ਨੇ ਉਹਨਾਂ ਦੇ ਉੱਤੇ, ਖਾਸ ਕਰਕੇ ਜਿਹੜੇ ਇੰਡੀਆ ਤੋਂ ਆਪਾਂ ਸਪਾਂਸਰਸ਼ਿਪ ਦਿੰਦੇ ਆ, DNA ਰਿਕੁਐਸਟ ਬਹੁਤ ਆਉਂਦੀ ਹੈ ਉਹਨਾਂ ਵਿਅਕਤੀਆਂ ਦੀ, ਬਿਕੋਜ਼ ਇਹ ਇੱਕ ਧਾਰਨਾ ਬਣ ਚੁੱਕੀ ਹੈ ਦਿੱਲੀ ਦੇ ਵਿੱਚ ਵੀ ਤੁਸੀਂ ਜਿਹੜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟ ਨੂੰ ਜਦੋਂ ਸਪਾਂਸਰ ਕਰਦੇ ਹੋ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਆਪਣੇ ਕਜ਼ਨਸ ਨੂੰ ਜਾਂ ਰਿਲੇਟਿਵਸ ਨੂੰ ਆਪਣਾ ਬ੍ਰਦਰ ਸਿਸਟਰ ਲਿਖਵਾ ਕੇ ਐਪਲੀਕੇਸ਼ਨ ਦੇ ਵਿੱਚ ਜਦੋਂ ਸਪਾਂਸਰ ਕੈਨੇਡਾ ਆਇਆ ਸੀ ਤਾਂ ਦੁਬਾਰਾ ਉਹਨਾਂ ਨੂੰ ਜਿਹੜਾ ਬ੍ਰਦਰ ਸਿਸਟਰ ਬਣਾ ਕੇ ਹੁਣ ਸਪਾਂਸਰਸ਼ਿਪ ਕਰਕੇ ਕੈਨੇਡਾ ਲਿਆਉਣ ਦੀ ਇੱਕ ਪ੍ਰੋਸੈਸ ਯੂਜ਼ ਕੀਤਾ ਜਾਂਦਾ ਯਾਰ ਅਬਿਊਜ਼ ਕੀਤਾ ਜਾਂਦਾ ਸਿਸਟਮ ਨੂੰ। ਉਸ ਕਰਕੇ ਸਰਕਾਰ ਮੋਸਟ ਆਫ ਦਾ ਟਾਈਮ DNA ਰਿਕੁਐਸਟ ਕਰਦੀ ਹੈ। ਸੋ ਇਹ ਵੀ ਕੌਸ਼ੀਅਸਲੀ ਵਾਚ ਕਰਨਾ ਹੈ, ਜੇ ਤੁਹਾਡੇ ਬ੍ਰਦਰ ਸਿਸਟਰਸ ਨਹੀਂ ਹੈਗੇ ਬਾਇਓਲੋਜੀਕਲ ਤਾਂ ਪਲੀਜ਼ ਇਹ ਡਿਸਕਲੋਜ਼ ਕਰਨਾ। ਜੇ ਉਹ ਅਡਾਪਟਿਵ ਨੇ ਤਾਂ ਪਲੀਜ਼ ਉਹਨਾਂ ਦਾ ਜਿਹੜਾ ਅਡਾਪਸ਼ਨ ਦਾ ਡੀਡ ਹੈ ਉਹਨੂੰ ਸਰਟੀਫਾਈ ਕਰਾਉਣਾ ਕੋਰਟ ਦੇ ਵਿੱਚ, ਇੰਡੀਆ ਦੇ ਵਿੱਚ। ਔਰ ਜੇ ਕੋਈ ਇਸ ਕਿਸਮ ਦੀ ਮਦਦ ਚਾਹੀਦੀ ਹੈ, ਸਾਡੇ ਇੰਡੀਆ ਦੇ ਵਿੱਚ ਹੀ ਲਾਇਰਸ ਨੇ ਜਿਹੜੇ ਇਹ ਤੁਹਾਨੂੰ ਸਰਵਿਸ ਦਿੰਦੇ ਨੇ ਔਰ ਤੁਹਾਡੀ ਜਿਹੜੀ ਅਡਾਪਸ਼ਨ ਡੀਡ ਹੈ ਉਹਨੂੰ ਸਰਟੀਫਾਈ ਕਰਦੇ ਨੇ। ਪਰ ਕਿਸੇ ਵੀ ਕੀਮਤ ਤੇ ਜੇ ਉਹ ਬਾਇਓਲੋਜੀਕਲ ਚਾਈਲਡ ਨਹੀਂ ਹੈ ਤਾਂ ਪਲੀਜ਼ ਉਹਨੂੰ ਬਾਇਓਲੋਜੀਕਲ ਚਾਈਲਡ ਤੁਸੀਂ ਲਿਖਣਾ ਨਹੀਂ ਹੈ। ਜੇ ਉਹ ਸਟੈਪ ਬ੍ਰਦਰ ਸਿਸਟਰ ਹੈ, ਸਟੈਪ ਬ੍ਰਦਰ ਸਿਸਟਰ ਲਿਖਣਾ, ਜੇ ਅਡਾਪਟਿਵ ਨੇ ਤੇ ਅਡਾਪਟਿਵ ਲਿਖਣਾ। ਇਹਨਾਂ ਨੂੰ ਵੀ ਅਲਾਓ ਕੀਤਾ ਜਾਂਦਾ ਹੈ ਕੈਨੇਡਾ ਆਉਣ ਦੇ ਲਈ।
ਗੱਲ ਇਹ ਹੈ ਜੀ, ਪਹਿਲਾਂ ਕੰਜ਼ਰਵੇਟਿਵ ਵੇਲੇ ਔਖੇ ਸੀ ਲੋਕ ਵੀ ਸਾਡੇ ਆਉਂਦੇ ਨਹੀਂ ਇੱਥੇ, ਉਹ ਕਹਿੰਦੇ ਕੋਈ ਨਾ ਇਮੀਗ੍ਰੇਸ਼ਨ ਵਾਲਾ ਤਾਂ ਕੰਮ ਔਖਾ ਹੈ, ਆ ਚੱਕੋ ਵਿਜ਼ਿਟ ਵੀਜ਼ਾ। ਹੁਣ ਵਿਜ਼ਿਟ ਵੀਜ਼ੇ ਤੇ ਆਏ ਹੋਏ ਨੇ, ਹੁਣ ਉਹ ਆਪਾਂ ਇਮੀਗ੍ਰੈਂਟ ਨਹੀਂ ਹੋ ਰਹੇ। ਇਹਨੂੰ ਅਖੀਰ 'ਚ ਇਹ ਦੱਸਿਓ ਕਿ ਸਥਾਈ ਹੱਲ ਬੀਇੰਗ ਏ ਪ੍ਰੋਫੈਸ਼ਨਲ ਤੁਸੀਂ ਸੋਚਦੇ ਹੋ ਵੀ ਕੀ ਹੋ ਸਕਦਾ ਇਸ ਦਾ? ਜੀ ਜਦੋਂ ਸਰਕਾਰ ਭਾਈ ਜੀ ਕਾਨੂੰਨ ਬਣਾਉਂਦੀ ਹੈ, ਜਿਵੇਂ ਆਪਣਾ ਕਲਚਰ ਹੈ, ਉਹ ਬਿਲਕੁਲ ਉਹਦਾ ਕਲਚਰ ਡਿਫਰੈਂਸ ਹੈਗਾ, ਐਗਜ਼ਿਸਟ ਕਰਦਾ। ਜਦੋਂ ਸਰਕਾਰ ਕਾਨੂੰਨ ਬਣਾਉਂਦੀ ਹੈ, ਉਹ ਕਲਚਰ ਐਸਪੈਕਟ ਨੂੰ ਕੰਸੀਡਰ ਨਹੀਂ ਕਰਦੇ। ਉਹਨਾਂ ਨੇ ਕੰਸੀਡਰ ਕੀਤਾ ਵੀ ਕਿੰਨੇ ਵਿਅਕਤੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਹੈ ਲੈ ਸਕਦੇ ਨੇ, ਕਿੰਨਾ ਅਸੀਂ ਜਿਹੜਾ ਕੋਟਾ ਜਾਂ ਅਸੀਂ ਕੈਪ ਰੱਖਿਆ ਹੋਇਆ ਕਿ ਪੇਰੈਂਟਸ ਨੂੰ ਬੁਲਾਉਣ ਦਾ, ਉਸ ਕਰਕੇ ਜਿਹੜਾ ਉਹਨਾਂ ਨੇ ਕਾਨੂੰਨ ਦੇ ਵਿੱਚ ਫੇਰ ਬਦਲ ਕੀਤੀ ਸੀ ਜਦੋਂ ਇਹਨਾਂ ਐਪਲੀਕੇਸ਼ਨਸ ਨੂੰ ਕੈਪ ਕੀਤਾ ਸੀ। ਬਟ ਆਪਣਾ ਜਿਹੜਾ ਕਲਚਰ ਹੈ ਜਿਹਦੇ ਵਿੱਚ ਜੁਆਇੰਟ ਫੈਮਿਲੀ ਸੈਟਅਪ ਦੇ ਵਿੱਚ ਰਹਿੰਦੇ ਨੇ, 3 ਜਨਰੇਸ਼ਨਾਂ ਇੱਕ ਘਰ ਦੇ ਵਿੱਚ ਰਹਿੰਦੇ ਨੇ, ਇਹ ਬਹੁਤ ਕਾਮਨ ਕਲਚਰ ਹੈ। ਔਰ ਕੈਨੇਡਾ ਚ ਆ ਕੇ ਵੀ ਇਹ ਚੀਜ਼ਾਂ ਹਰੇਕ ਬੰਦਾ ਇਹ ਚੀਜ਼ ਸੋਚਦਾ ਵੀ ਮੇਰੇ ਪੇਰੈਂਟਸ ਮੇਰੇ ਘਰ ਦੇ ਵਿੱਚ ਰਹਿਣ ਤੇ ਮੇਰੇ ਬੱਚਿਆਂ ਦੀ ਕੇਅਰ ਕਰਨ, ਅੱਗੇ ਉਹਨਾਂ ਨੂੰ ਸਿੱਖਿਆ ਦੇਣ, ਲੈਂਗੁਏਜ ਸਿਖਾਉਣ, ਇਹ ਸਾਰੇ ਐਸਪੈਕਟ ਹੈਗੇ। ਬਟ ਹੁਣ ਦਿੱਕਤ ਇਹ ਹੈਗੀ ਹੈ ਵੀ ਜਦੋਂ ਕੈਪ ਲੱਗ ਜਾਂਦਾ ਤਾਂ ਫਿਰ ਬਹੁਤ ਹੀ ਡਿਫਿਕਲਟ ਹੋ ਜਾਂਦਾ ਗਾਰੰਟੀ ਅਸ਼ੋਰ ਕਰਨਾ ਵੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਤੁਸੀਂ ਕੈਨੇਡਾ ਬੁਲਾ ਪਾਓਗੇ ਜਾਂ ਨਹੀਂ ਬੁਲਾ ਪਾਓਗੇ। ਇਹ ਇੱਕ ਬਹੁਤ ਬੜਾ ਪੋਜ਼ਿਟਿਵ ਸਟੈਪ ਹੁੰਦਾ ਸੀ ਜਦੋਂ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਂਦਾ ਸੀ, ਵੀ ਕਿਉਂਕਿ ਇਹ ਦੇਸ਼ ਇਹੋ ਜਿਹਾ ਸੀ ਵੀ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਰੀਯੂਨਾਈਟ ਕਰਦਾ ਸੀ ਕੈਨੇਡਾ ਦੇ ਵਿੱਚ। ਹੁਣ ਸਰਕਾਰ ਨੇ ਇਹਦਾ ਬਦਲਵਾਂ ਰੂਪ ਜ਼ਰੂਰ ਦਿੱਤਾ, ਤਰਸ ਦੇ ਆਧਾਰ ਤੇ ਜਿਹੜੀਆਂ ਐਪਲੀਕੇਸ਼ਨਾਂ ਲੈ ਰਹੇ ਨੇ ਉਹਨਾਂ ਨੂੰ ਅਪਰੂਵ ਕਰ ਰਹੇ ਨੇ, ਪਰ ਉਹਦੇ ਵਿੱਚ ਵੀ ਕਾਫੀ ਇਹੋ ਜਿਹੇ ਪਰਿਵਾਰ ਜਿਹੜੇ ਮੈਂ ਕਹੂੰਗਾ ਵੀ ਐਪਲੀਕੇਸ਼ਨ ਸਕਸੈਸਫੁਲ ਨਹੀਂ ਹੁੰਦੀ, ਬਿਕੋਜ਼ ਉਹਨਾਂ ਕੋਲ ਬਦਲਵੇਂ ਰੂਪ ਹੁੰਦੇ ਨੇ, ਚਾਹੇ ਉਹਨਾਂ ਦਾ ਬ੍ਰਦਰ ਪਿੱਛੇ ਰਹਿ ਰਿਹਾ ਜਿਹਨਾਂ ਦੇ ਕੋਲ ਪੇਰੈਂਟਸ ਰਹਿ ਰਹੇ ਨੇ, ਜਾਂ ਉਹਨਾਂ ਦੇ ਸਿਸਟਰ ਪਿੱਛੇ ਰਹਿ ਰਹੇ ਨੇ ਜਿਹੜੇ ਪੇਰੈਂਟਸ ਦੀ ਟੇਕ ਕੇਅਰ ਕਰ ਸਕਦੇ ਨੇ। ਸੋ ਇਹ ਜਿਹੜਾ ਇਨਟੇਕ ਪ੍ਰੋਸੈਸ ਹੈ ਇਹ ਬਿਲਕੁਲ ਡਿਫਿਕਲਟ ਹੋ ਗਿਆ ਬਾਈ ਜੀ, ਔਰ ਅਨਸਰਟਨ ਹੋ ਗਿਆ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਲਈ। ਪਰ ਮੈਂ ਇਹ ਰਿਕੁਐਸਟ ਕਰੂੰਗਾ ਵੀ ਜੇ ਤੁਹਾਡੇ ਪੇਰੈਂਟਸ ਕੈਨੇਡਾ ਦੇ ਵਿੱਚ ਆਏ ਨੇ, ਸੁਪਰ ਵੀਜ਼ਾ ਤੇ ਆਏ ਨੇ, ਤਾਂ ਪ੍ਰੋਲੋਂਗ ਸਟੇ ਹੋ ਗਿਆ ਉਹਨਾਂ ਦਾ ਕੈਨੇਡਾ ਦੇ ਵਿੱਚ, ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਕੈਨੇਡਾ ਰਹਿੰਦੇ, ਔਰ ਪਰਿਵਾਰ ਦੇ ਵਿੱਚ ਔਰ ਉਹਨਾਂ ਦਾ ਇੱਥੇ ਜਿਹੜਾ ਫਰੈਂਡ ਸਰਕਲ ਹੈ ਜਾਂ ਉਹਨਾਂ ਦਾ ਜਿਹੜੇ ਕਲੋਜ਼ ਫੈਮਿਲੀ ਮੈਂਬਰਸ ਨੇ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਬੈਲੈਂਸ ਆਫ ਫੈਮਿਲੀ ਟੈਸਟ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਮੋਸਟਲੀ ਇੰਡੀਵਿਜੂਅਲ ਰਹਿ ਰਹੇ ਨੇ, ਉਹਨਾਂ ਨੂੰ ਐਪਲੀਕੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਔਰ ਇਹ ਐਪਲੀਕੇਸ਼ਨ ਜਿਹੜੀ ਹੈ ਤੁਸੀਂ ਮਿਨਿਸਟਰ ਡੈਲੀਗੇਟ ਨੂੰ ਜਦੋਂ ਕਰਦੇ ਹੋ ਤਾਂ ਬਹੁਤ ਫੈਕਟਰਸ ਦੇਖੇ ਜਾਂਦੇ ਨੇ, ਖਾਸ ਕਰਕੇ ਜਿਹੜਾ ਬੈਸਟ ਇੰਟਰਸਟ ਆਫ ਦਾ ਚਾਈਲਡ ਹੈ ਇਹਨੂੰ ਬਹੁਤ ਸਿਗਨੀਫਿਕੈਂਟ ਵੇਟ ਦਿੱਤਾ ਜਾਂਦਾ ਵੀ ਜੇ ਤੁਹਾਡੇ ਬੱਚਾ ਨੇ ਪੇਰੈਂਟ ਚਾਈਲਡ ਬੌਂਡ ਕ੍ਰੀਏਟ ਹੋ ਗਿਆ ਸਪੈਸ਼ਲੀ ਗ੍ਰੈਂਡ ਪੇਰੈਂਟਸ ਦੇ ਵਿੱਚ, ਔਰ ਉਹਨਾਂ ਦੀ ਐਕਟੀਵਿਟੀ 'ਚ ਡੇਲੀ ਐਕਟੀਵਿਟੀ 'ਚ ਵੀ ਤੁਹਾਡੇ ਪੇਰੈਂਟ ਗ੍ਰੈਂਡ ਪੇਰੈਂਟ ਦਾ ਰੋਲ ਬਹੁਤ ਇੰਪੋਰਟੈਂਟ ਹੈ। ਜਿੱਥੇ ਉਹ ਸਕੂਲ ਡ੍ਰੌਪ ਕਰਦੇ ਨੇ, ਸਕੂਲ ਪਿਕ ਕਰਦੇ ਨੇ, ਉਹਨਾਂ ਦੀ ਜਿਹੜੀ ਗੇਮਸ ਜੋ ਲੈ ਕੇ ਜਾਂਦੇ ਨੇ, ਗੇਮਸ ਤੋਂ ਉਹਨਾਂ ਨੂੰ ਪਿਕ ਕਰਦੇ ਨੇ, ਸੋ ਇਹ ਜਿਹੜੀਆਂ ਵੀ ਐਕਟੀਵਿਟੀਜ਼ ਉਹ ਪਰਫਾਰਮ ਕਰਦੇ ਨੇ ਤਾਂ ਉਹਨਾਂ ਦਾ ਬਹੁਤ ਵੱਡਾ ਵੇਟ ਦਿੱਤਾ ਜਾਂਦਾ ਹੈ ਐਪਲੀਕੇਸ਼ਨ ਜਦੋਂ ਅਪਰੂਵ ਕੀਤਾ ਜਾਂਦਾ। ਤਾਂ ਜੇ ਉਹਨਾਂ ਦੀ ਲੋਟਰੀ ਦੇ ਵਿੱਚ ਨਹੀਂ ਆਇਆ ਤਾਂ ਪਲੀਜ਼ ਉਹ ਜਿਹੜੀ ਤਰਸ ਦੇ ਆਧਾਰ ਤੇ ਐਪਲੀਕੇਸ਼ਨ ਜ਼ਰੂਰ ਕਰਨ। ਧੰਨਵਾਦ ਜੀ, ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਥੈਂਕ ਯੂ ਭਾਈ ਜੀ, ਥੈਂਕ ਯੂ। ਵੱਡੀ ਖਬਰ ਜਿਹੜੀ ਆ ਰਹੀ ਹੈ ਇੰਡੀਆ ਦੇ ਵਿੱਚੋਂ, ਅਡਾਨੀ ਦੀ ਕੰਪਨੀ ਅਡਾਨੀ ਪੋਰਟ ਦੇ ਕੰਟੇਨਰਾਂ ਦੇ ਵਿੱਚੋਂ ਮੁੰਦਰਾ ਇੱਕ ਪੋਰਟ ਹੈ ਕੱਛ ਦੀ ਖਾੜੀ ਦੇ ਵਿੱਚ ਕਾਂਡਲੇ ਦੇ ਨੇੜੇ, ਉੱਥੋਂ 2 ਕੰਟੇਨਰਾਂ 'ਚ 30 ਟਨ ਹੀਰੋਇਨ ਫੜੀ ਹੈ ਜਿਹਦਾ ਮੁੱਲ ਆ 9,000 ਕਰੋੜ। 9,000 ਕਰੋੜ ਦੀ ਜਿਹੜੀ ਇਹ ਇਸ ਦਾ ਮੁੱਲ ਹੈ। ਤੇ ਅਫਗਾਨਿਸਤਾਨ ਤੋਂ ਉੱਥੇ ਪਹੁੰਚੀ, ਉੱਥੋਂ ਉਸਨੇ ਕਿੱਧਰ ਨੂੰ ਜਾਣਾ ਸੀ, ਉਹ ਭਾਰਤ ਦੇ ਵਿੱਚ ਖਪਤ ਹੋਣੀ ਸੀ ਜਾਂ ਉਹ ਟ੍ਰਾਂਜ਼ਿਟ ਪੁਆਇੰਟ ਸੀ। ਪਰ ਅਡਾਨੀ ਪੋਰਟ ਦੀ ਜਿਹੜੀ ਇਹ ਕੰਟੇਨਰ, ਅਡਾਨੀ ਪੋਰਟ ਇੱਕ ਕੰਪਨੀ ਹੈ ਉਸ ਦੀ ਕਾਰਗੋ ਦੀ, ਤੇ ਉਸ ਦੇ 2 ਕੰਟੇਨਰ ਸੀ ਇਹ, ਤੇ ਉਸ ਦੇ ਵਿੱਚ 3000 ਕਿਲੋ, ਸੋ 30 ਟਨ ਜਿਹੜੀ ਹੀਰੋਇਨ ਫੜੀ ਗਈ ਹੈ। 9,000 ਕਰੋੜ ਉਹਦਾ ਜਿਹੜਾ ਮੁੱਲ ਹੈ। ਸੋ ਹੁਣ ਦੇਖ ਲਓ ਵੀ ਕਿਵੇਂ ਜਿਹੜੀ ਕਿੰਨੀ ਕੀਮਤ ਹੈ ਉਸ ਦੀ, ਬਹੁਤ ਜ਼ਿਆਦਾ ਵੱਡੀ ਕੀਮਤ ਹੈ। ਹੁਣ ਇਹ ਕਿਹੜੇ ਖਾਤੇ 'ਚ ਪਊ, ਕਿਹਦੀ ਹੈ, ਕਿੱਥੇ ਗਈ ਸੀ, ਕਿਹਨੇ ਲੈ ਕੇ ਆਉਣੀ ਸੀ, ਤੇ ਉਹੋ ਜਿਹੇ ਦੇਸ਼ ਦੇ ਵਿੱਚ
ਇਹਨੂੰ ਐਡੇ ਵੱਡਿਆਂ ਨੂੰ ਹੱਥ ਪਾਉਣਾ ਹੈ, ਉਹ ਕਿਹਨੇ ਦੱਸਣਾ? $1.5 ਬਿਲੀਅਨ ਦੀ ਇਹਦੀ ਕੀਮਤ ਸੀ। ਸੋ ਅਡਾਨੀ ਪੋਰਟ ਦੀ ਬਹੁਤ ਵੱਡੀ, ਉਹਨਾਂ ਦੇ ਕੰਟੇਨਰਾਂ ਦੀ ਬਹੁਤ ਵੱਡੀ ਖੇਪ ਜਿਹੜੀ ਹੈ ਉਹ ਮੁੰਦਰਾ ਜਿਹੜੀ ਪੋਰਟ ਹੈ, ਬੰਦਰਗਾਹ ਜਿਹੜੀ ਕੱਛ ਦੀ ਖਾੜੀ ਦੇ ਵਿੱਚ, ਉੱਥੇ ਇਹ ਫੜੀ ਗਈ। ਮੁੰਦਰਾ ਪੋਰਟ ਬਹੁਤ ਵੱਡੀ ਇੱਕ ਪੋਰਟ ਹੈ ਅਤੇ ਕਾਂਡਲੇ ਦੇ ਨੇੜੇ ਹੈ, ਅਤੇ ਉੱਥੇ ਇਹ ਫੜੀ ਗਈ। ਇਸ ਏਰੀਏ ਦੇ ਵਿੱਚ ਨਮਕ ਬਹੁਤ, ਲੂਣ ਬਹੁਤ ਹੁੰਦਾ, ਅਤੇ ਇੱਥੇ ਹੀ ਸਪੈਸ਼ਲ ਇਕਨੋਮਿਕ ਜ਼ੋਨ ਹੈ ਜਿਹੜਾ ਮੋਦੀ ਉਹਨਾਂ ਨੇ ਆਪਣੀ ਸਰਕਾਰ ਦੇ ਸਮੇਂ ਬਣਾਇਆ ਸੀ, ਜਿੱਥੇ ਇੰਪੋਰਟ ਐਕਸਪੋਰਟ, ਜਿੰਨੇ ਦਾ ਇੰਪੋਰਟ ਹੋਣਾ ਉਨਾ ਐਕਸਪੋਰਟ ਹੋਵੇ। ਅਤੇ ਇੱਥੇ ਹੀ ਆਪਣੀ ਜਿਹੜੀ ਬਹੁਤ ਵੱਡੀ ਇੱਕ ਪੰਜਾਬ ਦੀ ਕੰਪਨੀ ਕੈਨਮ ਗਰੁੱਪ ਆਫ ਕੰਪਨੀਜ਼, ਦਰਸ਼ਨ ਸਿੰਘ ਸਾਸੀ ਉਹਨਾਂ ਦੀ ਰੀਸਾਈਕਲਿੰਗ ਜਿਹੜਾ ਕੱਪੜਾ ਤੁਹਾਡਾ, ਇੱਥੋਂ ਅਸੀਂ ਜਿਹੜਾ ਕੱਪੜਾ ਸੁੱਟਦੇ ਹਾਂ, ਜਿਹੜਾ ਕੱਪੜਾ ਇੱਥੋਂ ਦਾਨ ਕਰਦੇ ਹਾਂ, ਉਹ ਕੱਪੜਾ ਜਿਹੜਾ ਹੈ ਇੱਥੇ ਆਪਾਂ ਚੈਰਿਟੀਜ਼ ਲੈਂਦੀਆਂ ਨੇ, ਅਤੇ ਚੈਰਿਟੀਜ਼ ਤੋਂ ਇਹ ਖਰੀਦ ਕੇ ਫਿਰ ਰੀਸਾਈਕਲਿੰਗ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ। ਉੱਥੇ ਹੀ ਇਹ ਪਲਾਂਟ ਜਿਹੜਾ ਹੈ, ਇੱਥੇ ਵੀ ਉਸ ਦੇ ਵੇਅਰ ਹਾਊਸ ਨੇ ਕੈਨਮ ਗਰੁੱਪ ਆਫ ਕੰਪਨੀਜ਼ ਦੇ। ਸੋ ਇਸ ਖਿੱਤੇ ਨੂੰ ਮੈਂ ਵਿਜ਼ਿਟ ਕੀਤਾ ਸੀ 2017 'ਚ, ਅਤੇ ਵਾਕਈ ਬਹੁਤ ਵੱਡਾ ਉਹ ਪਿੰਡ ਵਸਿਆ ਹੋਇਆ ਸਪੈਸ਼ਲ ਇਕਨੋਮਿਕ ਜ਼ੋਨ। ਮੋਦੀ ਉਹਨਾਂ ਦੀ ਉਹ ਬਹੁਤ ਵਧੀਆ ਇੱਕ ਐਕਸ਼ਨ ਸੀ, ਅਤੇ ਜਿਹਦੇ ਵਿੱਚ ਇੰਪੋਰਟ ਐਕਸਪੋਰਟ ਦਾ ਕੰਮ, ਜਿੰਨੇ ਦੇ ਡਾਲਰਾਂ ਦਾ ਇੰਪੋਰਟ ਉਹਨੇ ਦਾ ਐਕਸਪੋਰਟ, ਅਤੇ 2200 ਬੰਦਾ ਜਿਹੜਾ ਹੈ, ਜਿਸ 'ਚੋਂ ਬਹੁਤ ਵੱਡੀ ਗਿਣਤੀ ਪੰਜਾਬ ਤੋਂ ਆ, ਇਸ ਕੰਪਨੀ ਦੇ ਵਿੱਚ ਕੈਨਮ ਗਰੁੱਪ ਆਫ ਕੰਪਨੀ 'ਚ ਕੰਮ ਕਰਦੇ ਆ। ਅਤੇ ਇੱਥੇ ਵੀ ਮੇਪਲ ਰਿਜ ਦੇ ਵਿੱਚ ਅਤੇ ਟੋਰਾਂਟੋ ਦੇ ਵਿੱਚ ਬਹੁਤ ਵੱਡੇ ਵੇਅਰ ਹਾਊਸ ਨੇ। ਸੋ ਭਾਈਚਾਰੇ ਨੂੰ ਇਹ ਮਾਣ ਆ। ਬਹੁਤ ਵੱਡੇ ਇਨਾਮ ਇਸ ਕੰਪਨੀ ਨੂੰ ਮਿਲੇ ਨੇ, ਬੈਸਟ ਕੰਪਨੀ ਅਤੇ ਸੇਫਟੀ ਲਈ ਅਤੇ ਇੰਪਲੋਇਮੈਂਟ ਦੇਣ ਦੇ ਲਈ। ਅਤੇ ਇਹ ਮੁੰਦਰਾ ਜਿਹੜੀ ਪੋਰਟ ਹੈ ਉਹਦੇ ਨੇੜੇ ਇਹ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਗਾਂਧੀ ਧਾਮ ਬਣਾਇਆ ਹੋਇਆ। ਸੋ ਇਸ ਪੋਰਟ ਤੋਂ ਇਹ ਅਡਾਨੀ ਦੀ ਜਿਹੜੀ ਅਡਾਨੀ ਪੋਰਟ ਦੇ ਕੰਟੇਨਰਾਂ ਦੇ ਵਿੱਚੋਂ 9000 ਕਰੋੜ ਦੀ 30 ਟਨ ਹੀਰੋਇਨ ਜਿਹੜੀ ਫੜੀ ਹੈ। ਬੱਲੇ ਬੱਲੇ ਹੋ ਗਈ। ਬਾਕੀ ਜਿਹੜੀ ਵੀਕਐਂਡ ਦੇ ਰੁਝੇਵੇਂ, ਵੱਡੀ ਗੱਲ ਜਿਹੜੀ ਰਾਈਟ ਟੂ ਕਿਉਰ, ਇੱਕ ਜਿਹੜੀ ਸੰਸਥਾ ਜਿਹੜੀ 2007 ਤੋਂ, ਤੁਹਾਨੂੰ ਯਾਦ ਹੈ, ਪਹਿਲਾਂ ਬਾਈਕ ਚਲਾ ਕੇ ਡੈਲਟਾ ਪੁਲਿਸ ਦੇ ਆਉਂਦੇ ਹੁੰਦੇ ਸੀ ਮਿਸਟਰ ਕੈਨ ਹੋਣੀ, ਅਤੇ ਆਪਣੇ ਵੀ ਨਾਲ ਭਾਈਚਾਰੇ ਦੇ ਬਾਈਕ ਚਲਾ ਕੇ ਨਾਲ ਸਾਈਕਲ ਕਲੋਨਾ ਤੋਂ ਚਲਾਉਂਦੇ ਸੀ। ਅਤੇ ਫਿਰ ਅਵੇਅਰਨੈਸ ਦੇ ਤੌਰ 'ਤੇ ਲਿਫਟ 'ਤੇ ਚੜ੍ਹ ਕੇ 48 ਘੰਟੇ ਉੱਪਰੇ ਲਿਫਟ 'ਤੇ ਬਹਿ ਕੇ ਡਾਲਰ ਇਕੱਠੇ ਕਰਨ ਦਾ ਅਤੇ ਪੈਸੇ ਇਕੱਠੇ ਕਰਕੇ ਇਸ ਚੈਰਿਟੀ ਨੂੰ ਦੇਣ ਲਈ, ਜਿਹੜੀ ਕੈਂਸਰ ਰਿਸਰਚ ਦੇ ਲਈ ਕੰਮ ਕਰਦੀ ਹੈ, ਉਹ ਫਿਰ ਇਸ ਵੀਕਐਂਡ 'ਤੇ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ 48 ਘੰਟੇ ਲਿਫਟ ਦੇ ਉੱਪਰ ਜਿਹੜੇ ਸਨੀ ਕੈਂਥ, ਜਿਹੜੇ ਮੈਟਰੋ ਵੈਨਕੂਵਰ ਦੀ ਜਿਹੜੀ ਟ੍ਰਾਂਜ਼ਿਟ ਪੁਲਿਸ ਆ ਉਹਦੇ 'ਚ ਅਫੀਸਰ ਨੇ, ਉਹ ਸਾਧੜਾ ਸਾਹਿਬ, ਦੋਨੇ ਹੀ 48 ਘੰਟੇ ਇਸ ਵਰਦੇ ਮੀਂਹ 'ਚ ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ ਰਹੇ। ਕੱਲ੍ਹ $50,000 ਦਾ ਜਿਹੜਾ ਟੀਚਾ ਸੀ, ਅਤੇ ਉਹ ਪੂਰਾ ਜਿਹੜਾ ਕੀਤਾ ਗਿਆ, ਅਤੇ ਕੋਸ਼ਿਸ਼ ਸਾਰਿਆਂ ਨੇ ਰਲ ਕੇ ਉੱਥੇ ਕੀਤੀ, ਅਤੇ 50,000 ਤੋਂ ਉੱਪਰ ਡਾਲਰ ਜਿਹੜਾ ਦਿਨਾਂ 'ਚ ਇਕੱਠਾ ਇਹਨਾਂ ਦੋਨਾਂ ਦਿਨਾਂ 'ਚ ਹੋਇਆ। ਮਨਦੀਪ ਸਿੰਘ ਨਾਗਰਾ ਕੌਂਸਲਰ ਸਿਟੀ ਦੇ, ਅਤੇ ਨਾਗਰਾ ਪਰਿਵਾਰ, ਸਰਦਾਰ ਜਗੀਰ ਸਿੰਘ ਨਾਗਰਾ, ਸਾਰਾ ਪਰਿਵਾਰ ਇਹਦੇ ਵਿੱਚ ਬਹੁਤ ਚਿਰਾਂ ਦਾ ਕੰਮ ਕਰਦਾ। ਅਤੇ ਕੱਲ੍ਹ 2-3 ਘੰਟੇ ਉੱਥੇ ਸ਼ੇਰੇ ਪੰਜਾਬ ਰੇਡੀਓ ਵੱਲੋਂ ਸੇਵਾ ਕੀਤੀ ਜਾ ਕੇ, ਅਤੇ $20-25,000 3 ਘੰਟਿਆਂ 'ਚ ਇਕੱਠਾ ਹੋਰ ਹੋ ਗਿਆ। $50,000 ਇਕੱਠਾ ਕਰਕੇ ਲਿਫਟ ਜਿਹੜੀ ਉੱਪਰੋਂ ਫਿਰ ਲਾਹੀ। 48 ਘੰਟੇ ਸਾਧੜਾ ਹੋਣੀ ਕਹਿ ਰਹੇ ਸੀ, ਕਹਿੰਦੇ ਮੈਂ ਤਾਂ ਹੋਰ 2 ਦਿਨ ਬੈਠਾ ਰਹਿਣਾ, ਪੈਸੇ ਇਕੱਠੇ ਕਰੋ। ਬਹੁਤ ਵਧੀਆ ਕੌਜ਼ ਹੈ। ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਹੁਣ, ਤਾਂ ਫਿਰ ਉਸ ਦਾ ਇਲਾਜ ਵੀ ਹੈ। ਐਬਸਫੋਰਡ ਦੇ ਵਿੱਚ ਸਿਟੀ ਕੌਂਸਲਰ ਦੀ ਇੱਕ ਕੌਂਸਲਰ ਦੀ ਚੋਣ ਹੋ ਰਹੀ ਹੈ, ਜਿਹੜੀ ਅਗਲੇ ਸਾਲ ਅਕਤੂਬਰ ਦੇ ਵਿੱਚ ਫੇਰ ਹੋਣੀ ਆ। ਇਹ
ਆਲਮੋਸਟ 10-11 ਮਹੀਨੇ ਨੇ। ਉਹਦੇ ਵਿੱਚ ਭਾਈਚਾਰੇ ਦੇ ਵਿੱਚੋਂ 2 ਜਣੇ ਦੇਵ ਸਿੱਧੂ ਤੇ ਮਨਜੀਤ ਸੋਹੀ ਹੋਰੀ 20 ਉਮੀਦਵਾਰ ਨੇ, ਬਾਕੀ ਲੋਕਲ ਕਮਿਊਨਿਟੀ ਦੇ ਵਿੱਚੋਂ ਨੇ। ਬਹੁਤ ਵੱਡੀ ਕਮਿਊਨਿਟੀ ਉੱਥੇ ਡੱਚ ਕਮਿਊਨਿਟੀ ਮੈਨੋਨਾਈਟਸ ਜਿਹੜੇ ਨੇ ਉਹ ਰਹਿੰਦੇ ਹੈ। ਆਖਰੀ ਗੇੜ ਦੇ ਵਿੱਚ ਇੱਕ ਜਿਹੜੇ ਕੈਂਡੀਡੇਟ ਉੱਥੇ ਸਕੂਲ ਬੋਰਡ 'ਚ ਜਿੱਤਦੇ ਰਹੇ ਉਹ ਵੀ ਸ਼ਾਮਲ ਹੋ ਗਏ। ਬੜੀ ਰੌਚਕ ਹੈ ਹੁਣ ਉੱਥੇ ਦੀ ਰੇਸ। 18 ਤਰੀਕ ਨੂੰ ਐਡਵਾਂਸ ਵੋਟਿੰਗ ਸੀ, 25 ਨੂੰ ਜਿਹੜੀ ਫਾਈਨਲ ਹੈ। ਹੁਣ ਉਹਦੇ ਵਿੱਚ ਕੁਝ ਜਿਹੜੀਆਂ ਅਨਐਥੀਕਲ ਕੁਛ ਐਕਟੀਵਿਟੀਜ਼ ਹੋ ਰਹੀਆਂ ਨੇ ਜਿਹੜੀਆਂ ਵਧੀਆ ਨਹੀਂ ਲੱਗਦੀਆਂ। ਦੇਵ ਸਿੱਧੂ ਉਹਨਾਂ ਦੀ ਇੱਕ ਪਿਕਚਰ ਛੋਟੀ ਜਵਾਕ ਦੀ ਬਣਾ ਕੇ ਤੇ ਉਹਨਾਂ ਦੇ ਪਿਤਾ ਜੀ ਸਤਿਕਾਰਯੋਗ ਐਂਡੀ ਸਿੱਧੂ ਉਹਨਾਂ ਦੀ ਪਿਕਚਰ ਇੱਕ ਬਣਾ ਕੇ, ਜਿਵੇਂ ਇੱਥੇ ਦੇ ਗੋਰੇ ਜਵਾਕ ਲਮਕਾਉਂਦੇ ਆ ਮੂਹਰੇ ਝੋਲੀ 'ਚ, ਉਸ ਤਰ੍ਹਾਂ ਦੀ ਇੱਕ ਪਿਕਚਰ ਵਾਇਰਲ ਹੋ ਰਹੀ ਹੈ। ਦੇਖੋ ਐਂਡੀ ਸਿੱਧੂ ਜੀ ਹੋਣੀ ਕੌਂਸਲਰ ਨੇ ਲੋਕਲ ਸਾਡੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ, ਬਹੁਤ ਸਤਿਕਾਰਤ ਸਾਡੇ ਬਜ਼ੁਰਗ ਨੇ ਤੇ 22 ਵਰ੍ਹੇ ਪਹਿਲਾਂ ਉਹਨਾਂ ਨੇ ਪੰਜਾਬੀ ਪੱਤਰਕਾ ਸ਼ੁਰੂ ਕੀਤਾ ਪੇਪਰ, ਜਦ ਸ਼ਾਇਦ ਇਹ ਕਮਿਊਨਿਟੀ ਦੇ ਵਿੱਚ ਕੋਈ ਹੋਰ ਪੇਪਰ ਹੋਵੇ। ਆਨਰੇਰੀ ਇਹ ਪੋਜੀਸ਼ਨ ਹੈ ਕੌਂਸਲਰ ਦੀ, ਚਾਂਸਲਰ ਦੀ ਸੌਰੀ। ਤੇ ਇਹ ਮਤਲਬ ਉਹ ਕੁਛ ਵੀ ਹੋਵੇ, ਤੁਸੀਂ ਹਾਰੋ ਜਿੱਤੋ, ਔਰ ਇਹਨੂੰ ਹੁਣ ਤੁਸੀਂ ਸਿੱਧ ਤਾਂ ਕਰ ਨਹੀਂ ਸਕਦੇ ਕੌਣ ਉਹ ਕਰ ਰਿਹਾ। ਬੜਾ ਔਖਾ ਇਹ ਜਿਹੜਾ ਇਸ ਨੂੰ ਲੱਭਣਾ, ਕਿਉਂਕਿ ਜਦ ਵੀਡੀਓ ਪੈ ਗਈ ਤਾਂ ਫੋਟੋ ਪੈ ਗਈ ਤਾਂ ਅੱਗੇ ਪਹਿਲਾਂ ਵੀ ਇਹ ਹੁੰਦਾ ਰਿਹਾ। ਜਿਹੜਾ ਦੇਵ ਸਿੱਧੂ ਤੇ ਨਾ ਇਹ ਜਿਹੜਾ ਹਮਲਾ ਜਿਹੜਾ ਹੈ ਪਹਿਲਾਂ ਵੀ ਇਹ ਹੁੰਦਾ ਰਿਹਾ, ਜਿਹੜਾ ਮਾੜਾ ਲੱਗਦਾ ਬਹੁਤ। ਮੈਂ ਅੱਗੇ ਵੀ ਜਿਹੜੀ ਇਹ ਬੇਨਤੀ ਕੀਤੀ ਸੀ ਵੀ ਹਾਰਾਂ ਜਿੱਤਾਂ ਬਣੀਆਂ ਹੋਈਆਂ ਨੇ, ਅਨਐਥੀਕਲ ਆਪਾਂ ਕੁਛ ਨਾ ਕਰੀਏ। ਤੇ ਖਾਸ ਤੌਰ ਤੇ ਸਤਿਕਾਰਤ ਜਿਹੜੇ ਬਜ਼ੁਰਗ ਨੇ ਉਹ ਸਾਰਿਆਂ ਦੇ ਸਾਂਝੇ ਨੇ। ਇੱਕ ਕਮਿਊਨਿਟੀ 'ਚ ਰਹਿੰਦੇ, ਟਾਈਟ ਨਿਟਡ ਕਮਿਊਨਿਟੀ 'ਚ ਰਹਿੰਦੇ, ਬਹੁਤ ਇੱਕ ਦੂਜੇ ਦੇ ਕੋਲ ਇੱਕ ਦੂਜੇ ਦੀਆਂ ਗੱਲਾਂ ਹੁੰਦੀਆਂ ਨੇ। ਫਿਰ ਜਦ ਦੋਨੇ ਧਿਰਾਂ ਇਸ ਤਰ੍ਹਾਂ ਕਰਨ ਲੱਗਣਗੀਆਂ ਫਿਰ ਕਮਿਊਨਿਟੀ ਲਈ ਮਾੜਾ ਲੱਗੂ, ਸਾਨੂੰ ਵੀ ਮਾੜਾ ਲੱਗੂ। ਸੋ ਇਹ ਇਸ ਤਰ੍ਹਾਂ ਦਾ ਕੁਝ ਨਾ ਕਰੋ। ਹੋ ਸਕਦਾ ਕੋਈ ਸ਼ਰਾਰਤ ਵੀ ਕਰਦਾ ਹੋਵੇ, ਇਉਂ ਨਹੀਂ ਵੀ ਕਿਤੇ ਕਮਿਊਨਿਟੀ 'ਚੋਂ ਇੱਕ ਦੂਜੀ ਹੋਵੇ, ਪਰ ਜ਼ਿਆਦਾਤਰ ਮੇਨ ਸਟਰੀਮ ਦੇ ਜਿਹੜੇ ਇਹ ਉਮੀਦਵਾਰ ਨੇ ਇਹ ਇਸ ਤਰ੍ਹਾਂ ਪਰਸਨਲ ਕਦੇ ਅਟੈਕਸ 'ਤੇ ਨਹੀਂ ਜਾਂਦੇ, ਬਹੁਤ ਘੱਟ ਹੋ। ਸ਼ਰਾਰਤ ਹੈ ਜਿਹੜੀ ਜਾਂ ਪ੍ਰੋਕਲੇਮਿੰਗ ਕਰਨੀ ਆਪਣੇ ਵੱਲੋਂ ਵੱਧ ਵਧੀਆ ਸਾਬਤ ਕਰਨ ਲਈ, ਇਸ ਤਰ੍ਹਾਂ ਤੁਸੀਂ ਇੱਕ ਦੂਜੇ ਨਾਲ ਵਧੀਆ ਇੱਕ ਦੂਜੇ ਨੂੰ ਲੈਟ ਡਾਊਨ ਕਰਕੇ ਨਹੀਂ ਵਧੀਆ ਸਾਬਤ ਹੋ ਸਕਦੇ। ਇਹ ਤਾਂ ਤੁਹਾਡੇ ਕੰਮ ਕਮਿਊਨਿਟੀ 'ਚ ਤੁਸੀਂ ਕਿਵੇਂ ਵਿਚਰਦੇ ਹੋ, ਕੀ ਕਰਦੇ ਹੋ, ਕੋਈ ਕਨਫਲਿਕਟ ਤਾਂ ਨਹੀਂ ਕਿਤੇ, ਕੁਛ ਇਹੋ ਜਿਹਾ ਤਾਂ ਨਹੀਂ ਜਿਹੜਾ ਤੁਹਾਡੇ ਵੱਲ ਉਂਗਲ ਕੋਈ ਚੱਕੇ। ਇਹਨਾਂ ਨੂੰ ਵੇਖ ਕੇ, ਕਿਉਂਕਿ ਚੰਗਾ ਮਾੜਾ ਜਿਨ੍ਹਾਂ 'ਚ ਤੁਸੀਂ ਵਸਦੇ ਹੋ ਉਹਨਾਂ ਨੂੰ ਸਭ ਪਤਾ ਹੁੰਦਾ ਹੈ। ਤੋ ਇਹ ਬਹੁਤ ਮੈਂ ਇਸ ਨਿੱਜੀ ਤੌਰ 'ਤੇ ਬਹੁਤ ਨਿਖੇਧੀ ਕਰਦਾ। ਬਜ਼ੁਰਗ ਨੇ ਉਹ 1974 ਦੇ ਇੱਥੇ ਆਏ ਹੋਏ ਨੇ ਅਤੇ 45-46 ਸਾਲ ਜ਼ਿੰਦਗੀ ਦੇ ਅਤੇ ਇੱਕ ਸ਼ਹਿਰ ਦੇ ਵਿੱਚ ਰਹਿਣਾ ਜਿੱਥੇ ਰੇਸਿਜ਼ਮ ਜ਼ੋਰਾਂ 'ਤੇ ਸੀ, ਫਿਰ ਉੱਥੇ ਹੌਲੀ ਹੌਲੀ ਜਾ ਕੇ ਚਾਂਸਲਰ ਬਣਨਾ ਯੂਨੀਵਰਸਿਟੀ ਦਾ। ਸਤਿਕਾਰ ਹੈ ਉਹਨਾਂ ਦਾ, ਵੱਡੇ ਨੇ ਉਹ। ਸੋ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਇਸ ਤਰ੍ਹਾਂ ਲਾ ਕੇ ਵਾਇਰਲ ਕਰਨਾ, ਜਿੱਤ ਹਾਰ ਕੁਛ ਵੀ ਹੋਵੇ ਉਹ 25 ਤਰੀਕ ਨੂੰ ਪਤਾ ਲੱਗੂ, ਪਰ ਗੈਰ ਅਖਲਾਕੀ ਜਿਹੜਾ ਇਹ ਕੰਮ ਹੈ ਬਹੁਤ ਮਾੜਾ। ਹੌਲੀ ਹੌਲੀ ਗੱਲ ਦਾ ਪਤਾ ਲੱਗ ਜਾਂਦਾ ਕਮਿਊਨਿਟੀ 'ਚ, ਕਿਹਨੇ ਕੀਤੀ, ਕਿੱਥੋਂ ਵਾਇਰਲ ਹੋਈ, ਕਿਹਨੇ ਬਣਾਈ। ਫਿਰ ਕੀ ਇੱਕ ਦੂਜੇ ਨੂੰ ਕਰਾਂਗੇ, ਜੇ ਗੱਲ ਪ੍ਰੂਵ ਹੋ ਜਾਵੇ ਫਲਾਣੇ ਜਗ੍ਹਾ ਤੋਂ ਇਹ ਤੁਰੀ, ਫਿਰ ਸਾਨੂੰ ਨਿੱਜੀ ਤੌਰ 'ਤੇ ਇਨਸਾਨਾਂ ਨੂੰ ਜਿਹੜੇ ਕਰਦੇ ਨੇ ਗਿਰਿਆ ਹੋਇਆ ਕੰਮ, ਉਹਨਾਂ ਨੂੰ ਮਾੜਾ ਲੱਗਦਾ। ਐਟਲੀਸਟ ਅਸੀਂ ਪਰਿਵਾਰ ਨੂੰ ਤਾਂ ਆਪਣਾ ਰੱਖੀਏ, ਨਿੱਜੀ ਤੌਰ 'ਤੇ ਇੱਕ ਦੂਜੇ ਨੂੰ ਇਹ ਚੱਲ ਰਿਹਾ ਕੰਮ 1-1.5 ਮਹੀਨੇ ਦਾ ਚੱਲ ਰਿਹਾ, ਅਤੇ ਪਰ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ।
ਕਦੇ ਵੀ ਰਾਜਨੀਤੀ ਦੇ ਵਿੱਚ ਜਾਂ ਤੁਸੀਂ ਨਿੱਜੀ ਤੌਰ ਤੇ ਜਾਂਦੇ ਹੋ, ਹਾਲਾਂਕਿ ਬੰਦੇ ਭਾਵੁਕ ਹੋ ਕੇ ਕਰ ਲੈਂਦੇ, ਕਈ ਵਾਰ ਸਪੋਰਟਰ ਕਰ ਦਿੰਦੇ, ਪਰ ਉਹ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਸੋ ਇਹ ਬੇਨਤੀ ਹੈ ਜਿੰਨੇ ਵੀ ਉੱਥੇ ਹੁਣ ਸੁਣਦੇ ਤਾਂ ਪੰਜਾਬੀ ਨੇ ਮੇਰੀ ਗੱਲ, ਹੋ ਸਕਦਾ ਹੈ ਦੂਜੇ ਕੈਂਡੀਡੇਟ ਦੇ ਸਪੋਰਟਰ ਵੀ ਹੁਣ, ਮੰਨਣਾ ਤਾਂ ਕਿਸੇ ਨੇ ਨਹੀਂ ਹੈ, ਪਰ ਜਿਹੜੇ ਸੁਣਦੇ ਆ ਉਹ ਆਪਣੇ ਜਿਨ੍ਹਾਂ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਸੁਨੇਹਾ ਦੇਣ, ਕੈਂਡੀਡੇਟ ਸੁਣਦੇ ਆ ਉਹ ਸੁਣ ਲੈਣ ਕਿ ਇਹ ਗੈਰ ਅਖਲਾਕੀ ਚੀਜ਼ਾਂ ਨੇ, ਇਹਦਾ ਨਾਲ ਕੁਛ ਫਰਕ ਨਹੀਂ ਪੈਂਦਾ। ਹਾਰ ਜਿੱਤ ਤੁਹਾਡੇ ਕੰਮਾਂ ਨਾਲ ਹੋਣੀ ਹੈ, ਕਮਿਊਨਿਟੀ ਨੂੰ ਸਰਵ ਕਰਨ ਨਾਲ ਹੋਣੀ ਹੈ। ਇਹ ਕਾਲਰ ਗੱਲਬਾਤ ਕਰਨੀ ਚਾਹੁੰਦੇ ਨੇ ਜੀ, ਅੱਗੇ ਚੱਲਦੇ ਹਾਂ। ਸਰ ਲਖਵੀਰ ਸਿੰਘ ਜੀ, ਤੁਸੀਂ ਏਅਰ ਤੇ ਹੋ ਸਾਹਿਬ? ਸਤਿ ਸ਼੍ਰੀ ਅਕਾਲ ਜੀ। ਮੈਂ ਸਪੋਰਟ ਤੋਂ ਬੋਲਦਾ ਜੀ ਬਾਈ ਜੀ। ਮੈਂ ਵੋਟ ਪਾਉਣ ਗਿਆ ਸੀ ਹੁਣ ਰਾਈਟ ਨਾਓ, ਤੇ ਉੱਥੇ ਤੇ ਉਹ ਜਿਹੜੇ ਆਪਣੇ ਨਿਆਣੇ ਕੰਮ ਕਰਦੇ ਮੋਹਰੇ, ਉਹਨੇ ਮੈਨੂੰ ਬੈਲਟ ਪੇਪਰ ਦਿੱਤਾ। ਅੱਛਾ ਜੀ। ਮੈਂ 30 ਸਾਲ ਤੋਂ ਰਹਿੰਦਾ ਇੱਥੋਂ 31 ਤੋਂ। ਮੈਂ ਕਿਹਾ ਵੀ ਤੁਸੀਂ ਮੈਨੂੰ, ਮੈਂ ਅੰਦਰ ਗਿਆ ਟੈਕ ਕਮਾਨ ਤੇ ਉਹਨੇ ਮੈਨੂੰ ਸਿੰਗਲ ਦੇ ਦਿੱਤਾ। ਮੈਂ ਕਿਹਾ ਵੀ ਦੂਜਾ ਕਿੱਥੇ ਆ? ਸਿੰਗਲ ਆਪਣੀ ਸਿਟੀ ਇਹਦਾ ਲਿਬਰਲ ਦਾ ਉੱਪਰ ਵਾਲਾ ਦੇ ਦਿੱਤਾ ਨਾ ਜਿਹੜਾ ਆਪਣਾ। ਸਿੰਗਲ ਕਿਵੇਂ ਹੋ ਜਾਊਗਾ ਜੀ? ਬੈਲਟ ਪੇਪਰ ਸਾਰਾ ਛਪਿਆ ਹੁੰਦਾ। ਨਹੀਂ ਇਹ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਿਆ। ਉਹ ਜਿਹੜਾ ਆਪਣੇ ਹੁਣ ਜਿਹਦਾ ਸਿਟੀ ਕੌਂਸਲਰ ਵਾਲੀਆਂ ਤੇ ਉਹ ਬੈਲਟ ਤੇ ਫਿਰ ਮੈਂ ਉਹਨੂੰ ਪੁੱਛਿਆ, ਉਹਨੇ ਆਣਿਆਂ ਨੂੰ ਕੁਝ ਪਤਾ ਨਾ ਲੱਗੇ। ਮੈਂ ਕਿਹਾ ਇਹ ਉਹ ਫਿਰ ਉਹਨੇ ਮੈਂ ਉੱਥੇ ਸੀ ਤੇ ਮੈਂ ਮੜ ਜੇ ਜਿਹੜਾ ਐਵੇਂ ਕਹਾਂ ਮੈਂ ਫੜ ਜੇ ਅੰਗਰੇਜ਼ੀ ਬੋਲ ਲਈ ਦੀ ਆ। ਉਹ ਫਿਰ ਮੈਂ ਗੱਲ ਕੀਤੀ, ਉਹ ਉੱਪਰੋਂ ਆਈ ਆ ਕੇ ਕਹਿੰਦੀ ਦਿਸ ਇਜ਼ ਬਾਈ ਇਲੈਕਸ਼ਨ। ਅੱਜ ਤਾਂ ਉਹਦੀ ਪੈਂਦੀ ਨਹੀਂ ਜੀ, ਬਾਈ ਇਲੈਕਸ਼ਨ ਦੀ ਤਾਂ ਵੋਟ ਪੈ ਨਹੀਂ ਰਹੀ ਅੱਜ ਤਾਂ। ਤੇ ਉਹ ਉੱਥੇ ਹੀ ਹੋਇਆ। ਫਿਰ ਉਹਨਾਂ ਨੇ ਇੱਕ ਦਿੱਤਾ ਜਿਹੜਾ ਸਾਡਾ ਹੁਣ ਜਿਹੜਾ ਕੌਂਸਲਰ ਆ। ਬਾਈ ਜੀ ਅੱਜ ਕੌਂਸਲਰ ਦੀਆਂ ਵੋਟਾਂ ਨਹੀਂ ਪੈਂਦੀਆਂ ਲਖਵੀਰ ਸਿੰਘ ਜੀ, ਅੱਜ ਨਹੀਂ ਪੈ ਰਹੀਆਂ, ਉਹ ਨੈਕਸਟ ਸੈਚਰਡੇ ਪੈਣੀਆਂ। ਬਾਈ ਜੀ ਚੈੱਕ ਕਰੋ ਪਹਿਲਾਂ ਤੁਸੀਂ ਕਿਹੜੇ ਵਿਸ਼ੇ ਬਾਰੇ ਗੱਲ ਕਰਨੀ ਚਾਹੁੰਦੇ ਹੋ ਤੇ ਕੀ ਕਰਨੀ ਚਾਹੁੰਦੇ ਹੋ ਪਲੀਜ਼। ਤੇ ਡਿਊਰਿੰਗ ਸ਼ੋਅ ਮੇਰੇ ਨਿੱਜੀ ਫੋਨ ਤੇ ਫੋਨ ਨਹੀਂ ਕਰਨਾ, ਥੋੜੀ ਜਿਹੀ ਬੇਨਤੀ ਸੁਣੋ, ਕਾਹਲੀ ਨਾ ਕਰੋ। ਪਹਿਲਾਂ ਇਹ ਦੇਖੋ ਵੀ ਗੱਲ ਤੁਸੀਂ ਕੀ ਕਰ ਰਹੇ ਹੋ ਤੇ ਕਿਹਦੀ ਕਰ ਰਹੇ ਹੋ। ਅੱਜ ਨਹੀਂ ਪੈ ਰਹੀ, ਕੱਲ 18 ਤਰੀਕ ਨੂੰ ਸੀ ਐਡਵਾਂਸ ਵੋਟਿੰਗ ਤੇ 25 ਨੂੰ ਹੈ ਹੁਣ। ਅੱਜ ਫੈਡਰਲ ਚੋਣ ਹੈ, ਫੈਡਰਲ ਚੋਣ ਦੇ ਵਿੱਚ ਤੇ ਬੈਲਟ ਇੱਕ ਨਹੀਂ ਹੋ ਸਕਦਾ ਕਦੇ ਵੀ ਬਈ ਇੱਕ ਜਣੇ ਦਾ ਤੁਹਾਨੂੰ ਦੇ ਦੇਣ। ਅੱਛਾ ਜੀ, ਅੱਜ ਹੁਣ ਸਾਹਮਣੇ ਪੋਲ ਵਗੈਰਾ ਪਏ ਨੇ, ਉਹਦੀ ਅੱਜ ਨਾ ਗੱਲ ਕਰੀਏ ਕਿਉਂਕਿ ਮੀਡੀਆ ਕਿਸੇ ਦੀ ਧਿਰ ਨਾ ਬਣੇ, ਹਾਲਾਂਕਿ ਬਣਦਾ ਰਿਹਾ 19 ਦੇ ਵਿੱਚ ਬਹੁਤ ਧਿਰ ਬਣਿਆ, ਤੇ ਪਰ ਆਪਾਂ ਉਸ ਤਰ੍ਹਾਂ ਗਾਰੇ ਦੇ ਵਿੱਚ ਨਾ ਵੜੀਏ। ਲੋਕਲ ਇੱਕ ਪੋਲ ਆ BC ਦੀ, ਇੱਕ ਫੈਡਰਲ ਪੋਲ ਹੈ ਸਾਰੇ ਦੇਸ਼ ਦੀ, ਉਹਦੇ ਅਲੱਗ-ਅਲੱਗ ਜਿਹੜੇ ਨੇ ਮਾਪਦੰਡ ਨੇ, ਪਰ ਮੈਂ ਉਹ ਅੱਜ ਨਾ ਗੱਲ ਕਰਾਂ। ਬੈਸਟ ਹੈ ਕੋਈ ਜਿੱਤੇ ਕੋਈ ਹਾਰੇ, ਸਾਰਿਆਂ ਨੂੰ ਆਨਰ ਕਰਾਂਗੇ ਅਸੀਂ। 7 ਵਜੇ ਤੋਂ ਫਲੋ ਇਹਦੀ ਜਿਹੜੀ ਡਾਇਰੈਕਟ ਰਿਪੋਰਟਿੰਗ ਹੋਏਗੀ ਸਾਰੇ ਲੋਕਲ ਰਾਈਡਿੰਗ ਦੇ ਵਿੱਚ। ਸਾਡੇ ਜਿਹੜੇ ਨੇ ਮੈਂਬਰ ਪਹੁੰਚਣਗੇ ਤੇ ਅਸੀਂ ਸਾਰੇ ਹੋਸਟ 7 ਵਜੇ ਤੋਂ ਲੈ ਕੇ 10-11 ਵਜੇ ਤੱਕ ਇਹ 'ਤੇ ਕਰਾਂਗੇ, ਗੱਲਬਾਤ ਕਰਾਂਗੇ। ਉਸ ਸਮੇਂ ਮੁਲਾਂਕਣ ਕਰਾਂਗੇ ਜਦ ਇਹਦੇ ਰਿਜ਼ਲਟਸ ਆਉਣੇ ਸ਼ੁਰੂ ਹੋਣਗੇ। ਹੁਣ ਵੋਟਾਂ ਪੈ ਰਹੀਆਂ ਨੇ, ਹੁਣ ਇਹ ਜੀ ਗੱਲ ਇਹਦੇ ਵਿੱਚ ਵੀ ਬੇਨਤੀ ਕਰ ਦੇਵਾਂ ਮੈਂ, ਜਿਵੇਂ ਉੱਥੇ ਦੀ ਕਰਕੇ ਹਟਿਆ, ਪਲੀਜ਼ 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 ਜੇ ਸਿਟੀਜ਼ਨ ਹੋ ਤਾਂ ਹੀ ਵੋਟ ਪਾ ਸਕਦੇ ਹੋ। ਦੇਖਿਓ ਰਗੜਾ ਨਾ ਲਵਾ ਲਿਓ, ਕਿਸੇ ਦੇ ਕਹਿਣ ਤੇ ਗਲਤ ਕੰਮ ਨਾ ਕਰਨ ਚਲੇ ਜਾਓ। ਜੇ ਕਿਸੇ ਅੰਦਰ ਬੈਠੇ ਨੂੰ ਕਿਸੇ ਨੂੰ ਸ਼ੱਕ ਹੋ ਗਿਆ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਬੈਠੇ ਨੇ ਅੰਦਰ ਸਰੀ ਦੇ ਵਿੱਚ, ਖਾਸ ਤੌਰ ਤੇ ਉਹਨਾਂ ਨੇ ਦੇਖ ਲਿਆ ਤੁਹਾਡੀ ਚਾਲ ਢਾਲ ਰੰਗ ਤੋਂ ਵੀ ਤੁਸੀਂ ਚਿਰਾਂ ਦੇ ਇੱਥੇ ਆਏ ਨਹੀਂ, ਲੱਗਦੇ ਸਿਟੀਜ਼ਨ ਨਹੀਂ, ਤੇ ਤੁਹਾਡਾ ਚੈੱਕ ਕਰ ਲਿਆ, ਤੁਹਾਡੇ ਕੋਲੋਂ ID ਨਾ ਸਿਟੀਜ਼ਨ ਦੀ ਲੱਭੀ ਤੇ ਤੁਸੀਂ ਅਫਰਮ ਕਰਕੇ ਵੋਟ ਪਾ ਰਹੇ ਹੋ ਵੀ ਮੈਂ ਸਿਟੀਜ਼ਨ ਆ, ਝੂਠੀ ਸਹੁੰ ਚੱਕ ਰਹੇ ਹੋ। ਵੇਖਿਓ ਮੁੜ ਕੇ ਹਾਰਨ ਵਾਲੇ ਨੇ ਹਾਰ ਜਾਣਾ, ਜਿੱਤਣ ਵਾਲੇ ਨੇ ਜਿੱਤਣਾ। ਤੁਹਾਡਾ ਜਿਹੜਾ ਇਸ ਦੇਸ਼ ਦੇ ਵਿੱਚੋਂ ਇੱਥੇ ਰਹਿਣਾ, ਤੁਹਾਡਾ ਦਾ ਫਰਦਰ ਤੁਹਾਡਾ ਜਿਹੜਾ ਸਟੇਟਸ ਚੇਂਜ ਹੋਣਾ ਬਹੁਤ ਔਖਾ ਹੋ ਜਾਣਾ। ਮੈਂ ਬਹੁਤ ਚਿਰਾਂ ਦੇ ਇਸ ਗੱਲ 'ਤੇ ਰੌਲਾ ਪਾ ਰਿਹਾ ਕਿ ਇਹ ਗਲਤ ਕੰਮ ਨਾ ਕਰੋ। ਐਡਰੈਸ ਚੇਂਜ ਕਰਾਉਣੇ, ਰਹਿਣਾ ਕਿਤੇ, ਸਟਿੱਕਰ ਲਵਾ ਕੇ ਕਿਸੇ ਹੋਰ ਕੰਸਟੀਚੁਐਂਸੀ 'ਚ ਰਹਿ ਕੇ ਵੋਟਾਂ ਪਾਉਣੀਆਂ, ਇਹ ਇਨਸਾਨਾਂ ਦੇ ਕੰਮ ਨਹੀਂ ਹੈ, ਇਹ ਸੱਭਿਅਕ ਸੁਸਾਇਟੀ ਦੇ ਕੰਮ ਨਹੀਂ, ਇਹ ਦੇਸ਼ ਦੇ ਕੰਮ ਨਹੀਂ। ਤੁਹਾਨੂੰ ਕਿਸੇ ਜਿੱਤੇ ਹੋਏ ਹਾਰੇ ਹੋਏ
ਰਾਜਨੀਤਿਕ ਬੰਦੇ ਨੇ ਕੁਛ ਨਹੀਂ ਦੇਣਾ। ਵੋਟਾਂ ਤੋਂ ਬਾਅਦ ਹਾਰਿਆ ਹੋਇਆ ਵੀ ਘਰੇ ਹੈ, ਜਿੱਤਿਆ ਹੋਇਆ ਵੀ ਘਰੇ ਹੈ। ਤੁਸੀਂ ਆਪਣੇ ਘਰੇ ਹੋ, ਤੁਸੀਂ ਕਰਕੇ ਖਾਣਾ। ਜਿਹੜੇ ਹਲਕੇ 'ਚ ਰਹਿੰਦੇ ਹੋ ਟੌਰ ਨਾਲ ਵੋਟ ਪਾਓ, ਜਾਓ ਜਿਹਨੂੰ ਮਰਜ਼ੀ ਵੋਟ ਪਾਓ। ਤੇ ਪਰ ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਹੋਰ ਦਾ ਤੁਹਾਡਾ ਸਟੇਟਸ ਕੁਛ ਹੋਰ ਆ, ਦਿਖਾਵੋ ਕੁਛ ਹੋਰ, ਜਾਂ ਰਹਿਣੇ ਕਿਤੋਂ ਹੋਰ ਹੋਵੋ, ਪਾਵੋ ਕਿਤੇ ਹੋਰ ਵੋਟ। ਇਹ ਤੋਂ ਹਟ ਜੀਏ ਅਸੀਂ ਹੁਣ। ਇਹ ਜਿਹੜੀ ਸ਼ੁਰੂ ਚੀਜ਼ ਹੋਈ ਸੀ, ਇਹ ਪਤਾ ਜਦ ਅੱਜ ਤੋਂ 20 ਵਰ੍ਹੇ ਪਹਿਲਾਂ ਧਾਰਮਿਕ ਸਥਾਨਾਂ ਦੀ ਸਰਦਾਰੀ ਦੇ ਵੋਟਾਂ ਪੈਂਦੀਆਂ ਸੀ, ਜ਼ਿਆਦਾ ਬੱਸਾਂ ਭਰ ਕੇ ਆਉਂਦੀਆਂ ਸੀ। ਉਹ ਬੱਸਾਂ ਜਿਹੜੀਆਂ ਭਰਦੀਆਂ ਫਿਰ ਉਹ ਬੱਸਾਂ ਉਸ ਤਰ੍ਹਾਂ ਹੀ ਰਹੀਆਂ ਕਿ ਉਹ ਬੱਸਾਂ ਨੂੰ ਆਪਰੇਟ ਕਰਨ ਵਾਲੇ ਬੰਦੇ ਫਿਰ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਗਏ। ਉਹ ਬੱਸਾਂ ਉਸ ਤਰ੍ਹਾਂ ਹੀ ਆਉਂਦੀਆਂ ਰਹੀਆਂ, ਕਾਰਾਂ 'ਚ ਬੰਦੇ ਆਉਂਦੇ ਰਹੇ ਤੇ ਐਡਰੈਸ ਚੇਂਜ ਹੁੰਦੇ ਰਹੇ, ਰਹਿੰਦੇ ਰਹੇ ਆ ਕੇ ਇੱਕ ਦਿਨ ਪਹਿਲਾਂ ਵੋਟਾਂ ਪਾਉਂਦੇ ਰਹੇ। ਕਿਹੜੇ ਕੰਮਾਂ 'ਚੋਂ ਕੰਮ ਅਸੀਂ ਕਰਨ ਲੱਗੇ ਹੋਏ ਹਾਂ? ਕੀ ਕਰੋਗੇ ਤੁਸੀਂ? ਕਿਉਂ ਕਰਦੇ ਹਾਂ ਅਸੀਂ? ਇਹ ਇੱਥੇ ਦਾ ਓਨਰ ਸਿਸਟਮ ਹੈ। ਸਤਿਕਾਰ ਦਿੰਦੇ ਨੇ ਵੀ ਭਾਈ ਜੇ ਤੇਰੇ ਕੋਲ ਨਹੀਂ ਹੈਗਾ ਸਿਟੀਜ਼ਨ ਦਾ ਪੇਪਰ, ਤੂੰ ਹੱਥ ਚੱਕ ਕੇ, ਪਤਾ ਨਹੀਂ ਜੇ ਇਸ ਵਾਰੀ ਚੇਂਜ ਹੋਇਆ ਹੋਵੇ, 19 'ਚ ਤਾਂ ਕੋਈ ਚੇਂਜ ਨਹੀਂ ਸੀ ਕਿ ਤੁਹਾਡੇ ਕੋਲ ਜੇ ਸਿਟੀਜ਼ਨ ਜਾਂ ਪਾਸਪੋਰਟ ਜਾਂ ਸਿਟੀਜ਼ਨ ਸਰਟੀਫਿਕੇਟ ਹੈ ਨਹੀਂ, ਤੁਸੀਂ ਅਫਰਮ ਕਰ ਦਿਓ। ਅਫਰਮ ਕੀ ਆ? ਸਹੁੰ ਚੱਕ ਦਿਓ ਹੱਥ ਖੜਾ ਕਰਕੇ ਵੀ ਮੈਂ ਫਲਾਣਾ ਹੈ ਤੇ ਮੈਂ ਸਿਟੀਜ਼ਨ ਹਾਂ, ਤੇ ਦਸਤਖਤ ਕਰ ਦਿਓ। ਉਹ ਦਸਤਖਤ ਕੀਤੇ ਹੋਏ ਤੁਹਾਡੇ ਕਿਤੋਂ ਉਹਦੀ ਸੁਰਲ ਬਿਲਡ ਹੋ ਗਈ, ਹਿਸਾਬ ਤੁਹਾਨੂੰ ਦੇਣਾ ਪੈਣਾ। ਤੁਹਾਡੀ ਇੱਕ ਵੋਟ ਨਾਲ ਹਾਰਨਾ ਜਿੱਤਣਾ ਜਿਹੜਾ ਉਹ ਕਿਸੇ ਦੀ ਗੱਲ ਨਹੀਂ। ਔਰ ਇਹ ਪ੍ਰਚਾਰਿਆ ਜਾਣਾ ਚਾਹੀਦਾ ਸੀ। ਇਹ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਪ੍ਰਚਾਰਿਆ ਜਾਣਾ ਚਾਹੀਦਾ ਸੀ, ਪਰ ਇਹ ਨਹੀਂ ਗੱਲ ਹੋਈ। ਇਹਦਾ ਰੌਲਾ ਪੈਣਾ ਚਾਹੀਦਾ। ਤੇ ਇੱਕ ਅਗਲੀ ਗੱਲ, ਹੁਣ ਤੁਹਾਡਾ ਜਿਹੜਾ ਵੀ ਪਾਰਟੀ ਨਾਲ ਤੁਹਾਡਾ ਮਨ ਬਣ ਗਿਆ, ਪਲੇਟਫਾਰਮ 'ਤੇ ਗੱਲ ਬਣ ਗਈ, ਇੱਕ ਜਿਹੜਾ ਇੰਪੈਕਟ ਬਹੁਤ ਵੱਡਾ ਪੈਂਦਾ ਹੈ ਉਹ ਇਹ ਆ, ਜਦ ਹੱਥ ਨੇ ਤੁਸੀਂ ਵੋਟਾਂ ਪਾਉਣ ਜਾਂਦੇ ਹੋ ਤੇ ਜਦ ਨੂੰ ਈਸਟ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਨੇ। ਰਿਜ਼ਲਟ ਦੇ ਅਸੀਂ ਦੇਖਦੇ ਹਾਂ ਜਿਹੜਾ ਟੀਵੀ ਤੇ ਦੇਖ ਕੇ ਸਾਡਾ ਮਨ ਕਿਤੇ ਬਣਾਉਂਦਾ ਫਿਰ ਕਹਿੰਦਾ ਨਹੀਂ ਯਾਰ ਇਹ ਤਾਂ ਬਣਨੀ ਨਹੀਂ, ਇਹਨੂੰ ਪਾ ਦੇ। ਇਸ ਤਰ੍ਹਾਂ ਨਹੀਂ ਹੁੰਦੀ ਗੱਲ। ਤੁਸੀਂ ਵਿਚਾਰਾਂ ਦੇ ਹਿਸਾਬ ਦੇ ਨਾਲ, ਪਾਰਟੀ ਪਲੇਟਫਾਰਮ ਦੇ ਹਿਸਾਬ ਨਾਲ ਆਪਣੇ ਦੇਸ਼ ਨੂੰ ਵਧੀਆ ਬਣਾਉਣ ਦੇ ਲਈ ਵੋਟ ਪਾਉਂਦੇ ਹੋ। ਜਿੱਤਣ ਹਾਰਨ ਲਈ ਵੋਟ ਨਹੀਂ ਪਾਉਂਦੇ। ਜਿੱਤਣਾ ਹਾਰਨਾ ਇੱਕ ਅਲੱਗ ਗੱਲ ਹੈ। ਤੁਸੀਂ ਇੱਕ ਵਿਚਾਰਧਾਰਾ ਤੋਂ ਪ੍ਰੇਰਿਤ ਹੋ, ਉਸ ਵਿਚਾਰਧਾਰਾ ਤੇ ਖੜਨਾ ਚਾਹੀਦਾ ਹਰ ਵਕਤ। ਇਸ ਤਰ੍ਹਾਂ ਨਹੀਂ ਹੈ ਵੀ ਉਧਰ ਜੀ ਫਲਾਣਾ ਜਿੱਤ ਗਿਆ ਜੀ ਤੇ ਹੁਣ ਆਹ ਪਾਰਟੀ ਬਣ ਗਈ ਤੇ ਇੱਧਰ ਨੂੰ ਪਾ ਦਿਓ। ਨਹੀਂ, ਇਸ ਤਰ੍ਹਾਂ ਵੀ ਨਹੀਂ ਕਰਨਾ ਚਾਹੀਦਾ। ਕਰਨਾ ਤੁਹਾਡੀ ਮਰਜ਼ੀ ਆ, ਪਰ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਕਿਹੜੀ ਪਾਰਟੀ ਆਉਣ ਵਾਲੇ ਸਮੇਂ ਲਈ ਦੇਸ਼ ਲਈ ਚੰਗੀ ਹੈ, ਫਿਰ ਉਸ ਤੋਂ ਨੈਕਸਟ ਭਾਈਚਾਰੇ ਲਈ ਚੰਗੀ ਹੈ, ਕਿਹੜੀ ਪਾਰਟੀ ਦੇ ਵਾਅਦੇ ਨੇ ਜਿਹੜੇ ਉਹ ਵਫਾ ਹੋਣਗੇ, ਕਿਹੜੀ ਪਾਰਟੀ ਇਸ ਦੇਸ਼ ਦੇ ਵਿੱਚ ਬਣ ਸਕਦੀ ਹੈ, ਜਿਹੜੀ ਨੈਸ਼ਨਲ ਬੈਲਟ ਹੈ ਉਹਦੇ ਹਿਸਾਬ ਦੇ ਨਾਲ ਜਿਹੜੇ ਸਾਰੀਆਂ ਜਿਹੜੀਆਂ ਇਹ ਮਤਲਬ ਜਨਤਕ ਹੋ ਰਹੀਆਂ ਨੇ, ਹਾਲੇ ਵੀ ਮੇਨ ਟੀਵੀ ਮੇਰੇ ਸਾਹਮਣੇ ਲੱਗਿਆ, CTV ਤੇ ਦਿਖਾ ਰਹੇ ਨੇ, ਆਲਮੋਸਟ ਦੋਨੇ ਵੱਡੀਆਂ ਪਾਰਟੀਆਂ ਲਿਬਰਲ ਤੇ ਕੰਸਰਵੇਟਿਵ ਬਰਾਬਰ ਬੈਠੀਆਂ ਨੇ। 20% ਤੇ ਜਗਮੀਤ ਸਿੰਘ ਬੈਠੇ ਨੇ NDP, ਤੇ ਬਰਨੀਏ 6.5% ਤੇ ਨੇ PPC, ਪੀਪਲ ਪਾਰਟੀ ਆਫ ਕੈਨੇਡਾ। ਮੈਨੂੰ ਇਉਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਰਾਈਜ਼ ਕਰ ਰਹੀ ਹੈ। 6.5-7% ਬਹੁਤ ਵੋਟਾਂ ਤੇ ਉਹਦੇ ਹੁਣ ਵੀ ਇਹ ਦੇਸ਼ ਕਿੱਧਰ ਨੂੰ ਚੱਲਿਆ, ਦੇਸ਼ ਕਿਵੇਂ ਰਹਿਣਾ ਚਾਹੀਦਾ, ਉਹਨੂੰ ਲਾ ਦਿਓ, ਕਹਿ ਦਿਓ ਜਿਹੜਾ ਕੋਈ ਮਰਜ਼ੀ ਉਸ ਬਾਰੇ ਵੀ ਆਹ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ। ਸਾਰਾ ਕੁਛ ਉਸ ਦੀ ਗੱਲਬਾਤ ਜਿਹੜੀ ਸਾਰੇ ਸੁਣਦੇ ਨੇ, ਜੇ ਜਿਹਨੂੰ ਪਸੰਦ ਹੈ ਉਹਨਾਂ ਨੇ ਉੱਥੇ ਵੋਟ ਪਾ ਦੇਣੀ ਹੈ। ਰਾਈਡਿੰਗਸ ਜਿਹੜੀਆਂ ਗਾਂ ਸਪੈਸੀਫਿਕਲੀ ਰਾਈਡਿੰਗਸ ਜਿਹੜੀਆਂ ਲੀਨ ਹੋਈਆਂ, ਸੇਫ ਹੋਈਆਂ, ਲਾਈਕਲੀ ਹੋਈਆਂ, ਅਲੱਗ-ਅਲੱਗ ਸ਼ਬਦ ਨੇ ਬਹੁਤ ਵੱਡੇ, ਜਿਨ੍ਹਾਂ ਦੇ ਫਰਕ ਸੀ 20 ਪੁਆਇੰਟਾਂ ਦੇ, 4-4 5-5 ਪੁਆਇੰਟਾਂ ਦਾ ਫਰਕ ਰਹਿ ਗਿਆ। ਨੇੜੇ ਲੱਗ ਚੱਲੀ ਹੈ ਗੱਲ। ਬਾਕੀ ਲੋਕਾਂ ਦਾ ਪਤਾ ਨਹੀਂ, ਇਹ ਕਿਉਂ ਪੋਸਟਰ ਤਾਂ 200 ਬੰਦੇ ਨੂੰ ਫੋਨ ਕਰ ਲਿਆ, 200 ਨੇ ਦੱਸਤਾ, ਜਿਹੜਾ ਉਹਦੇ ਤੋਂ ਕੱਢ ਲੈਂਦੇ ਨੇ, 500 ਨੂੰ ਕਰ ਲਿਆ, ਪਰ 50-50 ਹਜ਼ਾਰ 60-60 ਹਜ਼ਾਰ ਵੋਟ ਪੈਣੀ ਹੈ, ਉੱਥੋਂ ਫਿਰ ਹੁਣ ਪਤਾ ਲੱਗਦਾ। ਤੇ ਪਲੀਜ਼ ਪਾਉਣ ਜ਼ਰੂਰ ਜਾਇਆ ਕਰੋ ਵੋਟ। ਉਹ ਲੱਭ ਲੈਂਦੇ ਨੇ, ਤੁਹਾਡਾ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਕੌਣ ਵੋਟ ਕਿਹੜੀ ਕਮਿਊਨਿਟੀ 'ਚੋਂ, ਕਿਹੜੀ ਕੰਸਟੀਚੁਐਂਸੀ ਦੇ ਵਿੱਚ ਕਿੰਨੇ ਬੰਦੇ ਕਿਹੜੇ ਡੈਮੋਗ੍ਰਾਫਿਕ 'ਤੇ ਰਹਿੰਦੇ ਨੇ, ਤੇ ਉਹਦੇ ਵਿੱਚ ਕਿੰਨਿਆਂ ਨੇ ਵੋਟ ਪਾਈ।
ਪਤਾ ਲੱਗ ਜਾਂਦਾ। ਇਸ ਤੋਂ ਬਾਅਦ ਜਿਹੜੀ ਚੀਜ਼ ਲੱਭ ਲੈਂਦੇ ਨੇ ਉਹ ਇਹਦੇ ਲਈ ਬੇਨਤੀ ਆ ਕਿ ਪਲੀਜ਼ ਹੁਣ ਤਾਂ 3-3 4-4 ਘੰਟੇ ਦਾ ਛੁੱਟੀ ਆ, ਤੁਹਾਨੂੰ ਵੋਟ ਜ਼ਰੂਰ ਪਾਓ। ਸਰ ਹਰਵੰਸ ਸਿੰਘ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੀ ਇੱਕ ਮੈਂ ਗੱਲ ਦੱਸਣੀ ਸੀ। ਮੈਂ ਲਾਸਟ ਜਦੋਂ ਐਡਵਾਂਸ ਵੋਟ ਹੁਣ ਪਾ ਕੇ ਆਇਆ ਸੀ ਲਾਸਟ ਵੀਕਐਂਡ ਤੇ, ਜਦੋਂ ਮੈਂ ਉੱਥੇ ਗਿਆ ਕੁਈਨ ਐਲਿਜ਼abeth ਜਿਹੜਾ ਸੈਕੰਡਰੀ ਸਕੂਲ ਆ 94 ਕਿਤੇ ਆ ਜੀ ਜੀ, ਜਦੋਂ ਮੈਂ ਮੇਰੀ ਮਦਰ ਇਨ ਲਾ ਨੂੰ ਲੈ ਕੇ ਗਿਆ, ਉਹ ਤਕਰੀਬਨ ਓਵਰ 80 ਈਅਰ 올ਡ ਸੀ, ਰਾਈਟ ਜੀ। ਹੈਲਪ ਬੜੀ ਉਹਨਾਂ ਨੇ ਕੀਤੀ ਵੀ ਇੱਥੇ ਚੇਅਰ ਤੇ ਪਾ ਦਿੰਦੇ। ਮੈਂ ਚਲੋ ਵਧੀਆ ਜੀ। ਜਦੋਂ ਮੈਂ ਕਹਾ ਵੋਟਿੰਗ ਕਰਨੀ ਸੀ, ਮੈਂ ਉਹਦੀ ਹੈਲਪ ਕਰਨੀ ਸੀ। ਉੱਥੇ ਆਪਣਾ ਬੰਦਾ, ਆਪਣਾ ਮੁੰਡਾ ਬੈਠਾ ਸੀ, ਜਿਵੇਂ ਇੰਡੀਆ ਤੋਂ ਆਇਆ ਹੋਊ ਜਾਂ ਕਿੱਦਾਂ, ਵੀ ਪੰਜਾਬੀ ਵੀ ਵਧੀਆ ਬੋਲਦਾ ਸੀ, ਇੰਗਲਿਸ਼ ਵੀ ਵਧੀਆ ਬੋਲਦਾ ਸੀ। ਤੇ ਮੈਨੂੰ ਕਹਿੰਦਾ ਜੀ ਤੁਸੀਂ ਮਗਰ ਨਹੀਂ ਜਾ ਸਕਦੇ ਇਹਦੇ ਨਾਲ। ਮੈਂ ਕਿਹਾ ਵੀ ਕਾਹ ਤੋਂ, ਵੀ ਮੈਂ ਤਾਂ 85-86 ਤੋਂ ਵੋਟਿੰਗ ਕਰਦਾ ਇੱਥੇ। ਕਹਿੰਦਾ ਨਹੀਂ ਜੀ ਅਸੀਂ ਜਾਵਾਂਗੇ। ਮੈਂ ਕਿਹਾ ਵੀ ਤੁਸੀਂ ਕਿਵੇਂ ਜਾਵੋਗੇ? ਮੈਂ ਕਿਹਾ ਵੀ ਕੋਈ ਇਲਾਜ, ਮੈਂ ਕਿਹਾ ਇਲਾਜ ਤਾਂ ਬਣਿਆ ਹੋਇਆ ਇਹ, ਵੀ ਮੈਨੂੰ ਇੱਥੇ ਫਾਰਮ ਸਾਈਨ ਕਰਨਾ ਪੈਣਾ ਡਿਕਲੇਰੇਸ਼ਨ ਦਾ, ਤੇ ਉਹ ਮੈਂ ਕਰ ਸਕਦਾ। ਵੈਰੀ ਗੁੱਡ। ਤੇ ਫਿਰ ਮੈਨੂੰ ਕਹਿੰਦਾ ਨਹੀਂ ਜੀ ਤੁਸੀਂ ਨਹੀਂ ਕਰ। ਮੈਂ ਕਿਹਾ ਵੀ ਮੈਨੂੰ ਤੂੰ ਲਾ ਦਿਖਾ ਵੀ ਤੈਨੂੰ ਅੱਜ ਚੇਂਜ ਹੋਇਆ। ਮੈਂ ਕਿਹਾ ਵੀ ਅੱਜ ਚੇਂਜ ਹੋਇਆ ਲਾ, ਵੀ ਪਹਿਲਾਂ ਤਾਂ ਹੈਗਾ ਸੀਗਾ ਵੀਕਐਂਡ ਤੋਂ ਪਹਿਲਾਂ ਫਰਾਈਡੇ ਤੱਕ ਦਾ। ਫਿਰ ਮੈਨੂੰ ਕਹਿੰਦਾ ਜੀ ਤੁਸੀਂ ਕਰ ਸਕਦੇ ਹੋ। ਮੈਨੂੰ ਕੱਢ ਕੇ ਕਹਿੰਦਾ, ਮੈਂ ਕਿਹਾ ਵੀ ਤੂੰ ਮੈਨੂੰ ਝੂਠ ਕਾਹਤੇ ਬੋਲਿਆ? ਮੈਨੂੰ ਕਹਿੰਦਾ ਜੀ ਫਿਰ ਫਾਰਮ ਭਰਨ ਨੂੰ ਟਾਈਮ ਲੱਗਣਾ ਸੀ। ਮੈਂ ਟਾਈਮ ਦਾ ਮਤਲਬ ਜੀ ਮੈਂ ਇੱਥੇ ਲਾਈਨ 'ਚ ਵੇਟ ਕਰੀਏ, ਮੈਂ ਘੰਟਾ ਮੈਂ ਖੜ ਸਕਦਾ, ਹੋਰ ਘੰਟਾ ਖੜ ਸਕਦਾ। ਵੈਰੀ ਗੁੱਡ। ਇਹ ਦੇਖੋ ਜੀ ਉਹਨੇ ਫੇਰ ਵੋਟਿੰਗ ਕਰਾ ਲਈ। ਆ ਵੀ ਚੱਲਦਾ ਚੱਕਰ। ਕਈ ਬੰਦੇ ਸਾਡੇ ਰਿਲੇਟਿਵ ਗਏ ਸੀ ਕਰਨ, ਉਹਨਾਂ ਨੂੰ ਏਦਾਂ ਹੀ ਮੋੜਤਾ। ਉਹਨੂੰ ਬੰਦੇ ਨੂੰ ਪਤਾ ਨਹੀਂ ਸੀ ਮੂਹਰੇ, ਉਹ ਕਹਿੰਦੇ ਤੂੰ ਨਹੀਂ ਕਰ ਸਕਦਾ। ਵੀ ਇਹਨਾਂ ਨੇ ਆਪ ਉਹਦੇ ਨਿਸ਼ਾਨੀਆਂ ਜਦ ਟਿਕ ਮਾਰਕ ਅੱਗੇ ਕਰਦੇ ਨੇ ਜਾ ਕੇ, ਟਿਕ ਮਾਰਕ ਕਰਨ ਵਾਲਾ ਜਿਹੜਾ ਬੰਦਾ ਹੈ ਉਹ ਕਿਸੇ ਇੱਕ ਪਾਰਟੀ ਜਾਂ ਇੱਕ ਉਮੀਦਵਾਰ ਦੇ ਲਈ ਕੰਮ ਕਰਦਾ ਹੋਵੇ, ਟਿਕ ਮਾਰਕ ਕਰ ਦੂਗਾ ਉਹ। ਉਹੀ ਮੈਂ ਦੱਸਣ ਲੱਗਿਆ ਵੀ ਮੈਨੂੰ ਕਹਿੰਦਾ ਸਾਡੇ ਬੰਦੇ ਕਰ ਸਕਦੇ, ਮੈਂ ਤੁਹਾਡੇ ਤੇ ਮੈਂ ਕੀ ਯਕੀਨ ਕਰ ਸਕਦਾ? ਮੈਂ ਕਿਹਾ ਲਾਸਟ ਇਲੈਕਸ਼ਨ 'ਚ ਮੈਂ ਗਲਤ ਹੁੰਦਾ ਦੇਖਿਆ ਕੰਮ। ਮੈਂ ਕਿਹਾ ਵੀ ਹੁਣ ਮੈਂ ਇਹਦੇ ਅੰਦਰ ਟਿਕ ਮਾਰ ਕਰਨਾ। ਮੈਂ ਕਿਸੇ ਪਾਰਟੀ, ਹਰੇਕ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਹੁੰਦਾ। ਮੈਂ ਉੱਥੇ ਟਿਕ ਮਾਰ, ਮੈਂ ਚਲਾ ਗਿਆ ਉੱਥੇ, ਕਿਸੇ ਦੇਖਣਾ ਤਾਂ ਹੈ ਨਹੀਂ, ਲਿਆ ਕੇ ਇਕੱਠਾ ਕਰਕੇ ਬੈਲਟ ਪੇਪਰ ਵਿੱਚ ਪਾ ਦੇਣਾ ਬਾਕਸ ਦੇ। ਮੈਂ ਕਿਹਾ ਮੇਰੇ ਕੋਲ ਕੀ ਸਬੂਤ ਆ ਵੀ ਤੂੰ ਵੋਟਿੰਗ ਰਾਈਟ ਕਰੀ ਹੈ? ਤੇ ਫੇਰ ਮੈਨੂੰ ਚੁੱਪ ਕਰਕੇ ਫਾਰਮ ਵੀ ਆਪ ਹੀ ਭਰਤਾ, ਸਾਈਨ ਕਰਾ ਕੇ ਕਹਿੰਦਾ ਕਰ ਸਕਦੇ। ਮੈਂ ਕਿਹਾ ਇਹਦਾ ਮਤਲਬ ਜੇ ਕਿਸੇ ਨੂੰ ਪਤਾ ਨਹੀਂ ਵੀ ਤੁਸੀਂ ਇਹ ਕਾਹਦੇ ਕੰਮ ਕਰਦੇ ਹੋ? ਇਹ ਹੁਣ ਮੈਂ ਸਾਰਿਆਂ ਨੂੰ ਦੱਸਦਾ ਜੀ ਕਰ ਸਕਦੇ ਆ ਵੋਟਿੰਗ, ਜੇ ਕਿਸੇ ਦੀ ਹੈਲਪ ਕਰਨੀ ਆ। ਨਹੀਂ ਉਹ ਅੱਗੇ ਕਹਿੰਦੇ ਆ, ਲਾਸਟ ਟਾਈਮ ਵੀ ਹੋਇਆ ਸੀਗਾ ਏਦਾਂ ਹੀ। ਜਦੋਂ ਮੈਂ ਮਾੜੀ ਜਿਹੀ ਆਰਗੂਮੈਂਟ ਕੀਤੀ, ਫਿਰ ਜਦੋਂ ਫੜਾਤਾ। ਤੇ ਆਮ ਬੰਦੇ ਨੂੰ, ਆਪਣੇ ਪੰਜਾਬੀ ਨੂੰ ਕਹੀ ਜਾਂਦੇ ਆ ਨਹੀਂ ਜੀ ਤੁਸੀਂ ਨੇ, ਅਸੀਂ ਹੈਲਪ ਕਰਾਂਗੇ। ਤੁਸੀਂ ਹੈਲਪ ਕੀ ਕਰੋਗੇ? ਸਾਨੂੰ ਕੀ ਪਤਾ ਤੁਸੀਂ ਕੌਣ? ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। 18 ਤਰੀਕ ਨੂੰ ਐਡਵਾਂਸ ਵੋਟਿੰਗ ਦੇ ਵਿੱਚ ਜਿਹੜੀ ਕੌਂਸਲਰ ਦੀ ਵੋਟ ਹੈ ਬਸਫੋਰਡ 'ਚ, ਉੱਥੇ ਵੀ ਇੱਕ ਘਟਨਾ ਹੋਈ ਜਿਹੜਾ ਮੈਨੂੰ ਦੱਸਿਆ। ਉੱਥੇ ਇਸੇ ਤਰ੍ਹਾਂ ਹੀ ਟਰਾਂਸਲੇਸ਼ਨ ਦਾ ਰੌਲਾ ਸੀ, ਵੀ ਪਤਾ ਨਹੀਂ ਸੀ ਲੱਗ ਰਿਹਾ, ਕਿਸੇ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਉੱਥੇ ਵੀ ਇਸ ਤਰ੍ਹਾਂ ਜਿਹੜਾ ਬੰਦਾ ਨਾਲ ਗਿਆ ਉਹ ਕਹਿੰਦਾ ਤੁਸੀਂ ਨਹੀਂ ਜਾ ਸਕਦੇ। ਅੰਦਰ ਜਿਹੜਾ ਕੰਮ ਕਰਦਾ ਉਹਨੇ ਠੀਕਾ ਲਾਤਾ। ਜਦੋਂ ਠੀਕਾ ਲਾਤਾ ਤਾਂ ਉੱਥੇ ਫਿਰ ਇਸ ਗੱਲ ਦਾ ਰੇੜਕਾ ਪਿਆ ਵੀ ਇਹ ਕਿਵੇਂ ਹੋ ਸਕਦੇ ਹੋ। ਜਿਹੜਾ ਉਸ ਆਪਣੇ ਸੈਂਟਰ ਦਾ ਦੀ ਇੰਚਾਰਜ ਸੀ ਲੇਡੀ, ਉਹ ਕਹਿੰਦੀ ਵੀ ਯੈਸ ਹੁਣ ਅਸੀਂ ਖਿਆਲ ਰੱਖਾਂਗੇ। ਉਹਨੂੰ ਖਿਆਲ ਕੀ, ਵੋਟ ਤਾਂ ਪੈਗੀ। ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਈਵਨ ਜਿਹੜੇ ਪੋਲਿੰਗ ਸਟੇਸ਼ਨ ਨੇ, ਇਹ ਫਸਟ ਹੈਂਡ ਇਨਫੋਰਮੇਸ਼ਨ ਦੱਸਦਾ ਮੈਂ ਤੁਹਾਨੂੰ, ਜਿੰਨੇ ਪੋਲਿੰਗ ਸਟੇਸ਼ਨ ਨੇ, ਉਸ ਪੋਲਿੰਗ ਸਟੇਸ਼ਨ 'ਚ ਜਿਹੜੇ ਤਿੱਖੇ ਬੰਦੇ ਨੇ, ਉਸ ਪੋਲਿੰਗ ਸਟੇਸ਼ਨ ਦੇ ਏਰੀਏ ਦੇ ਬੰਦੇ ਉਹਦੇ 'ਚ ਏਜੰਟ ਬਣਾ ਦਿੰਦੇ ਨੇ। ਮੰਨ ਲਓ ਇੱਕ ਏਰੀਆ, ਨਿਊਟਨ ਦੇ ਇੱਕ ਏਰੀਏ 'ਚ ਮੈਂ ਰਹਿਣਾ, ਹੁਣ ਮੇਰੇ ਆਲੇ ਦੁਆਲੇ 50 ਘਰ ਨੇ, ਮੈਂ ਉਹਨਾਂ ਨੂੰ ਜਾਣਦਾ, ਤੇ ਮੈਂ ਕਿਸੇ ਉਮੀਦਵਾਰ ਦਾ ਬੰਦਾ, ਤੇ ਮੈਨੂੰ ਮੂਹਰੇ ਬਿਠਾ ਦੇਣਾ ਉੱਥੇ ਉਸ ਏਰੀਏ ਦੇ। ਉਹ ਜਦ ਹੁਣ ਗੁਆਂਢੀ ਮੇਰਾ ਆਉਂਦਾ ਹੈ, ਮੈਂ ਮੂਹਰੇ ਬੈਠਾ ਦੇਖਦਾ, ਤੇ ਮੈਂ ਉਹਨੂੰ ਪਤਾ ਹੈ ਵੀ ਮੈਂ ਕਿਹਦਾ ਮਦਦਗਾਰ ਹਾਂ। ਹੋਰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਠਾਕ ਹੋ ਜੀ, ਕਰ ਦਿਓ ਫਿਰ। ਚੱਲ ਇਹ ਵੀ ਚੱਲਦੀ ਹੈ ਗੱਲ। ਇਹ ਤਾਂ ਥੋੜ੍ਹਾ ਬਹੁਤਾ ਇੱਥੇ ਹਿਸਾਬ ਕਿਤਾਬ ਹੈ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡਾ ਅਸੀਂ ਕਰਾਂਗੇ ਕੀ, ਕਿੱਥੇ ਜਾ ਕੇ ਖੜਾਂਗੇ, ਕਿੱਥੇ ਜਾ ਕੇ ਅਸੀਂ। ਇਹ ਗੱਲ ਬਹੁਤ ਜ਼ਰੂਰੀ ਹੈ। ਇਹਦੇ ਤੇ ਵੀ ਹੁਣ ਇਲੈਕਸ਼ਨ ਕੈਨੇਡਾ ਤਾਂ ਲਿਖ ਕੇ ਦਿੱਤੇ ਹੋਏ ਨੇ ਵੀ ਆਹ ਹੁੰਦਾ, ਆਹ ਹੁੰਦਾ, ਆਹ ਹੁੰਦਾ। ਪਤਾ ਨਹੀਂ ਕਿਵੇਂ ਸੁੱਤੇ ਪਏ ਨੇ ਉਹ, ਕਿਹੜੇ ਸਮੇਂ ਦੀ ਗੱਲ ਤੇ ਤੌਰ ਤੇ ਉਹ ਬੈਠੇ ਨੇ, ਕੀ ਕਰਨਗੇ ਤੇ ਕਾਹਦੋਂ ਐਕਟ ਕਰਨ ਲੱਗਣਗੇ। ਸਰ ਹਰਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ ਮੈਂ ਵੈਸੇ ਮੇਰਾ ਤਾਂ ਜ਼ਿਆਦਾ ਇੰਟਰਸਟ ਨਹੀਂ, ਟੂ ਬੀ ਆਨੈਸਟ, ਪੋਲਿਟਿਕਸ ਦੇ ਵਿੱਚ ਇਸ ਕਿਸਮ ਦਾ ਇਸ ਸਾਲ। ਪਰ ਫਿਰ ਵੀ ਨਾ ਉਹ ਫਾਰਚੂਨੇਟਲੀ ਜਾਂ ਅਨਫਾਰਚੂਨੇਟਲੀ ਮੈਨੂੰ ਇੱਕ ਦਿਨ
ਇਹ NDP ਦੀ ਛੋਟੀ ਜਿਹੀ ਗੈਦਰਿੰਗ ਸੀ, ਮੈਨੂੰ ਕਿਸੇ ਨੇ ਧੱਕੇ ਨਾਲ ਉੱਥੇ ਜਾਣਾ ਪਿਆ। ਉੱਥੇ ਅਵਨੀਤ ਦਾ ਮੁੰਡਾ ਜਿਹੜਾ ਖੜਾ, ਮੇਰਾ ਖਿਆਲ ਜੌਹਲ ਜੀ, ਹਾਂ, ਤੇ ਉਹਦੇ ਨਾਲ ਹੈਰੀ ਬੈਂਸ ਸਾਹਿਬ ਵੀ ਪਹੁੰਚੇ ਹੋਏ ਸੀ। ਅੱਛਾ ਜੀ। ਉਹ ਜਦੋਂ ਕੁਐਸਚਨ ਇਸ ਵਾਰ ਮਦਦ ਕਰਦੇ ਨੇ ਖਾਸੀ। ਮੈਂ ਉਹ ਕੁਐਸਚਨ ਉਹਨਾਂ ਨੂੰ ਪੁੱਟ ਕੀਤਾ ਸੀ ਇਹ ਬਈ ਅਵਨੀਤ ਜੌਹਲ ਨਵਾਂ, ਜੇ ਤੁਸੀਂ ਇਹਦੀ ਮਦਦ ਕਰਕੇ ਇਹਨੂੰ ਜਿਤਾਉਣਾ ਚਾਹੁੰਦੇ ਹੋ ਵੀ ਜਿਹੜੀਆਂ ਇਸ ਰਾਈਡਿੰਗ ਦੇ ਵਿੱਚ ਸਮੱਸਿਆਵਾਂ ਨੇ, ਕੀ ਉਹਦੇ ਵਾਸਤੇ ਇਹ ਅਵੇਅਰ ਆ? ਫੋਰ ਐਗਜ਼ਾਮਪਲ ਵੀ ਜਿਹੜਾ ਐਗਜ਼ਿਸਟਿੰਗ MP ਹੈਗਾ ਉਹਦੇ ਕੋਲ ਇੱਕ ਕਿਸਮ ਦਾ ਇਹ ਰਾਈਟ ਆ ਵੀ ਇਲੈਕਸ਼ਨ ਕਮਿਸ਼ਨ ਨੂੰ ਉਹ ਪ੍ਰਪੋਜ਼ ਕਰ ਸਕਦਾ ਵੀ ਆਹ ਬੰਦੇ ਇਹਨਾਂ ਸੈਂਟਰਾਂ ਤੇ ਲੱਗਣੇ ਚਾਹੀਦੇ ਆ। ਲੇਕਿਨ ਬੈਂਸ ਸਾਹਿਬ ਬਿਲਕੁਲ ਡਿਨਾਈ ਕਰ ਗਏ ਜੀ ਇਸ ਚੀਜ਼ ਨੂੰ। ਮੈਂ ਨਹੀਂ ਸਮਝ ਸਕਿਆ ਉਸ ਚੀਜ਼ ਨੂੰ। ਉਹ ਕਹਿੰਦੇ ਵੀ ਨੋ, ਇਹ ਇਲੈਕਸ਼ਨ ਕਮਿਸ਼ਨ ਨੂੰ ਹੀ ਸਾਰੇ ਲੋਕ ਅਪਲਾਈ ਕਰਦੇ ਨੇ। ਇਟਸ ਅਪ ਟੂ ਦੀ ਇਲੈਕਸ਼ਨ ਕਮਿਸ਼ਨ ਹਾਊ ਦੇ ਅਪੁਆਇੰਟ ਦੋਜ਼ ਪੀਪਲ ਟੂ ਡਿਫਰੈਂਟ ਸੈਂਟਰਸ। ਅੱਛਾ ਜੀ। ਸੋ ਲੇਕਿਨ ਅੱਜ ਤੁਸੀਂ ਫੇਰ ਇਹਦੇ ਬਾਰੇ ਦੱਸ ਰਹੇ ਕਿ ਉਹਨਾਂ ਨੂੰ ਹੱਕ ਹੈਗਾ ਕਿ ਉਹ ਹੈਂਡ ਪਿਕ ਕਰ ਸਕਦੇ ਆ ਜਿਹੜੇ ਐਗਜ਼ਿਸਟਿੰਗ MP ਨੇ ਜਿਹੜੇ। ਬਿਲਕੁਲ। ਹਾਂਜੀ, ਪਰ ਉਹ ਮੰਨੇ ਨਹੀਂ ਜੀ ਇਸ ਚੀਜ਼ ਦੇ। ਪਰ ਮੈਨੂੰ ਨਹੀਂ ਪਤਾ ਇਹਦੇ ਪਿੱਛੇ ਗੇਮ ਕੀ ਆ। ਥੈਂਕ ਯੂ। ਦੇਖਿਆ ਜੀ, ਇਹ ਆ ਕਹਾਣੀ। ਤੁਸੀਂ ਦੇਖ ਲਿਓ। ਅੱਜ ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਕੱਲ ਨੂੰ ਮੈਨੂੰ ਦੱਸ ਦਿਓ ਜਿੱਥੇ ਅੱਜ ਤੁਸੀਂ ਵੋਟ ਪਾਉਣ ਜਾਣਾ, ਉਸ ਖਿੱਤੇ ਦੇ ਵਿੱਚ ਤੁਹਾਡੇ ਏਰੀਏ ਦੇ ਉਸ ਵੋਟਿੰਗ ਸਟੇਸ਼ਨ ਦੇ ਵਿੱਚ ਇਹ ਚੈੱਕ ਕਰਿਓ ਵੀ ਉੱਥੇ ਜਿਹੜੇ ਸਾਰੀਆਂ ਪਾਰਟੀਆਂ ਦੇ ਸਾਰੇ ਕੈਂਡੀਡੇਟਸ ਦੇ ਏਜੰਟਸ ਜਿਹੜੇ ਬੈਠੇ ਨੇ, ਕੀ ਤੁਹਾਡੇ ਏਰੀਏ ਦੇ ਤੁਸੀਂ ਜਾਣਦੇ ਸੀ ਉਹਨਾਂ ਨੂੰ ਜਾਂ ਨਹੀਂ? ਇਹ ਗੱਲ 19 ਚ ਸਿੱਧ ਹੋਈ ਹੈ। ਇਹਨੂੰ ਨੇੜਿਓਂ ਵੇਖਿਆ ਔਰ ਪਤਾ ਲੱਗਿਆ। ਬੰਦੇ ਅਸੀਂ ਮਾਰਕ ਕੀਤੇ ਵੀ ਆਹ ਦੇਖੋ ਆ ਫਲਾਣੇ ਦਾ ਇੱਥੇ ਘਰ ਆ, ਉਹ ਆਹ ਏਰੀਏ 'ਚ ਬਣਿਆ ਹੈ। ਇਹ ਤਾਂ ਬਹੁਤ ਕੁਝ ਹੈ। ਤੁਸੀਂ ਇੱਥੇ ਤਾਂ ਜਿਹੜੀ ਰਿਫਾਰਮ ਖਾਸ ਤੌਰ ਤੇ ਇਲੈਕਸ਼ਨ ਕੈਨੇਡਾ ਦੇ, ਇਹਨਾਂ ਨੂੰ ਬਹੁਤ ਸੋਧਾਂ ਦੀ ਲੋੜ ਹੈ। ਸਭ ਤੋਂ ਵੱਡੀ ਤਾਂ ਸੋਧ ਦੀ ਇਹ ਲੋੜ ਹੈ ਵੀ ਜਿਹਦਾ ਵੈਲਿਡ ਪੇਪਰ, ਜਿਹਦਾ ਨਾਂ ਨਹੀਂ ਵੋਟਿੰਗ ਲਿਸਟ 'ਚ, ਉਹ ਕਹਿੰਦਾ ਮੈਂ ਨਵਾਂ ਸਿਟੀਜ਼ਨ ਬਣਿਆ, ਉਹ ਕਿਉਂ ਨਹੀਂ ਪਾਸਪੋਰਟ ਜਾਂ ਆਪਣਾ ਸਿਟੀਜ਼ਨ ਸਰਟੀਫਿਕੇਟ ਲੈ ਕੇ ਜਾਂਦਾ? ਕਿਉਂ ਜ਼ਰੂਰਤ? ਕਿਉਂ ਅਫਰਮ ਵਾਲੀ ਕਹਾਣੀ ਹੈ? ਤੁਸੀਂ ਅਫਰਮ ਕਹਿੰਦੇ ਹੋ, ਤੁਸੀਂ ਕਿਹੜੇ ਖਿੱਤੇ 'ਚੋਂ ਆਏ ਲੋਕਾਂ ਨਾਲ ਡੀਲ ਕਰਦੇ ਹੋ? ਹਾਲਾਂਕਿ ਸਾਰੇ ਨਹੀਂ, ਅਸੀਂ 90% ਰਾਦਰ 95% ਇਮਾਨਦਾਰੀ ਵਾਲੇ ਬੰਦੇ ਆ। 5-4% ਵੋਟਾਂ 1000 ਪੈ ਗਈਆਂ ਤੇ ਕਿਹਨੇ ਲੱਭਣਾ ਤੁਹਾਨੂੰ ਉੱਥੇ? ਜਿੱਤ ਹਾਰ ਕਿਤੇ 500 ਦੀ ਹੁੰਦੀ ਹੈ, ਕਿਤੇ 700 ਦੀ ਹੁੰਦੀ ਹੈ, ਕਿਤੇ 200 ਦੀ ਹੁੰਦੀ ਹੈ, ਕਿਤੇ 300 ਦੀ ਹੁੰਦੀ ਹੈ। ਐਡਰੈਸ ਚੇਂਜ ਕਰਾਤਾ 500-700 ਬੰਦੇ ਦਾ, ਕਿਹਨੇ ਲੱਭਣਾ? ਚੱਕ ਲਿਓ, ਬੱਸ ਹੀ ਆਉਣੀ ਹੈ। ਬੱਸ ਆਏ ਤੇ ਬੱਸਾਂ ਦੇ ਵਿੱਚ ਕਰੋ ਸੇਵਾ ਤੇ ਰਾਹ 'ਚ ਰੱਖੋ, ਦੂਜੇ ਦਿਨ ਬੱਸ ਮੋੜ ਦੇਣੀ ਹੈ। ਸੋ ਇਹ ਜਿਹੜਾ ਅਸੀਂ ਜਿੱਧਰ ਨੂੰ ਤੁਰੇ ਹੋਏ ਹਾਂ, ਇਹਦੇ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਹਾਰਨ ਵਾਲੇ ਨੇ ਹਾਰ ਜਾਣਾ, ਜਿੱਤਣ ਵਾਲੇ ਨੇ ਜਿੱਤ ਜਾਣਾ। ਅਸੀਂ ਤਾਂ ਕੰਮ ਕਰਕੇ ਖਾਣਾ। ਤੁਹਾਡਾ ਦੇਸ਼ ਵਧੀਆ ਜੇ ਰਹੇ, ਇਸ ਦੇਸ਼ ਦੀਆਂ ਕਦਰਾਂ ਕੀਮਤਾਂ ਨੇ ਵੀ ਅਟੈਚੀ ਇੱਕ ਲੈ ਕੇ ਉਤਰੇ, ਕੋਈ 20 ਸਾਲ, ਕੋਈ 25 ਸਾਲ ਪਹਿਲਾਂ। ਅੱਜ ਮਲਟੀ ਆਫ ਮਿਲੀਅਨਸ ਡਾਲਰ ਨੇ, ਘਰਾਂ ਦੇ ਕਾਰਾਂ ਅੱਧੇ ਮਿਲੀਅਨ ਡਾਲਰ ਦੀਆਂ ਅਸੀਂ ਚਲਾਈ ਫਿਰਦੇ ਹਾਂ। ਇਹ ਤੁਹਾਡੀ ਮੇਰੀ ਕੁਆਲਿਟੀ ਨਹੀਂ ਹੈ, ਇਹ ਵਧੀਆ ਸਿਸਟਮ ਦੀ ਕੁਆਲਿਟੀ ਹੈ ਜਿਹਦੇ 'ਚ ਆ ਕੇ ਸਾਨੂੰ ਇਹ ਸਮਾਂ ਮਿਲਿਆ। ਇਹ ਨਹੀਂ ਗੱਲ ਹੈ ਕਿ ਵਰਿਆਂ ਦੇ ਜਦ ਇੱਕ ਕੈਂਪੇਨ ਕਰ ਰਹੇ ਹਾਂ, ਸਮਝਾ ਰਹੇ ਹਾਂ, ਦੱਸ ਰਹੇ ਹਾਂ ਤਾਂ ਫਰਕ ਨਹੀਂ ਪੈਂਦਾ। ਫਰਕ ਬਹੁਤ ਪੈਂਦਾ। ਫਰਕ ਇਕੱਲੇ ਰਿਜ਼ਲਟਸ ਨੂੰ ਦੇਖ ਕੇ ਨਹੀਂ ਵੀ ਹਰ ਸਾਲ ਦੇਖੀਏ ਰਿਜ਼ਲਟਸ ਕੀ ਨੇ। ਟ੍ਰਾਂਜੀਸ਼ਨ ਹੁੰਦੀ ਹੈ, ਲੋਕ ਅਵੇਅਰ ਹੁੰਦੇ ਨੇ, ਪਰ ਜਦ ਤੱਕ ਅਸੀਂ ਸੁਨੇਹਾ ਨਹੀਂ ਦਿੰਦੇ ਨਹੀਂ ਪਤਾ ਲੱਗਦਾ। ਆਪਾਂ ਆਪਣੇ ਲੈਵਲ 'ਤੇ ਹਰ ਇੱਕ ਚੀਜ਼ ਨਹੀਂ ਸੋਚ ਸਕਦੇ ਵੀ ਜੇ ਮੈਨੂੰ ਪਤਾ ਸਾਰਿਆਂ ਨੂੰ ਪਤਾ, ਜਾਂ ਜਿਹੜਾ ਮੈਨੂੰ ਨਹੀਂ ਪਤਾ ਉਹ ਸਾਰਿਆਂ ਨੂੰ ਨਹੀਂ ਪਤਾ। ਇਸ ਤਰ੍ਹਾਂ ਨਹੀਂ ਹੁੰਦਾ। ਬੇਨਤੀ ਇੱਕੋ ਹੀ ਹੈ ਜੀ, ਵੋਟ ਸਾਰੇ ਪਾ ਕੇ ਆਇਓ। ਵੋਟ ਇਖਲਾਕ ਦੇ ਨਾਲ, ਸਤਿਕਾਰ ਦੇ ਨਾਲ, ਤੇ ਇਸ ਤਰ੍ਹਾਂ ਸੋਚ ਕੇ ਕਿ ਮੈਂ ਆਪਣੇ ਦੇਸ਼ ਦਾ ਭਵਿੱਖ ਸਿਰਜ ਰਿਹਾ, ਇਸ ਕਰਕੇ ਵੋਟ ਪਾਉਣੀ ਆ। ਜ਼ਰੂਰੀ ਆ ਬਹੁਤ। ਜਾਂ 100 ਦੇ ਵਿੱਚੋਂ 45 ਰਹਿ ਜਾਂਦੇ ਨੇ, 55 ਜਾਂਦੇ ਨਹੀਂ। ਹਾਲਾਂਕਿ 4-4 ਘੰਟੇ ਦੀ ਅੱਜ ਛੁੱਟੀ ਹੈ, ਫਿਰ ਵੀ ਨਹੀਂ ਨਾ ਪਾਉਂਦੇ, ਫਿਰ ਦੁੱਖ ਦੀ ਗੱਲ ਹੈ। ਸਵੇਰੇ ਵੀ ਪਾ ਰਹੇ ਨੇ ਲੋਕ, ਈਵਨਿੰਗ 'ਚ ਵੀ ਪਾ ਰਹੇ ਨੇ, ਤੇ ਆਥਣੇ 7 ਵਜੇ ਫਿਰ ਲੇਖਾ ਜੋਖਾ ਸ਼ੁਰੂ ਹੋਏਗਾ ਸ਼ੇਰੇ ਪੰਜਾਬ 'ਤੇ ਆਥਣੇ 7 ਵਜੇ ਫੇਰ ਮਿਲਦੇ ਹਾਂ ਜੀ। ਤੇ ਤੁਹਾਡੇ ਤੱਕ ਰਿਜ਼ਲਟਸ ਪਹੁੰਚਦੇ ਹੋਣਗੇ ਤੇ ਸਾਰੇ ਰਲ ਕੇ ਹੋਸਟ ਅੱਜ ਇਲੈਕਸ਼ਨ ਨਾਈਟ 'ਤੇ ਗੱਲਬਾਤ ਕਰਨਗੇ। ਰੱਬ ਰਾਖਾ ਤੇ ਚੜ੍ਹਦੀ ਕਲਾ।